ਸਮੂਹ ਦਰਸ਼ਕਾਂ ਨੂੰ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਜਿੱਥੇ ਆਪ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ, ਨਾਲ ਨਾਲ ਫਤਿਹ ਵੀ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਜਿਵੇਂ ਆਪ ਸਮੁੱਚੀਆਂ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਾਣਦੀਆਂ ਹੋ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਉਸ ਮਹਾਨ ਤਖਤ ਦੀ ਜਾਣੀ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਜਿੱਥੇ ਮੇਰੇ ਅਕਾਲੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਅਸਥਾਨ ਹੈ, ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ, ਉਸ ਦੀ ਜੋ ਫੇਸ 2 ਦੀ ਕਾਰ ਸੇਵਾ ਜੋ ਇਸ ਵੇਲੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨਿਭਾ ਰਿਹਾ ਹੈ। ਪਿਛਲੇ ਕੁਛ ਸਾਲਾਂ ਤੋਂ ਆਪ ਜੀ ਹਮੇਸ਼ਾ ਸੰਗਤ ਟੈਲੀਵਿਜ਼ਨ ਤੇ ਜੋ ਵੀ ਉਸ ਦੀ ਅਪਡੇਟ ਹੈ, ਕਿਸ ਤਰ੍ਹਾਂ ਉੱਥੇ ਸੇਵਾ ਚੱਲ ਰਹੀ ਹੈ, ਕਿਸ ਤਰ੍ਹਾਂ ਹੋ ਰਹੀ ਹੈ, ਔਰ ਜਿਹੜਾ ਆਪ ਜੀ ਦਸਵੰਧ ਭੇਜਦੇ ਹੋ, ਕਿੱਥੇ ਕਿੱਥੇ ਆਪ ਜੀ ਦਾ ਦਸਵੰਧ ਲਾਇਆ ਜਾਂਦਾ ਹੈ, ਉਹ ਆਪ ਜੀ ਨੂੰ ਹਮੇਸ਼ਾ ਸੰਗਤ ਟੈਲੀਵਿਜ਼ਨ ਤੇ ਹਰ ਹਫ਼ਤੇ ਦਿਖਾਇਆ ਜਾਂਦਾ ਹੈ। ਤੇ ਅੱਜ ਵੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਜੋ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ ਅੱਜ ਸ਼ਾਮ ਦਾ, ਇਹ ਖਾਸ ਕਰਕੇ ਜੋ ਅੱਜ ਲੈਂਟਰ ਦੀ ਸੇਵਾ ਪਟਨਾ ਸਾਹਿਬ ਵਿਖੇ ਫੇਸ 2 ਦੀ ਜੋ ਕਾਰ ਸੇਵਾ ਇਸ ਵੇਲੇ ਚੱਲ ਰਹੀ ਹੈ, ਜੋ ਲੈਂਟਰ ਦੀ ਸੇਵਾ ਅੱਜ ਆਰੰਭ ਹੋਈ ਹੈ, ਉਸ ਦੇ ਬਾਰੇ ਵਿਚਾਰ ਕਰਨ ਵਾਸਤੇ ਅਤੇ ਖਾਸ ਕਰਕੇ ਜੋ ਅੱਜ ਉੱਥੇ ਸੇਵਾ ਨਿਭਾਈ ਗਈ ਉਹ ਫੁਟੇਜ ਆਪ ਜੀ ਨੂੰ ਜੋ ਅੱਜ ਦਿਖਾਈ ਜਾਣੀ ਹੈ। ਸੋ ਇਸ ਵਾਰੀ ਸਾਡੇ ਨਾਲ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਭਾਈ ਖੁਸ਼ਦੇਵ ਸਿੰਘ ਜੀ। ਸਭ ਤੋਂ ਪਹਿਲਾਂ ਜਿੱਥੇ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਖੁਸ਼ਦੇਵ ਸਿੰਘ ਜੀ, ਕੁਝ ਸਾਲਾਂ ਤੋਂ ਜਦੋਂ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਂਦੀਆਂ ਸਮੂਹ ਸਿੱਖ ਪੰਥ ਖਾਲਸਾ ਪੰਥ ਤਿਆਰੀਆਂ ਕਰ ਰਿਹਾ ਸੀ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਉਹ ਜਿਹੜੀ ਕਾਰ ਸੇਵਾ ਸੀ ਸੌਂਪੀ ਗਈ ਸੀ, ਜਿਸ ਦੀ ਅਗਵਾਈ ਸਾਡੇ ਮਹਾਨ ਪੰਥ ਦੇ ਮਹਾਨ ਹੀਰੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਉਹ ਸੇਵਾ ਇਸ ਵੇਲੇ ਨਿਭਾ ਰਹੇ ਨੇ। ਤੇ ਜੋ ਫੇਸ 2 ਦੀ ਕਾਰ ਸੇਵਾ ਜੋ ਆਰੰਭ ਕੀਤੀ ਗਈ ਸੀ, ਉਸ ਦਾ ਥੋੜਾ ਜਿਹਾ ਨਕਸ਼ਾ, ਕਿਉਂਕਿ ਸਾਡੀਆਂ ਜਿਹੜੀਆਂ ਸਿੱਖ ਸੰਗਤਾਂ ਹਰ ਰੋਜ਼ ਸਾਡੇ ਨਾਲ ਜੁੜਦੀਆਂ ਨੇ, ਹਰ ਹਫ਼ਤੇ ਆਪਣੇ ਨਾਲ ਜੁੜਦੀਆਂ ਨੇ, ਲੇਕਿਨ ਨਵੇਂ ਸਿਰਿਓਂ ਵੀ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ 'ਚੋਂ, ਯੂਰਪ ਦੀ ਗੱਲ ਕਰੀਏ, ਅਮਰੀਕਾ ਕੈਨੇਡਾ ਵਾਲੇ ਜਿਹੜੇ ਕਿ ਸੈਟੇਲਾਈਟ ਜ਼ਰੀਏ ਇੰਟਰਨੈਟ ਜ਼ਰੀਏ ਸਾਨੂੰ ਅੱਜ ਸ਼ਾਇਦ ਪਹਿਲੀ ਵਾਰੀ ਦੇਖ ਰਹੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਸਾਡੀਆਂ ਸੰਗਤਾਂ ਨੂੰ ਚੇਤ ਕਰਨਾ ਕਿ ਜਿਹੜੀ ਕਾਰ ਸੇਵਾ ਕਦੋਂ ਆਰੰਭ ਹੋਈ ਅਤੇ ਖਾਸ ਕਰਕੇ ਜਿਹੜੀ ਫੇਸ 2 ਦੀ ਕਾਰ ਸੇਵਾ ਕਦੋਂ ਆਰੰਭ ਹੋਈ ਅਤੇ ਇਸ ਵੇਲੇ ਕਿੱਥੇ ਤੱਕ ਪਹੁੰਚੀ ਹੈ। ਫਦੀਪ ਜੀ, ਫੇਸ 2 ਦੀ ਕਾਰ ਸੇਵਾ ਦਾ ਸਕੋਪ ਜਿਹੜਾ ਹੈ, ਪਹਿਲੀ ਗੱਲ ਤਾਂ ਇਹ April 2019 ਨੂੰ ਆਰੰਭ ਹੋਈ ਸੀਗੀ ਜੀ। ਤੇ ਇਹਦੇ ਵਿੱਚ ਅੰਡਰਗਰਾਊਂਡ ਕਾਰ ਪਾਰਕ ਬੇਸਮੈਂਟ ਦੇ ਵਿੱਚ, ਜੋ ਕਿ ਫੇਜ਼ 1 ਨਾਲ ਲਿੰਕ ਹੋਵੇਗਾ, 140 ਗੱਡੀਆਂ ਖੜਨ ਦੀ ਕਪੈਸਿਟੀ ਬਣ ਜਾਂਦੀ ਉੱਥੇ। ਫਿਰ ਉਸ ਦੇ ਉੱਪਰ ਸਾਰਸ ਰਾਏ ਜੌਹਰੀ ਦੀਵਾਨ ਹਾਲ, ਕਿ ਆਪਾਂ ਸਾਰੇ ਜਿਹਨਾਂ ਨੇ ਦਰਸ਼ਨ ਦੀਦਾਰੇ ਕੀਤੇ ਨੇ, ਜਿਹੜੇ ਗਏ ਨੇ, ਜਿਹਨਾਂ ਨੇ ਮਹਾਰਾਜ ਦਾ ਗੁਰਪੁਰਬ ਵੀ ਉੱਥੇ ਜਾ ਕੇ ਹਾਜ਼ਰੀਆਂ ਭਰੀਆਂ ਨੇ, ਉਹ ਉੱਥੇ ਬਹੁਤ ਵੱਡਾ ਇੱਕ ਪੰਡਾਲ ਟੈਂਪਰਰੀ ਲੱਗਦਾ ਹੁੰਦਾ ਹਰ ਸਾਲ, ਜਿਹਦੇ ਵਿੱਚ ਸਾਰਾ ਦਿਨ ਕੀਰਤਨ ਦਰਬਾਰ ਸਜਦੇ ਹਨ, ਕਵੀ ਦਰਬਾਰ ਸਜਦੇ ਹਨ, ਕਥਾ ਹੁੰਦੀ ਹੈ। ਇੱਕ ਵੱਖਰਾ ਇੱਕ ਐਸਾ ਤੁਸੀਂ ਸਮਾਗਮ ਜਿਹਨੂੰ ਤੁਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ। ਜੀ ਜੀ, ਉਹ ਆਪ ਜੀ ਨੂੰ ਦਰਸ਼ਨ ਕਰਨ ਦਾ, ਹਾਜ਼ਰੀ ਲਾਉਣ ਦਾ ਸੁਭਾਗ ਸਮਾਂ ਜਦੋਂ ਮਿਲਦਾ, ਉਹਨੂੰ ਹਾਜ਼ਰੀ ਲਾ ਕੇ ਆਪ ਜੀ ਨੂੰ ਉਸ ਚੀਜ਼ ਦਾ ਪਤਾ ਲੱਗਦਾ ਵੀ ਇੱਥੇ ਕਿਸ ਤਰ੍ਹਾਂ ਗੁਰੂ ਮਹਾਰਾਜ ਦਾ ਗੁਰਪੁਰਬ ਮਨਾਇਆ ਜਾਂਦਾ ਹੈ। ਜੀ ਜੀ। ਤੇ ਉਸ ਜਗ੍ਹਾ 'ਤੇ ਕਿਉਂਕਿ ਜਦ ਦੀ ਸੇਵਾ ਆਰੰਭ ਹੋਈ, ਅੱਗੇ ਇਹ ਤਖਤ ਦੇ ਅਗਲੇ ਪਾਸੇ ਜਿਹੜੀ ਫੇਜ਼ 1 ਦੀ ਕਾਰ ਸੇਵਾ ਹੋਈ ਆ, ਉੱਥੇ ਟੈਂਪਰਰੀ ਟੈਂਟ ਲਾ ਕੇ ਤੇ ਸੇਵਾ ਹੁੰਦੀ ਸੀ ਜੀ ਜੀ, ਕਿ ਦਰਬਾਰ ਲੱਗਦੇ ਸਨ। ਇਹ ਹੁਣ ਪਰਮਾਨੈਂਟ ਸਟਰਕਚਰ ਜੀ ਸਰਕਾਰ ਦੇ ਆਪਣੀ ਤਖਤ ਸਾਹਿਬ ਦੀ ਕਮੇਟੀ ਦੇ ਨਾਲ ਮਹਾਂਪੁਰਖਾਂ ਦੀ, ਜੋ ਦੇਖੋ ਇਹ ਜੋ ਤਖਤ ਸਾਹਿਬ ਹੈ, ਸਾਲਸ ਰਾਏ ਜੌਹਰੀ ਦੀ ਇਹ ਹਵੇਲੀ ਸੀ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਜੀ। ਤੇ ਸਾਲਸ ਰਾਏ ਜੌਹਰੀ ਦਾ ਨਾਮ ਇਸ ਦੀਵਾਨ ਹਾਲ ਨਾਲ ਜੁੜ ਜਾਏਗਾ ਜੀ ਜੀ, ਹਮੇਸ਼ਾ ਦੇ ਲਈ। ਉਹ ਨਾਮ ਜਿਨ੍ਹਾਂ ਦੀ ਏਡੀ ਵੱਡੀ ਸੇਵਾ ਸੀ, ਜਿਨ੍ਹਾਂ ਨੇ ਏਡੀ ਵੱਡੀ ਸੀਸ ਮਾਲਕ ਤੋਂ ਲਿੱਤੀ, ਜੀ ਜੀ, ਉਸ ਦੀਵਾਨ ਹਾਲ ਦੀ ਸਾਰੀ ਆਪਾਂ ਟੱਪ ਲੱਗਿਆ ਦੇਖਿਆ ਜੀ। ਤੇ ਜਦੋਂ ਆਪਾਂ ਉਹ ਵੀ ਸਰਵਣ ਕੀਤਾ, ਜਦੋਂ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਜੀ ਨੇ ਇੱਕ ਬਹੁਤ ਵਡਮੁੱਲੇ ਬਚਨ ਕਹੇ ਸਨ ਕਿ ਸਾਡੇ ਅਤੀ ਸਤਿਕਾਰਯੋਗ भाई साहब जी, भाई मोहिंद्र सिंह जी के भाई साहब जी को तख्त साहब का एक एक इंच का
जी पता है इसको कैसे ਵਧਾਉਣਾ है और इसको कैसे संवारना है। जी जी ਸੋ ਕਿੱਡੀ ਵੱਡੀ ਸਟੇਟਮੈਂਟ ਉਸ ਮੁੱਖ ਮੰਤਰੀ ਦੀ ਜਿਹਨੇ ਗੁਰੂ ਮਹਾਰਾਜ ਦੇ 350 ਸਾਲਾਂ ਤੇ ਐਸੀ ਸੇਵਾ ਨਿਭਾਈ जी ਜਿਹਨੇ ਤੇ ਗੁਰੂ ਦੀ ਬਖਸ਼ਿਸ਼ ਹੈ। जी जी ਇੱਕ ਸਿੱਖ ਧਰਮ ਦੇ ਵਿੱਚ ਨਾ ਹੋਣ ਦੇ ਬਾਵਜੂਦ ਜੀ। ਉਹਨਾਂ ਨੇ ਇੱਕ ਬਹੁਤ ਵੱਡਾ ਇੱਕ ਮਾਲਕ ਨੇ ਉਹਨਾਂ ਕੋਲ ਸੇਵਾ ਲਿੱਤੀ ਤੇ ਉਹ ਸੇਵਾ ਇੱਕ ਐਸੀ ਸੇਵਾ ਹੈ ਕਿ ਦੁਨੀਆ 'ਚ ਮਿਸਾਲ ਬਣ ਗਈ ਹੈ। जी जी ਸੋ ਕਿਉਂਕਿ ਸੇਵਾਵਾਂ ਆਪਾਂ ਇਸ ਚੈਨਲ ਰਾਹੀਂ ਦੱਸਦੇ ਰਹੇ ਹਾਂ ਕਿ 3 ਸੇਵਾਵਾਂ ਐਟ ਅ ਟਾਈਮ ਚੱਲਦੀਆਂ ਨੇ, जी ਜਿੱਥੇ ਇਸ ਦੀ ਸੇਵਾ ਚੱਲ ਰਹੀ ਹੈ, ਦੂਜੇ ਪਾਸੇ ਆਪਣਾ 100 ਕਿਲੋਮੀਟਰ ਦੂਰ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲ ਤੇ ਸੀਤਲ ਕੁੰਡ ਸਥਾਨ ਦੀ ਸੇਵਾ ਵੀ ਚੱਲਦੀ ਹੈ ਜੀ। ਤੇ ਉਸ ਦੇ ਨਾਲ ਸੁਲਤਾਨਪੁਰ ਲੋਧੀ ਮਹਾਰਾਜ ਦੇ ਮੂਲ ਮੰਤਰ ਸਥਾਨ ਦੀ ਸੇਵਾ ਚੱਲਦੀ ਹੈ। जी जी ਸੋ ਸੇਵਾ ਦਾ ਸਕੋਪ ਜੋ ਟਾਰਗੇਟ ਸੀ ਉਹ ਪਹਿਲਾਂ ਸੀ 1 ਸਾਲ ਦੇ ਵਿੱਚ ਸੰਪੂਰਨ ਹੋਣ ਦਾ, ਕਿਉਂਕਿ ਸੇਵਾਵਾਂ ਹੋਰ ਹੋਣ ਕਰਕੇ जी जी ਹੁਣ ਜੋ ਇਸ ਦਾ ਟਾਰਗੇਟ ਹੈ ਕਿ ਮਹਾਰਾਜ ਦਾ ਜੋ ਗੁਰਪੁਰ ਹੈ ਉਹ ਮੇਰੇ ਖਿਆਲ ਜਨਵਰੀ ਦੇ ਵਿੱਚ ਆ ਰਿਹਾ ਹੈ 2021 ਵਿੱਚ, जी ਉਦੋਂ ਤਾਈਂ ਸੰਪੂਰਨ ਕਰਨ ਦਾ ਇਹ ਟੀਚਾ ਹੈ। ਜੀ, ਤੇ ਜੀ। ਗੁਰੂ ਮਹਾਰਾਜ ਨੇ ਕੁਲਦੀਪ ਜੀ ਆਪਾਂ ਜਦੋਂ ਥੋੜ੍ਹੀ ਜਿਹੀ ਝਾਤੀ ਮਾਰਦੇ ਆ ਕਿ ਸਮੁੱਚਾ ਸੰਸਾਰ ਮਾਰਚ ਵਿੱਚ ਖੜ ਗਿਆ ਸੀ, जी जी ਸਮੁੱਚਾ ਸੰਸਾਰ, ਤੇ ਇਸ ਦਾ ਕੁਛ ਜਿਸ ਲੈਵਲ ਤੇ ਇਸ ਕੰਮ ਸੀਗਾ ਮਤਲਬ ਕੋਈ ਉਮੀਦ ਨਹੀਂ ਸੀ जी जी ਕਿ ਆਪਾਂ ਇਹ ਸਲੈਬ ਜੋ ਹੈ जी ਇਸ ਟਾਈਮ ਤੇ ਪਾ ਸਕਾਂਗੇ ਤੇ ਕੀ ਇਹ ਪ੍ਰੋਜੈਕਟ ਜੋ ਹੈ ਇਹ ਸੰਪੂਰਨ ਹੋ ਜਾਏਗਾ। जी जी ਪਰ ਪਿਛਲੇ ਪ੍ਰੋਗਰਾਮ ਵਿੱਚ ਭਾਈ ਇੰਦਰਜੀਤ ਸਿੰਘ ਜੀ ਹੁਣੀ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਬਿਹਾਰ ਦੇ ਵੱਖ-ਵੱਖ ਏਰੀਏ 'ਚੋਂ ਫਸੇ ਪੰਜਾਬੀ जी जी ਜਿਹੜੇ ਬਿਹਾਰ ਵਿੱਚ ਆ ਕੇ ਕੰਮ ਕਰਦੇ ਸੀ, जी जी ਉਹਨਾਂ ਨੇ ਆ ਕੇ ਸ਼ਰਨ ਲਿੱਤੀ ਤਖਤ ਸਾਹਿਬ ਦੇ ਉੱਤੇ जी जी ਤੇ ਉਹਨਾਂ ਦੀ ਸਕਿੱਲ ਸੀ। जी जी ਜਿੱਥੇ ਆਪਣੇ ਸੇਵਾਦਾਰ ਵਰਕਰ ਲੱਗੇ ਹੋਏ ਸਨ ਉਹ 30-35 ਸੇਵਾਦਾਰ ਹੋਰ ਮਾਲਕ ਨੇ ਭੇਜਤੇ ਕਿਉਂਕਿ ਲੋਕਡਾਊਨ ਕਰਕੇ ਪੰਜਾਬ ਨਹੀਂ ਜਾ ਸਕਦੇ ਸੀ। जी ਜੀ ਜੀ ਸੋ ਗੁਰੂ ਮਹਾਰਾਜ ਦੀ ਏਡੀ ਅਪਾਰ ਬਖਸ਼ਿਸ਼ ਰਹਿਮਤ ਆਪਾਂ ਦੇਖਦੇ ਹਾਂ ਕਿ ਉਹ ਚੀਜ਼ਾਂ ਉਹ ਕਹਿੰਦੇ ਨੇ ਜੀ ਵਿੱਚ ਕਰਤਾ ਪੁਰਖ ਰੋਆ ਵਾਲ ਨਾ ਬਿੰਗਾ ਹੋ। ਜੀ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਕਾਰਜ ਆਰੰਭ ਕੀਤੇ ਜਾਂਦੇ ਨੇ ਮਹਾਂਪੁਰਖਾਂ ਵੱਲੋਂ। ਜੀ ਜੀ ਤੇ ਜਿੱਥੇ ਮਹਾਰਾਜ ਦਾ ਓਟ ਆਸਰਾ ਹੈ ਤੇ ਦੇਖੋ ਕਿ ਆਪਾਂ ਨੂੰ ਜੀਵਨ ਵਿੱਚ ਉਹ ਵੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਜਿਹੜੀਆਂ ਖੜੀਆਂ ਨੇ, ਜੀ ਜੀ ਕਿਉਂਕਿ ਗਵਰਨਮੈਂਟ ਦੀ ਗਾਈਡਲਾਈਨ ਦੇ ਵਿੱਚ ਇਹ ਸੀ ਕਿ ਜੇ ਤੁਸੀਂ ਔਨ ਸਾਈਟ ਹੈਗੇ ਤੁਸੀਂ ਆਪਣੀ ਕੰਸਟਰਕਸ਼ਨ ਸ਼ੁਰੂ ਕਰੀ ਜਾਂਦੇ ਹੋ। ਜੀ ਜੀ ਚਲੋ ਮਾਲੇ ਨੇ ਕੰਸਟਰਕਸ਼ਨ ਸ਼ੁਰੂ ਕਰਾ ਦਿੱਤੀ, ਕੰਸਟਰਕਸ਼ਨ ਹੋਈ ਜਾ ਰਹੀ ਆਪਾਂ ਦੇਖ ਰਹੇ ਹਾਂ। ਜੀ ਜੀ ਸਾਰਾ ਮਟੀਰੀਅਲ ਇਸ ਵਕਤ ਜੋ ਸਲੈਬ ਪੈ ਰਹੀ ਹੈ, ਜੋ ਆਪਾਂ ਬਿਲਡਿੰਗ ਦੇਖ ਰਹੇ ਹਾਂ ਫੁਲਦੀਪ ਜੀ, ਜੀ ਇਸ ਬਿਲਡਿੰਗ ਦੇ ਉੱਪਰ ਸਾਰੀ ਜੀ ਦਾ ਫਲੋਰ ਦਾ ਸਲੈਬ ਜੀ ਤੇ ਉਸ ਤੋਂ ਬਾਅਦ ਉਹ ਰਿੰਗ ਬੀਮ ਜਿਸ ਵਿੱਚ ਆਪਾਂ ਡੋਮ ਬਣਨਾ ਹੈ, ਜੀ ਜੀ ਉਸ ਡੋਮ ਦੀ ਆਪਣੀ ਇੱਕ ਅਲੱਗ ਇਸ ਦੇਖੋ ਆਪਾਂ ਦੇਖ ਰਹੇ ਹਾਂ ਕਿ ਇਹ ਐਡਾ ਵੱਡਾ ਜੀ ਜੀ ਜੋ ਪ੍ਰੋਜੈਕਟ ਹੈ ਇਸ ਨੂੰ ਮਾਲਕ ਨੇ ਕਿਸ ਤਰ੍ਹਾਂ ਰਹਿਮਤ ਕਰਕੇ ਜੀ ਆਪਣਾ ਮੇਰਾ ਪਰ ਹੱਥ ਰੱਖ ਕੇ ਸੇਵਾ ਮਾਲਕ ਆਪ ਲਈ ਜਾ ਰਹੇ ਨੇ। ਜੀ ਜੀ ਜਿੱਥੇ ਸਮੁੱਚਾ ਸੰਸਾਰ ਸਰਕਾਰਾਂ ਬੰਦ ਹੋ ਗਈਆਂ, ਜੀ ਜੀ ਆਪਾਂ ਜੇ ਦੇਖੀਏ ਕਿ ਜੀ, ਸਭ ਕੁਝ ਬੰਦ ਹੋ ਗਿਆ, ਜੀ ਜੀ ਕਹਿੰਦੇ ਕਹਾਉਂਦੇ ਆਪਣੇ ਆਪ ਨੂੰ ਘਰਾਂ 'ਚ ਕੈਦ ਹੋ ਕੇ ਬੈਠ ਗਏ, ਜੀ ਜੀ ਪਰ ਮਾਲਕ ਦੀ ਖੇਲ ਜੋ ਮਾਲਕ ਨੇ ਜੋ ਸੇਵਾ ਲੈਣੀ ਜੀ ਤੇ ਜੋ ਮਾਲਕ ਨੇ ਜਿਸ ਤਰ੍ਹਾਂ ਸੇਵਾ ਲੈਣੀ, ਆਪ ਜੀ ਦੇਖ ਰਹੇ ਹੋ ਰਿੰਗ ਬੀਮ ਹੈ ਜੀ, ਜੀ ਜੀ ਤੇ ਰਿੰਗ ਦੇ ਆਸ-ਪਾਸੇ ਸਾਰੇ ਦੂਜੇ ਪਾਸੇ ਸਾਰੀ ਬਿਲਡਿੰਗ ਦੀ ਸਲੈਬ ਹੈ। ਇਸ ਰਿੰਗ ਬੀਮ ਦੇ ਉੱਤੇ ਫਿਰ ਡੋਮ ਜਿਹੜਾ ਹੈ ਜੀ ਜੀ ਠਿਕਾਣਾ ਬਣਨਾ ਹੈ। ਜੀ ਜੀ 5000 ਸੰਗਤ ਇਸ ਦਰਬਾਰ ਵਿੱਚ ਬੈਠ ਸਕੇਗੀ ਜੀ ਜੀ ਤੇ ਦੇਖੋ ਮਾਲਕ ਕਿਰਪਾ ਕਰਨ ਗੁਰਪੁਰ ਤਾਈਂ ਇਹ ਸੰਪੂਰਨ ਹੋਣ ਤਾਂ ਜੋ ਕਿ ਇਸ ਦੀ ਜੋ ਜਦੋਂ ਮਹਾਰਾਜ ਦਾ ਗੁਰਪੁਰ ਆਵੇਗਾ ਜੀ ਜੀ ਤੇ ਆਪਾਂ ਦੇਖ ਸਕਾਂਗੇ ਜਿਹੜੇ ਉੱਥੇ ਨਕਮਸਤਕ ਹੋ ਪਾਣਗੇ, ਜਿਹੜੇ ਘਰ ਬੈਠੇ ਵੀ ਆਪਾਂ ਚੈਨਲ ਰਾਹੀਂ ਦੇਖ ਸਕਾਂਗੇ ਜੀ ਕਿ ਮਾਲਕ ਨੇ ਕਿੱਡੀ ਰਹਿਮਤ ਕੀਤੀ ਹੈ। ਜੀ ਜੀ ਸੋ ਸਾਧ ਸੰਗਤ ਜੀਓ, ਆਪ ਜੀ ਦੇਖ ਰਹੇ ਹੋ ਆਪਣੀਆਂ ਸਕਰੀਨਾਂ ਦੇ ਉੱਤੇ ਕਿ ਕਿਸ ਤਰ੍ਹਾਂ ਸੇਵਾਦਾਰ ਲਗਾਤਾਰ ਆਪਣੀ ਸੇਵਾ ਤਨ ਮਨ ਧਨ ਦੇ ਨਾਲ ਕਰ ਰਹੇ ਨੇ। ਭਾਵੇਂ ਜਿਸ ਤਰ੍ਹਾਂ ਭਾਈ ਖੁਸ਼ਦੇਵ ਸਿੰਘ ਜੀ ਕਹਿ ਰਹੇ ਨੇ ਕਿ ਸਮੁੱਚਾ ਹੀ ਸੰਸਾਰ ਮਾਰਚ ਦੇ ਵਿੱਚ ਆਪ ਸਮੂਹ ਸਿੱਖ ਸੰਗਤਾਂ ਜਾਣਦੀਆਂ ਹੋ ਕਿ ਕਿਸ ਤਰ੍ਹਾਂ ਸਮੁੱਚੇ ਦੁਨੀਆ ਭਰ ਦੇ ਵਿੱਚ ਜੋ ਕੋਵਿਡ-19 ਜਾਣੀ ਕਿ ਕਰੋਨਾ ਵਾਇਰਸ ਦੀ ਬਿਮਾਰੀ ਨੇ ਹਰ ਇੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਔਰ ਕਿੰਨੇ ਜੀ ਸਾਤੋਂ ਵਿਛੜ ਕੇ ਅਕਾਲ ਚਲਾਣਾ ਕਰ ਗਏ, ਕਿੰਨੇ ਰੱਬ ਨੂੰ ਪਿਆਰੇ ਹੋ ਗਏ। ਬਹੁਤ ਸਾਰਿਆਂ ਦੇ ਜਿਹੜੇ ਘਰਾਂ ਵਿੱਚ ਸ਼ਾਇਦ ਰਿਸ਼ਤੇਦਾਰ ਹੋਣਗੇ, ਦੋਸਤ ਮਿੱਤਰ ਭੈਣ ਭਰਾ ਹੋਣਗੇ ਜਿਹੜੇ ਕਿ ਇਸ ਸੰਸਾਰ ਤੋਂ ਅਲਵਿਦਾ ਕਹਿ ਕੇ ਚਲੇ ਗਏ ਇਸ ਬਿਮਾਰੀ ਦੇ ਕਾਰਨ। ਲੇਕਿਨ ਜਿਹੜੇ ਆਪਾਂ ਬੈਠੇ ਹਾਂ ਦੇਖਦੇ ਹਾਂ ਆਪਾਂ ਕਿਸ ਤਰ੍ਹਾਂ ਫਿਰ ਵੀ ਮਹਾਰਾਜ ਜੀ ਨੇ ਆਪਣਾ ਹੱਥ ਰੱਖ ਕੇ ਇਹਨਾਂ ਸੇਵਾਦਾਰਾਂ ਪਾਸੋਂ ਸੇਵਾ ਲਈ ਹੈ ਔਰ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ
ਸ਼ੁਕਰਾਨਾ ਹੈ, ਕਲਗੀਆਂ ਵਾਲੇ ਸਤਿਗੁਰ ਜੀ ਦਾ ਸ਼ੁਕਰਾਨਾ ਹੈ, ਜਿਨ੍ਹਾਂ ਨੇ ਇਹ ਜਿਹੜੀ ਸੇਵਾ ਹੈ ਇਸੇ ਤਰ੍ਹਾਂ ਨਿਰੰਤਰ ਆਪਣੇ ਸੇਵਕਾਂ ਪਾਸੋਂ ਆਪ ਕਰਵਾਈ ਹੈ। ਭਾਵੇਂ ਅਸੀਂ ਤਨ ਕਰਕੇ ਉੱਥੇ ਨਹੀਂ ਪਹੁੰਚ ਸਕਦੇ ਇਸ ਵੇਲੇ, ਭਾਵੇਂ ਤਨ ਕਰਕੇ ਉਸ ਸੇਵਾ ਵਿੱਚ ਨਹੀਂ ਹਿੱਸਾ ਲੈ ਸਕਦੇ, ਲੇਕਿਨ ਆਪਾਂ ਘਰ ਬੈਠਿਆਂ ਹੀ ਇਸ ਸੇਵਾ ਵਿੱਚ ਵੀ ਆਪਣਾ ਦਸਵੰਧ ਪਾ ਸਕਦੇ ਹਾਂ ਧਨ ਕਰਕੇ। ਕਿਉਂਕਿ ਭਾਵੇਂ ਸਾਰੀ ਦੁਨੀਆ ਖੜ ਗਈ, ਲੇਕਿਨ ਤਖਤ ਸਾਹਿਬ ਤੇ ਜਾਂ ਜਿੱਥੇ ਵੀ ਆਪਣੇ ਗੁਰਦੁਆਰੇ ਸਾਹਿਬਾਨ ਹਨ, ਜਿਸ ਤਰ੍ਹਾਂ ਵੀ ਮਰਿਆਦਾ ਹੈ ਉਸੇ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਸੇਵਾਦਾਰਾਂ ਨੇ ਆਪਣੀ ਸੇਵਾ ਨਿਭਾਈ ਹੈ। ਤਖਤ ਸਾਹਿਬ ਤੇ ਵੀ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਸਵੇਰ ਤੇ ਸ਼ਾਮ ਨੂੰ ਜੋ ਉੱਥੇ ਦੇ ਰੋਜ਼ਾਨਾ ਪ੍ਰੋਗਰਾਮ ਹੋਇਆ ਕਰਦੇ ਨੇ, ਸਮਾਗਮ ਹੋਇਆ ਕਰਦੇ ਨੇ ਕਿ ਕਿਸ ਤਰ੍ਹਾਂ ਮਹਾਰਾਜ ਜੀ ਦੀ ਸੇਵਾ ਕੀਤੀ ਜਾਂਦੀ ਹੈ। ਸੋ ਜਿੱਥੇ ਕਹਿੰਦੇ ਨੇ ਜਿੱਥੇ ਹਨੇਰਾ ਹੁੰਦਾ ਹੈ ਉੱਥੇ ਕਿਸੇ ਦਿਨ ਸੂਰਜ ਹਮੇਸ਼ਾ ਜ਼ਰੂਰ ਚੜ੍ਹਦਾ ਹੈ। ਸੋ ਭਾਵੇਂ ਇਹ ਬਿਮਾਰੀ ਦੁਨੀਆ ਤੇ ਆਈ ਹੈ, ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਕਿਰਪਾ ਕਰਨ, ਇਸ ਬਿਮਾਰੀ ਤੋਂ ਛੁਟਕਾਰਾ ਬਖਸ਼ਿਸ਼ ਕਰਨ, ਤਾਂ ਕਿ ਜਿੰਨੇ ਵੀ ਜੀਵ ਹਨ, ਜਿੰਨੇ ਵੀ ਦੁਨੀਆ ਭਰ ਦੇ ਵਿੱਚ ਇਸ ਵੇਲੇ ਇਸ ਬਿਮਾਰੀ ਦੇ ਕਾਰਨ ਸਫ਼ਰ ਕਰ ਰਹੇ ਨੇ, ਸਤਿਗੁਰੂ ਜੀ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ, ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ। ਜਿਹੜੀਆਂ ਵੀ ਭੁੱਲਾਂ ਗਲਤੀਆਂ ਸਾਡੇ ਸੰਸਾਰਕ ਜੀਵਾਂ ਤੋਂ ਹੋਈਆਂ ਨੇ ਉਹਨਾਂ ਤੇ ਸਤਿਗੁਰੂ ਜੀ ਸਾਡੇ ਸਾਰਿਆਂ ਤੇ ਰਹਿਮਤ ਕਰਨ। ਸੋ ਆਪਾਂ ਨੂੰ ਘਰ ਬੈਠਿਆਂ ਨੂੰ ਹੀ ਜੋ ਤਖਤ ਸਾਹਿਬ ਦੇ ਹਰ ਰੋਜ਼ ਆਪਾਂ ਦਰਸ਼ਨ ਦੀਦਾਰੇ ਕਰਦੇ ਹਾਂ, ਇਹ ਵੀ ਤੁਸੀਂ ਵੇਖੋ ਅੱਜ ਸਤਿਗੁਰੂ ਜੀ ਦੀ ਹੀ ਬਖਸ਼ਿਸ਼ ਕਹਿ ਸਕਦੇ ਹਾਂ ਕਿ ਉੱਥੇ ਦਿਨ ਰਾਤ ਫੇਰ ਵੀ ਇਸੇ ਤਰ੍ਹਾਂ ਗਾਈਡਲਾਈਨਸ ਦੇ ਮੁਤਾਬਕ ਜਿਹੜੇ ਸੇਵਾਦਾਰ ਨੇ ਸੇਵਾ ਨਿਭਾ ਰਹੇ ਨੇ। ਸੋ ਤੁਸੀਂ ਵੀ ਆਪਣਾ ਇਸ ਦਸਵੰਧ ਅੱਜ ਖਾਸ ਕਰਕੇ ਜੋ ਲੈਂਟਰ ਦੀ ਸੇਵਾ ਅੱਜ ਆਰੰਭ ਕੀਤੀ ਗਈ ਹੈ ਉਸ ਦੀ ਹੋਰ ਵੀ ਜਾਣਕਾਰੀ ਭਾਈ ਖੁਸ਼ਦੇਵ ਜੀ ਦੇਣਗੇ। ਸੋ ਆਪ ਜੀ ਵਾਸਤੇ ਲਾਈਨਾਂ ਖੁੱਲੀਆਂ ਹੋਈਆਂ ਨੇ 012136911380 ਕਿਉਂਕਿ ਭਾਗਾਂ ਤੋਂ ਬਗੈਰ ਆਪਾਂ ਨੂੰ ਸਮਾਂ ਨਹੀਂ ਮਿਲਿਆ ਕਰਦਾ। ਭਾਵੇਂ ਠੀਕ ਹੈ ਦੁਨੀਆ ਖੜ ਗਈ, ਬਿਮਾਰੀ ਵੀ ਆ ਗਈ, ਹੋਰ ਵੀ ਬਹੁਤ ਸਾਰਾ ਕੁਝ ਇਸ ਸਮੇਂ ਦੇ ਦੌਰਾਨ ਹੋਇਆ ਹੈ, ਲੇਕਿਨ ਫਿਰ ਵੀ ਆਪਾਂ ਢੇਰੀ ਨਹੀਂ ਆਪਣੀ ਜੋ ਸੋਚ ਹੈ। ਮਹਾਰਾਜ ਜੀ ਨੇ ਤਾਂ ਆਪਾਂ ਨੂੰ ਹਮੇਸ਼ਾ ਇਹੀ ਕਿਹਾ ਹੈ ਕਿ ਆਪਾਂ ਹਮੇਸ਼ਾ ਚੜ੍ਹਦੀਆਂ ਕਲਾ ਦੇ ਵਿੱਚ ਰਹਿਣਾ ਹੈ, ਗੁਰੂ ਮਹਾਰਾਜ ਜੀ ਦੇ ਭਾਣੇ ਦੇ ਵਿੱਚ, ਅਕਾਲ ਪੁਰਖ ਦੇ ਭਾਣੇ ਦੇ ਵਿੱਚ ਰਹਿਣਾ ਹੈ। ਸੋ ਭਾਵੇਂ ਬਿਮਾਰੀ ਹੈ ਇਸ ਵੇਲੇ ਸੰਸਾਰ ਭਰ ਦੇ ਵਿੱਚ, ਲੇਕਿਨ ਫਿਰ ਵੀ ਆਪਾਂ ਜਿਹੜੀਆਂ ਸੇਵਾਵਾਂ ਨਿਰੰਤਰ ਚੱਲ ਰਹੀਆਂ ਨੇ ਉਸ ਵਿੱਚ ਆਪਾਂ ਵੱਧ ਚੜ੍ਹ ਕੇ ਜ਼ਰੂਰ ਹਿੱਸਾ ਆਪਣਾ ਪਾਉਣਾ ਹੈ, ਤਾਂ ਕਿ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ ਨੇ, ਆਉਣ ਵਾਲੀਆਂ ਫਿਊਚਰ ਜਨਰੇਸ਼ਨਸ ਹਨ, ਉਹਨਾਂ ਨੂੰ ਵੀ ਪਤਾ ਲੱਗ ਸਕੇ, ਉਹਨਾਂ ਨੂੰ ਵੀ ਉਹ ਖੁਸ਼ਬੂ ਆ ਸਕੇ ਕਿ ਜੋ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਮਰਦ ਅਗੰਮੜੇ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਸਨ, ਉਹਨਾਂ ਉਪਦੇਸ਼ਾਂ ਤੇ ਆਪਾਂ ਪਹਿਰਾ ਦੇਣਾ ਹੈ, ਆਪਾਂ ਕਮਾਉਣਾ ਹੈ, ਆਪਣੇ ਜੀਵਨ ਵਿੱਚ ਢਾਲਣਾ ਹੈ। ਔਰ ਫਿਰ ਜਦੋਂ ਅਸੀਂ ਆਪ ਢਾਲਾਂਗੇ ਫਿਰ ਆਪਾਂ ਆਪਣੇ ਬੱਚਿਆਂ ਵਾਸਤੇ ਵੀ ਇੱਕ ਕਿਸਮ ਦੇ ਰੋਲ ਮਾਡਲ ਬਣ ਜਾਵਾਂਗੇ। ਸੋ ਲਾਈਨਾਂ ਆਪ ਜੀ ਵਾਸਤੇ ਖੁੱਲੀਆਂ ਨੇ, ਜਿਨ੍ਹਾਂ ਨੇ ਵੀ ਇਸ ਮਹਾਨ ਕਾਰ ਸੇਵਾ ਵਿੱਚ ਆਪਣਾ ਦਸਵੰਧ ਪਾਉਣਾ ਹੋਵੇ 012136911380 ਜੀ। ਭਾਈ ਖੁਸ਼ਦੇਵ ਸਿੰਘ ਜੀ ਵੇਖੋ, ਭਾਵੇਂ ਆਪਾਂ ਇੰਗਲੈਂਡ ਵਿੱਚ ਬੈਠੇ ਹਾਂ ਜੀ, ਮਾਰਚ ਤੋਂ ਲੈ ਕੇ ਜਿੰਨੇ ਵੀ 3 ਮਹੀਨੇ ਲੋਕਡਾਊਨ ਦੇ ਵਿੱਚ ਆਪਾਂ ਰਹੇ ਹਾਂ, ਹਰ ਇੱਕ ਨੂੰ ਪਤਾ ਕਿ ਕਿਸ ਤਰ੍ਹਾਂ ਆਪਾਂ ਲੋਕਡਾਊਨ ਦੇ ਵਿੱਚ ਰਹੇ ਹਾਂ, ਕਿਸ ਤਰ੍ਹਾਂ ਦੇ ਹਾਲਾਤ ਸਨ। ਲੇਕਿਨ ਫਿਰ ਵੀ ਇੰਡੀਆ ਦੇ ਵਿੱਚ ਭਾਵੇਂ ਇਸ ਵੇਲੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉੱਥੇ ਇਨਫੈਕਸ਼ਨ ਰੇਟ ਬਹੁਤ ਜ਼ਿਆਦਾ ਵੱਧ ਰਹੀ ਹੈ, ਲੇਕਿਨ ਫਿਰ ਵੀ ਸਤਿਗੁਰੂ ਜੀ ਨੇ ਜਿਸ ਨੂੰ ਰੱਖਣਾ ਹੈ, ਜਿਸ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਲੈਣੀ ਹੈ। ਇਹਨਾਂ ਮੁਲਕਾਂ ਵਿੱਚ ਵੀ ਜਿਹੜੇ ਲੰਗਰ ਦੀ ਸੇਵਾ ਭਾਵੇਂ ਆਪਣੀ ਜਾਨ ਦੀ ਪਰਵਾਹ ਨਹੀਂ ਸੀ ਕਰਦੇ, ਲੇਕਿਨ ਫਿਰ ਵੀ ਗਾਈਡਲਾਈਨਸ ਦੇ ਮੁਤਾਬਕ ਰਹਿੰਦਿਆਂ ਹੋਇਆਂ ਸੇਵਾਵਾਂ ਨਿਭਾਈਆਂ ਨੇ। ਇੱਥੇ ਵੀ ਤਖਤ ਸਾਹਿਬ ਤੇ ਸੇਵਾ ਨਿਭਾ ਰਹੇ ਨੇ ਤੇ ਅੱਜ ਵੀ ਜੋ ਲੈਂਟਰ ਦੀ ਸੇਵਾ ਖਾਸ ਕਰਕੇ ਆਰੰਭ ਕੀਤੀ ਗਈ ਹੈ, ਇਹ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੀਆਂ ਨਿਸ਼ਾਨੀਆਂ ਨੇ। ਕਿਉਂਕਿ ਮਹਾਂਪੁਰਸ਼ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦਰਸਾ ਰਿਹਾ ਸੀ ਕਿ ਮਹਾਂਪੁਰਸ਼ਾਂ ਦਾ ਹੀ ਇਹ ਬਚਨ ਸੀ ਕਿ ਜਦੋਂ ਵੀ ਕਿਤੇ ਰਾਤ ਪੈਂਦੀ ਉੱਥੇ ਸਵੇਰਾ ਜ਼ਰੂਰ ਕਿਸੇ ਸਮੇਂ ਮੁੜ ਕੇ ਫੇਰ ਸੂਰਜ ਚੜ੍ਹਦਾ ਹੈ। ਸੋ ਆਪਾਂ ਨੂੰ ਜਿਹੜੀ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਜਿਹੜੀ ਸਪਿਰਿਟ ਹੈ ਉਹ ਰੱਖਣੀ ਚਾਹੀਦੀ ਹੈ। ਸੋ ਇਹ ਜਿਹੜੀ ਤਖਤ ਸਾਹਿਬ ਦੀ ਇਮਾਰਤ ਬਣ ਰਹੀ ਹੈ, ਦੀਵਾਨ ਹਾਲ ਬਣ ਰਹੇ ਨੇ, ਇਹ ਵੀ ਆਉਣ ਵਾਲੇ ਸਮਿਆਂ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਨ ਆਪਾਂ ਉੱਥੇ ਬੈਠ ਸਕੀਏ ਕਿਸੇ ਸਮੇਂ। ਇਸੇ ਤਰ੍ਹਾਂ ਜੋ ਮਹਾਰਾਜ ਜੀ ਦਾ ਗੁਰਪੁਰਬ ਆਉਣਾ ਹੈ, ਸਤਿਗੁਰੂ ਜੀ ਰਹਿਮਤ ਕਰ ਹਰ ਇੱਕ ਤੇ ਕਿ ਅਸੀਂ ਵੀ ਉੱਥੇ ਬੈਠ ਕੇ ਉਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਸਕੀਏ। ਜੀ ਭਾਈ ਖੁਸ਼ਦੇਵ ਸਿੰਘ। देखो फलीप जी के मेरा ख्याल कोई भी ऐसा शख्स होएगा कि जिन्हें पिछले 3 महीने घर बैठ के अंदर झाती नहीं मारी होगी। जी जी। क्योंकि मालिक की ऐसी खेल, मालिक की ऐसी रज़ा हुई है कि मालिक ने आप सारिਆਂ ਨੂੰ जिन्नी का आप अपनी सोच है कि सुप्रीम पावर कौन है, मालिक ने सब ਨੂੰ दिखा ਦਿੱਤਾ। जी जी। क्योंकि बंदे दे प्लान, बंदे ਦੀਆਂ ਸਕੀਮਾਂ, ਵੱਡੇ ਵੱਡੇ
ਗੁਣੀ ਗਿਆਨੀ ਜਿਹੜੇ ਆਪਾਂ ਨੂੰ ਕਹਿੰਦੇ ਕਹਾਉਂਦੇ ਸਨ ਬੜੇ ਲਾਇਕ, ਉਹ ਵੀ ਜ਼ੀਰੋ ਹੋ ਗਏ। ਜੀ ਜੀ ਇੱਕ ਐਸੀ ਖੇਲ, ਐਸੀ ਮਾਲਕ ਦੀ ਖੇਲ। ਪਰ ਦੂਜੇ ਪਾਸੇ ਆਪਾਂ ਜਦੋਂ ਸੇਵਾ ਦੀ ਗੱਲ ਕਰਦੇ ਆਪਾਂ ਸੇਵਾ ਵੱਲ ਦੇਖਦੇ ਹਾਂ ਕਿ ਦੇਖੋ ਮਾਲਕ ਦੀ ਖੇਲ ਕਿ ਜਿੱਥੇ ਗੌਰਮੈਂਟ ਦੀ ਗਾਈਡਲਾਈਨਸ ਆ ਕਿ ਸਭ ਕੁਝ ਬੰਦ ਹੈ, ਕਰਫਿਊ ਇੰਡੀਆ 'ਚ ਕਰਫਿਊ ਲੱਗ ਜਾਂਦਾ, ਤੁਸੀਂ ਬਾਹਰ ਨਹੀਂ ਜਾ ਜੀ ਸਕਦੇ ਜੀ ਕਿਉਂਕਿ ਔਨ ਸਾਈਟ ਨੇ ਤੁਸੀਂ ਸੇਵ ਕੰਮ ਕਰ ਸਕਦੇ ਹੋ। ਜੀ ਜੀ ਫਿਰ ਆਪਾਂ ਝਾਤੀ ਮਾਰੀਏ ਕਿ ਮਾਲਕ ਦੀ ਕਿੱਡੀ ਬਖਸ਼ਿਸ਼ ਹੈ ਕਿ ਰॉ ਮਟੀਰੀਅਲ ਦੀ ਗੱਲ ਕਰ ਲੈਂਦੇ ਜੀ ਇਕੱਲੀ। ਚਲੋ ਆਪਣੇ ਕੋਲ ਸੇਵਾਦਾਰ ਹੈਗੇ ਨੇ, ਸਟਾਫ ਹੈਗਾ ਆ, ਜੀ ਉਹਨਾਂ ਕੋਲ ਸਮਾਨ ਹੋਊਗਾ ਤਾਂ ਹੀ ਕੰਮ ਬਣੂਗਾ ਨਾ। ਜੀ ਜੀ ਮਾਲਕ ਦੀ ਕਿਰਪਾ ਨਾਲ ਇਹ ਸਲੈਬ ਤੱਕ ਦਾ ਸਮਾਨ ਸਾਰਾ ਉੱਥੇ ਆਇਆ ਪਿਆ ਹੈ। ਜੀ ਜੀ ਤੇ ਫਲੀਪ ਜੀ ਜਦੋਂ ਆਪ ਜੀ ਝਾਤੀ ਮਾਰਦੇ ਹੋ ਰਿੰਗ ਬੀਮ ਜੋ ਪੈਣਾ ਹੈ ਜਿਹਦੇ ਤੇ, ਉਹ ਜਿਹੜੀ ਉਹਦੀ ਰਿੰਗ ਬੀਮ ਦਾ ਸਲੈਬ ਦੇ ਵਿੱਚ, ਇੱਕ ਸਲੈਬ ਦੇ ਵਿੱਚ 500 ਬੋਰੀ ਸੀਮੈਂਟ ਦੀ ਲੱਗਦੀ ਇਕੱਲੀ। ਹਾਂ ਸਾਈਜ਼ ਤੁਸੀਂ ਦੇਖ ਲਓ ਕਿ ਉਹ ਕਿੱਡਾ ਵੱਡਾ ਜੀ ਜੀ ਇੱਕ ਸਟਰਕਚਰ ਹੈ ਜਿਹਦੇ ਉੱਤੇ ਉਹ ਪੂਰੀ ਡੋਮ ਰੂਫ ਖੜਨੀ ਹੈ। ਜੀ ਜੀ ਤੇ ਇਹ ਸਾਰਾ ਕੁਝ ਆਪਣੇ ਕੋਲੇ ਉੱਥੇ ਤਖਤ ਸਾਹਿਬ ਤੇ ਪਿਆ ਹੈ ਇੱਕ। ਤੇ ਇਹ ਕਿਉਂਕਿ ਐਡੀ ਵੱਡੀ ਹੈ, ਕਿਉਂਕਿ ਆਪਾਂ ਭੁੱਲੀਏ ਨਾ ਆਪਾਂ ਬਿਹਾਰ ਵਿੱਚ ਹਾਂ ਜੀ ਜੀ ਤੇ ਪੰਜਾਬ ਵਿੱਚ ਨਹੀਂ ਕਿ ਜਿਸ ਤਰ੍ਹਾਂ ਜਦੋਂ ਕਾਰ ਸੇਵਾ ਦੇ ਕੋਈ ਵੀ ਕਾਰਜ ਹੁੰਦੇ ਨੇ, ਲੈਂਟਰ ਪੈਂਦੇ ਨੇ ਤੇ ਹਜ਼ਾਰਾਂ ਦੀ ਸੰਗਤਾਂ ਆ ਜਾਂਦੀਆਂ ਤੇ ਆਪਾਂ ਆਪਣੀ ਕੜਾਈ ਚੱਕ ਕੇ ਸੇਵਾ ਨਿਭਾਉਂਦੇ ਨੇ। ਇੱਥੇ ਆਪਾਂ ਬਹੁਤ ਘੱਟ, ਪਰ ਫਿਰ ਵੀ ਦੇਖੋ ਮਾਲਕ ਦੀ ਐਸੀ ਖੇਲ ਹੈ ਜੀ ਜੀ ਕਿ ਕੰਮ ਨਹੀਂ ਖੜ ਰਿਹਾ। ਜੀ ਜੀ ਇੰਦਰਜੀਤ ਸਿੰਘ ਭਾਜੀ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਏਡੀ ਵੱਡੀ ਇਹ ਸਲੈਬ ਹੈ, ਇਹ 3 ਦਿਨ ਦੇ ਲੱਗ ਜਾਣੇ ਨੇ ਜੀ ਜੀ ਪੂਰੀ ਕਰਨ ਨੂੰ, ਜੀ ਜੀ ਕਿਉਂਕਿ ਬਹੁਤ ਵੱਡਾ ਕੰਮ ਹੈ। ਜੀ ਤੇ ਮਾਲਕ ਦੀ ਜਿੱਥੇ ਆਪਾਂ ਜਦੋਂ ਗੱਲ ਕਰਦੇ ਕਿ ਮਾਲਕ ਨੇ ਜਦੋਂ ਚੀਜ਼ ਕੋਈ ਕਰਾਉਣੀ ਕਿਸੇ ਕੋਲੋਂ, ਜੀ ਜੀ ਤੇ ਜਿਹੜੇ ਕਾਰਜ ਮਾਲਕ ਨੇ ਕਰਨੇ ਨੇ ਉਹ ਕਾਰਜ ਨਹੀਂ ਖੜਨੇ। ਜੀ ਜੀ ਬੰਦਾ ਖੜ ਜੂ, ਜੀ ਜੀ ਜਹਾਜ਼ ਖੜ ਗਏ, ਜੀ ਜੀ ਕੰਟਰੀਆਂ ਖੜ ਗਈਆਂ, ਜੀ ਉਹ ਵੀ ਕੰਟਰੀ ਜਿਹੜੀਆਂ ਕਹਿੰਦੀਆਂ ਕਹਾਉਂਦੀਆਂ, ਜੀ ਜੀ ਜਿਹੜੀਆਂ ਵਰਲਡ ਦੀਆਂ ਰਿਚੈਸਟ ਕੰਟਰੀਜ਼ ਆ, ਆਪਾਂ USA ਨੂੰ ਲੈ ਲਈਏ, UK ਨੂੰ ਲੈ ਲਈਏ, ਇਟਲੀ ਨੂੰ ਲੈ ਲਈਏ, ਜੀ ਜੀ ਗੋਡੇ ਟੇਕ, ਇਟਲੀ ਦੇ ਪ੍ਰਾਈਮ ਮਿਨਿਸਟਰ ਦੇ ਗੋਡੇ ਟੇਕ ਹੋ ਗਏ ਸੀ, ਜੀ। ਰੋ ਨਰ ਕੇ ਭਾਈ ਇਹ ਸਾਡਾ ਹੱਥ ਖੜੇ ਆ। ਬਸ ਜੀ ਜੀ ਫਰਿਆਦ ਕਿੱਥੇ ਕੀਤੀ ਉਹ ਮਾਲਕ ਦੇ, ਜਿਸ ਧਰਮ ਦੇ ਵਿੱਚ ਸਨ, ਹਰ ਇੱਕ ਨੇ ਮਾਲਕ ਦੇ ਆਪਣੇ ਚਰਨਾਂ 'ਚ ਅਰਦਾਸ ਕੀਤੀ ਕਿ ਮਹਾਰਾਜ ਬਖਸ਼ ਦਿਓ। ਜੀ ਜੀ ਤੇ ਮਾਲਕ ਦੀ ਬਖਸ਼ਿਸ਼ ਜਿੱਥੇ ਹੋਣੀ ਵੀ ਆ, ਜੀ। ਆਪਾਂ ਉਹ ਦੇਖਦੇ ਆ, ਵਡਭਾਗੇ ਆ ਜੀ ਜੀ ਕਿ ਆਪਾਂ ਨੂੰ ਮੌਕਾ ਮਿਲਦਾ। ਖਾਸ ਕਰਕੇ ਜਦੋਂ ਆਪਾਂ ਦੇਖਦੇ ਕਿ ਐਸੀ ਮਾਲਕ ਦੀ ਰਜ਼ਾ, ਐਸੀ ਮਾਲਕ ਦੀ ਕਿਰਪਾ ਸਿੱਖਾਂ ਦੇ ਉੱਤੇ, ਜੀ ਕਿ ਜਿੱਥੇ ਆਪ ਜੀ ਨੇ ਜ਼ਿਕਰ ਕੀਤਾ ਸੀ ਕਿ ਸਮੁੱਚੇ ਸੰਸਾਰ ਵਿੱਚ ਇਸ ਵਕਤ ਲੋੜਵੰਦਾਂ ਨੂੰ ਜਿੱਥੇ ਜਿਸ ਚੀਜ਼ ਦੀ ਲੋੜ ਹੈ, ਖਾਣੇ ਪੀਣੇ ਦੀ ਲੋੜ ਹੈ, ਲੰਗਰਾਂ ਦੀ ਲੋੜ ਹੈ, ਜੀ ਉਹ ਸੇਵਾਵਾਂ ਨਿਭਾਉਂਦੇ ਨੇ ਸਾਰੇ। ਉਸ ਦੇ ਨਾਲ ਨਾਲ ਜੀ ਦੇਖ ਲਓ ਕਿ ਕਿੱਡੀਆਂ ਵੱਡੀਆਂ ਸੇਵਾਵਾਂ ਵਿੱਚ ਵੀ ਜੀ ਜੀ ਮਹਾਂਪੁਰਖ ਦੀਆਂ ਵੱਖ-ਵੱਖ ਸੰਸਥਾਵਾਂ, ਜੀ ਜੀ ਇੱਕ ਨਹੀਂ ਇਕੱਲੀ, ਵੱਖ-ਵੱਖ ਡਿਊਟੀਆਂ ਲੱਗੀਆਂ ਨੇ, ਉਹ ਨਿਭਾਈ ਤੁਰੀ ਜਾ ਰਹੇ ਨੇ। ਜੀ ਜੀ ਨਾ ਉੱਥੇ ਕੋਈ ਪੈਸੇ ਦੀ ਤੋਟ ਹੈ ਜੀ। ਜੀ ਹਾਂ, ਸੰਗਤ ਸੇਵਾ ਪਾਉਣ ਨੂੰ ਉਤਸ਼ਾਹਿਤ ਹੁੰਦੀ ਕਿ ਸਾਡਾ ਹਿੱਸਾ ਪੈ ਜਾਵੇ। ਜੀ ਜੀ ਇਹ ਬਿਨਾਂ ਭਾਗਾ ਤੋਂ ਨਹੀਂ ਪੈਂਦਾ। ਜੀ ਜੀ ਜੇ ਆਪਾਂ ਕਹੀਏ ਫੇਜ਼ 1 ਦੇ ਵਿੱਚ, ਆਪਾਂ ਫੇਜ਼ 1 'ਚ ਤਾਂ ਸੰਗਤ ਹੈ ਪਲੇਟਫਾਰਮ ਤੋਂ ਆਪਾਂ ਕਿਹਾ ਹੀ ਕੁਛ ਨਹੀਂ। ਜੀ 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 ਇਹ ਤਾਂ ਫੇਜ਼ 2 ਦੇ ਵਿੱਚ ਮਾਲਕ ਨੇ ਓਪਰਚੁਨਿਟੀ ਦਿੱਤੀ ਹੈ ਜੀ ਜੀ ਕਿ ਆਪਣੀ ਝੋਲੀ ਵਿੱਚ ਆਪਾਂ ਨੂੰ ਘਰ ਬੈਠਿਆਂ ਨੂੰ ਜੀ ਉਹਨਾਂ ਸਥਾਨਾਂ ਤੇ ਜਿੱਥੇ ਦੇਖੋ ਕਿੱਡੀ ਵੱਡੀ ਮਾਲਕ ਨੇ ਸਾਡੇ ਤੇ ਰਹਿਮਤ ਕੀਤੀ। ਜੀ ਜੀ ਦਸਮ ਪਿਤਾ ਮਹਾਰਾਜ ਦਾ ਉਹ ਪਾਵਨ ਪੁੱਤਰ ਤਖਤ ਜਿੱਥੇ ਮਹਾਰਾਜ ਨੇ ਅਵਤਾਰ ਧਾਰਿਆ, ਜੀ ਜੀ ਤੇ ਉੱਥੇ ਜੋ ਚੀਜ਼ ਅੱਜ ਦੇਖਦੇ ਹਾਂ ਕਿੰਨਾ ਡਿਵੈਲਪਮੈਂਟ ਪਟਨੇ ਦੀ ਹੋ ਗਈ ਹੈ। ਜੀ ਜੀ ਇੱਕ ਮਾਲਕ ਦੀ ਕਿਰਪਾ ਹੈ। 350 ਸਾਲ ਤੇ ਹਲੂਣਾ ਆਉਣਾ ਸੀ, ਜੀ ਜੀ ਜਿਸ ਨੇ ਸਮੁੱਚੇ ਸੰਸਾਰ ਵਿੱਚ ਹਰ ਗੁਰੂ ਨਾਨਕ ਨਾਮ ਲੇਵਾ ਨੂੰ ਮਨ ਵਿੱਚ ਇਹ ਭਾਵਨਾ ਬਣ ਗਈ ਜੀ ਕਿ ਜਦੋਂ ਕਦੀ ਵੀ ਮੌਕਾ ਬਣੇ ਕਿ ਪਟਨਾ ਸਾਹਿਬ ਨਤਮਸਤਕ ਹੋਣ ਜਾਣਾ ਹੀ ਜਾਣਾ ਹੈ। ਜੀ ਜੀ ਸੋ ਇਹ ਮਾਲਕ ਦੀ ਕਿਰਪਾ ਹੈ। ਆਪ ਜੀ ਦੇਖ ਸਕਦੇ ਹੋ, ਆਪਣੀ ਫੁਟੇਜ ਵੀ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਹ ਪ੍ਰੋਜੈਕਟ ਹੈ ਤੇ ਕਿੰਨਾ ਟੈਕਨੀਕਲ ਹੈ। ਜੀ ਜੀ ਕਿਉਂਕਿ ਜੋ ਇਹ ਚੀਜ਼ਾਂ ਬਣਦੀਆਂ ਨੇ 100-200 ਸਾਲ ਇਹਨੂੰ ਹੰਡਾਉਣਾ ਹੈ ਸੰਗਤਾਂ ਨੇ। ਜੀ ਜੀ ਬਿਲ ਸੋ ਉਹ ਜਿਹੜਾ ਲੈਵਲ ਹੈ, ਜਿਸ ਤਰ੍ਹਾਂ ਇੰਦਰਜੀਤ ਭਾਜੀ ਕਹਿ ਰਹੇ ਸਨ ਕਿ 3 ਕਿਸਮ ਦੀਆਂ ਟੀਮਾਂ ਨਾਲ ਜੁੜੀਆਂ ਹੋਈਆਂ ਹਨ। ਜੀ ਇੱਕ ਟੀਮ ਜਿਹੜੀ ਪ੍ਰੈਕਟੀਕਲ ਹੱਥੀਂ ਸੇਵਾ ਕਰਦੀ ਹੈ, ਜੀ ਦੂਜੀ ਟੀਮ ਜਿਹੜੀ ਸਾਰੀ ਟੈਕਨੀਕਲ ਹੈ, ਆਰਕੀਟੈਕਟਸ ਨੇ, ਸਟਰਕਚਰ ਇੰਜੀਨੀਅਰਸ ਉਹ ਨੇ, ਤੇ ਤੀਜੀ ਟੀਮ ਉਹ ਕਹਿ ਰਹੇ ਸੀ ਉਹ ਜਿਹੜੇ ਆਪਣੀ ਸੇਵਾ ਪਾਉਂਦੇ ਨੇ। ਜੀ ਜੀ ਦੇਖੋ ਮਾਲਕ ਨੇ ਕਿਸ ਤਰ੍ਹਾਂ ਕਿਸ ਐਂਗਲ ਤੋਂ ਹਰ ਇੱਕ ਕੋ ਸੇਵਾ ਲੈਣੀ ਹੈ। ਜੀ ਜੀ ਤੇ ਵਡਭਾਗੇ ਆ, ਮੇਰੇ ਕੋਲ ਥੋੜ੍ਹੇ ਜਿਹੇ ਨਾਮ ਵੀ ਪੜ੍ਹ ਦਈਏ ਆਪ ਜੀ 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 ਕਿ ਜਿਨ੍ਹਾਂ ਨੇ ਹਿੱਸਾ ਪਾਇਆ ਹੈ। ਜੀ ਜੀ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਬੀਬੀ ਜਗੀਰ ਕੌਰ ਜੀ ਕੋਵੈਂਟਰੀ ਤੋਂ, ਜਿਨ੍ਹਾਂ ਨੇ 200 ਪਾਉਂਡ ਸੇਵਾ ਇਸ ਕਾਰ ਸੇਵਾ ਵਾਸਤੇ ਭੇਜੀ ਹੈ।
ਸ਼ਕੀਲਾ ਹੌਂਸਲੋ ਤੋਂ ਇਹਨਾਂ ਨੇ 101 ਪਾਉਂਡ ਭੇਜੇ ਨੇ। ਮਿਸਿਸ ਕੇ ਅਹੀਰ ਸਾਊਥਹਾਲ ਤੋਂ 50 ਪਾਉਂਡ। ਮਿਸਿਸ ਰਜਿੰਦਰ ਕੌਰ ਗਰਚਾ ਬੈਡਫੋਰਡ ਤੋਂ 100 ਪਾਉਂਡ। ਜੋਗਿੰਦਰ ਸਿੰਘ ਥੈਥੀ ਸਟਨ ਕੋਲਫੀਲਡ ਤੋਂ 51 ਪਾਉਂਡ। ਡਾਕਟਰ ਹਰਜਾਪ ਸਿੰਘ ਬ੍ਰੈਡਫੋਰਡ ਤੋਂ 100 ਪਾਉਂਡ। ਸ਼ਿਕਿੰਦਰ ਕੌਰ ਲੇਟਨ ਤੋਂ ਲੰਡਨ ਤੋਂ 25 ਪਾਉਂਡ। ਸਰਬਜੀਤ ਹੇਰ ਡਰਬੀ ਤੋਂ 20 ਪਾਉਂਡ। ਗੁਰਦੇਵ ਸਿੰਘ ਕੈਟਰਿੰਗ ਤੋਂ 20 ਪਾਉਂਡ। ਜਤਿੰਦਰ ਕੌਰ ਗ੍ਰੇਵਜ਼ਹੰਟ ਤੋਂ 100 ਪਾਉਂਡ। ਸਤਨਾਮ ਸਿੰਘ ਹੰਸਪਾਲ ਇਲਫਰਡ ਤੋਂ 101 ਪਾਉਂਡ। ਸੁਰਿੰਦਰ ਕੌਰ ਵੁਲਵਰਹੈਂਪਟਨ ਤੋਂ 50 ਪਾਉਂਡ। ਦਲਵੀਰ ਚਾਹਲ ਲਿਵਿੰਗਸਟਨ ਤੋਂ 51 ਪਾਉਂਡ। ਰਵਿੰਦਰਜੀਤ ਸਿੰਘ ਬਰਮਿੰਘਮ ਤੋਂ 51 ਪਾਉਂਡ। SS ਸਿੱਧੂ ਨਿਊਕਾਸਲ ਤੋਂ 50 ਪਾਉਂਡ। ਬੀਬੀ ਅਵਤਾਰ ਕੌਰ ਡਰਬੀ ਤੋਂ 10 ਪਾਉਂਡ। ਸੋ ਜਿਨ੍ਹਾਂ ਨੇ ਵੀ ਇਹ ਸੇਵਾ ਆਪਣੀ ਭੇਜੀ ਹੈ, ਇਸ ਮਹਾਨ ਕਾਰ ਸੇਵਾ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ, ਅਰਦਾਸ ਕਰਦੇ ਹਾਂ ਕਿ ਮਹਾਰਾਜ ਜੀ ਆਪ ਜੀ ਦੇ ਸਾਰੇ ਹੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਤੰਦਰੁਸਤੀ ਦੇ ਅਰੋਗਤਾ ਬਖਸ਼ਿਸ਼ ਕਰਨ। ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ ਹੈ, ਖਜ਼ਾਨੇ ਸਦਾ ਹੀ ਭਰਪੂਰ ਰੱਖਣ, ਸਤਿਗੁਰੂ ਜੀ ਕਿਰਪਾ ਕਰਨ। ਇਸੇ ਤਰ੍ਹਾਂ ਆਪ ਸਭਨਾਂ ਤੋਂ ਆਪਣੇ ਦਰ ਘਰ ਦੀ ਸੇਵਾ ਹਮੇਸ਼ਾ ਲੈਂਦੇ ਰਹਿਣ, ਕਿਉਂਕਿ ਜਦੋਂ ਆਪਾਂ ਹਿਸਟਰੀ ਵੱਲ ਝਾਤੀ ਮਾਰਦੇ ਹਾਂ, ਕਦੇ ਜਦੋਂ ਆਪਾਂ ਮਹਾਰਾਜਾ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਨੇ ਕਈ ਵਾਰੀ ਇਤਿਹਾਸ ਦੇ ਵਿੱਚ ਕਈ ਵਾਰੀ ਆਪਾਂ ਨੂੰ ਕਥਾਵਾਚਕ ਸੁਣਾਇਆ ਕਰਦੇ ਨੇ ਕਿ ਮਹਾਰਾਜ ਜੀ ਦਾ ਉਪਦੇਸ਼ ਸੀ, ਬਚਨ ਸੀ ਕਿ ਜਿਨ੍ਹਾਂ ਨੇ ਵੀ ਸਾਡੀ ਕੋਈ ਨਿਸ਼ਾਨੀ ਬਣਾਈ ਉਹਨਾਂ ਦਾ ਕੱਖ ਨਹੀਂ ਰਹਿਣਾ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਜ਼ਰੂਰ ਕਿਹਾ ਹੋਵੇਗਾ ਕਿ ਮੇਰਾ ਭਾਵੇਂ ਰਵੇ ਕੁਛ ਨਾ ਰਵੇ, ਲੇਕਿਨ ਮੇਰੇ ਗੁਰੂ ਦੀ ਨਿਸ਼ਾਨੀ ਹਮੇਸ਼ਾ ਹੀ ਰਹਿਣੀ ਚਾਹੀਦੀ ਹੈ। ਸੋ ਇਸੇ ਤਰ੍ਹਾਂ ਮਹਾਂਪੁਰਸ਼ ਵੀ ਜਿਹੜੇ ਸਾਡੇ ਦੁਨੀਆ ਵਿੱਚ ਆਉਂਦੇ ਨੇ, ਚਾਹੇ ਆਪਾਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਦੀ ਗੱਲ ਕਰੀਏ, ਜਿਨ੍ਹਾਂ ਦੀ ਬਹੁਤ ਦੂਰ ਅੰਦੇਸ਼ੀ ਦਾ ਸਦਕਾ ਇਹੋ ਜਿਹੀਆਂ ਇਮਾਰਤਾਂ ਤਿਆਰ ਹੋ ਰਹੀਆਂ ਨੇ, ਕਿਉਂਕਿ ਉਹਨਾਂ ਦੀ ਜੋ ਸੋਚ ਹੈ 100 ਸਾਲ ਦੀ ਸੋਚ ਹੈ, ਅਗਲੇ 200 ਸਾਲ ਦੀ ਸੋਚ ਹੈ ਕਿ ਆਪਾਂ ਕਿਸ ਤਰ੍ਹਾਂ ਇਹਨਾਂ ਜਿਹੜੇ ਸਾਡੇ ਧਾਰਮਿਕ ਅਸਥਾਨ ਹਨ ਕਿਸ ਤਰ੍ਹਾਂ ਇਹਨਾਂ ਨੂੰ ਪ੍ਰਜ਼ਰਵ ਵੀ ਕਰਨਾ ਹੈ, ਲੇਕਿਨ ਨਾਲ ਜਿਵੇਂ ਵੀ ਸਮੇਂ ਦੀ ਲੋੜ ਪਵੇ ਤੇ ਉਹਨਾਂ ਨੂੰ ਜਿਵੇਂ ਵੀ ਵਧਾਉਣਾ ਹੈ। ਸੋ ਆਪ ਦੇਖ ਸਕਦੇ ਹੋ ਕਿ ਕਿੱਡੀ ਵੱਡੀ ਸੁੰਦਰ ਇਮਾਰਤ ਇਸ ਵੇਲੇ ਤਿਆਰ ਕੀਤੀ ਜਾ ਰਹੀ ਹੈ, ਉਹ ਵੀ ਆਪ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ, ਕਿਉਂਕਿ ਸਤਿਗੁਰੂ ਜੀ ਦਾ ਹੀ ਫਰਮਾਨ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੋ ਸਤਿਗੁਰੂ ਜੀ ਅਕਾਲ ਪੁਰਖ ਮਹਾਰਾਜ ਜੀ ਆਪ ਸੰਗਤ ਦੇ ਵਿੱਚ ਵਸਦੇ ਨੇ। ਆਪ ਸਮੂਹ ਸਿੱਖ ਸੰਗਤਾਂ ਨੇ ਆਪਣਾ ਪਿਆਰ ਬਖਸ਼ਿਸ਼ ਕੀਤਾ ਹੈ, ਜੋ ਆਪ ਜੀ ਦਸਵੰਧ ਰੂਪ ਦੇ ਵਿੱਚ ਆਪਣਾ ਜੋ ਸੇਵਾ ਹੈ ਭੇਜਦੇ ਹੋ। ਸੋ ਬਹੁਤ ਧੰਨਵਾਦ ਕਰਦੇ ਹਾਂ ਹਰ ਇੱਕ ਦਾ ਜਿਨ੍ਹਾਂ ਨੇ ਵੀ ਆਪਣੀ ਸੇਵਾ ਭੇਜੀ ਹੈ। ਆਪ ਜੀ ਵਾਸਤੇ ਲਾਈਨਾਂ ਖੁੱਲੀਆਂ ਹੋਈਆਂ ਨੇ 0121369138 ਕਿਉਂਕਿ ਇਹ ਜਿਹੜੇ ਸਮੇਂ ਨੇ ਆਪਾਂ ਨੂੰ ਬਾਰ-ਬਾਰ ਨਹੀਂ ਮਿਲਦੇ। ਚਾਹੇ ਫੇਜ਼ 1 ਦੀ ਜਦੋਂ ਗੱਲ ਹੋ ਰਹੀ ਸੀ, 350 ਸਾਲਾਂ ਦੀ ਗੱਲ ਹੋ ਰਹੀ ਸੀ, ਉਸ ਸਮੇਂ ਵੀ ਕਾਰ ਸੇਵਾ ਨਿਭਾਈ ਗਈ। ਹਾਂ ਠੀਕ ਹੈ, ਸੰਗਤ ਟੈਲੀਵਿਜ਼ਨ ਤੇ ਕਦੇ ਮੰਗਿਆ ਨਹੀਂ। ਹੁਣ ਵੀ ਅਸੀਂ ਸਿਰਫ ਸੰਗਤਾਂ ਜਿਹੜੀਆਂ ਕਿ ਬਾਰ-ਬਾਰ ਕਹਿੰਦੀਆਂ ਸਨ ਕਿ ਸਾਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਕਾਰ ਸੇਵਾ ਚੱਲ ਰਹੀ ਹੈ, ਤੇ ਹੁਣ ਉਹਨਾਂ ਨੂੰ ਅਸੀਂ ਦਿਖਾ ਰਹੇ ਹਾਂ ਕਿ ਵਾਕਈ ਕਾਰ ਸੇਵਾ ਚੱਲ ਰਹੀ ਹੈ। ਕਿਉਂਕਿ ਬਹੁਤ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਜਿਹੜੀਆਂ ਰਹਿੰਦੀਆਂ ਨੇ, ਭਾਵੇਂ ਆਪਾਂ ਭਾਰਤ ਤੋਂ ਦੂਰ ਹਾਂ, ਇਹਨਾਂ ਦੇਸ਼ਾਂ ਵਿੱਚ ਬੈਠੇ ਹਾਂ, ਲੇਕਿਨ ਅੱਜ ਕੱਲ੍ਹ ਆਪਣੇ ਕੋਲ ਮੀਡੀਆ ਦਾ ਜੋ ਯੁੱਗ ਆਪਾਂ ਕਹਿੰਦੇ ਹਾਂ, ਮੀਡੀਆ ਦਾ ਸਦਕਾ ਆਪਾਂ ਨੂੰ ਘਰ ਬੈਠਿਆਂ ਨੂੰ ਹੀ ਤਖ਼ਤ ਸਾਹਿਬ ਤੋਂ ਹਰ ਰੋਜ਼ ਆਪਾਂ ਅੰਮ੍ਰਿਤ ਵੇਲੇ ਦਾ ਜੋ ਦੀਵਾਨ ਸਜਦਾ ਹੈ ਉਸ ਦੇ ਦਰਸ਼ਨ ਆਪਾਂ ਕਰਦੇ ਹਾਂ, ਤੇ ਸ਼ਾਮ ਨੂੰ ਜੋ ਰਹਿਰਾ ਸਾਹਿਬ ਜੀ ਦੇ ਪਾਠ ਹਨ ਉਹ ਵੀ ਆਪਾਂ ਘਰ ਬੈਠ ਕੇ ਸਰਵਣ ਕਰਦੇ ਹਾਂ। ਸੋ ਇਹ ਉਹ ਅਸਥਾਨ ਹੈ ਜਿੱਥੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ, ਅੱਜ ਵੀ ਆਪਾਂ ਇਸੇ ਤਰ੍ਹਾਂ ਜਹੋ ਜਲਾਲ ਦੇ ਨਾਲ ਖਾਲਸਾ ਹਰ ਸਾਲ ਮਹਾਰਾਜ ਜੀ ਦਾ ਗੁਰਪੁਰਬ ਮਨਾਉਂਦਾ ਆਇਆ ਹੈ ਅਤੇ ਮਨਾਉਂਦਾ ਰਹੇਗਾ। ਲੇਕਿਨ ਆਪਾਂ ਸਾਰਿਆਂ ਨੇ ਇਹ ਕੋਸ਼ਿਸ਼ ਕਰਨੀ ਹੈ ਕਿ ਆਪਾਂ ਜਿਹੜੀ ਵੀ ਕਾਰ ਸੇਵਾ ਚੱਲ ਰਹੀ ਹੈ, ਜਦੋਂ ਜਿਸ ਤਰ੍ਹਾਂ ਭਾਈ ਖੁਸ਼ਦੇਵ ਸਿੰਘ ਜੀ ਵੀ ਹਮੇਸ਼ਾ ਕਹਿੰਦੇ ਨੇ, ਜਦੋਂ ਗੰਗਾ ਵਗਦੀ ਹੁੰਦੀ ਹੈ ਉਦੋਂ ਹੀ ਆਪਾਂ ਜੇ ਉਸ ਵਿੱਚ ਆਪਣੀ ਸੇਵਾ ਪਾਈਏ ਤੇ ਬੜਾ ਲਾਭਦਾਇਕ ਹੁੰਦਾ ਹੈ, ਕਿਉਂਕਿ ਸੇਵਾ ਉਸ ਸਮੇਂ ਚੱਲਦੀ ਹੁੰਦੀ ਹੈ। ਸੋ ਜਦੋਂ ਇਹ ਸੇਵਾ ਸੰਪੂਰਨ ਹੋ ਗਈ ਫਿਰ ਖਬਰੇ ਕਦੋਂ ਮੁੜ ਕੇ ਭਾਗਾਂ ਵਿੱਚ ਆਉਣੀ ਹੈ ਇਹ ਸੇਵਾ। ਭਾਈ ਖੁਸ਼ਦੇਵ ਸਿੰਘ ਜੀ ਵੇਖੋ, ਬਹੁਤ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਆਪਣੀ ਜੋ ਸੇਵਾ ਹੈ, ਜੋ ਦਸਵੰਧ ਹੈ, ਹਮੇਸ਼ਾ ਭੇਜਦੀ ਹੈ, ਕਰਦੀ ਹੈ, ਹੁਣ ਵੀ ਕਰਦੀਆਂ ਆਉਂਦੀਆਂ ਨੇ। ਤੇ ਲੇਕਿਨ ਅੱਜ ਜੋ ਖਾਸ ਕਰਕੇ ਇਹ ਲੈਂਟਰ ਦੀ ਸੇਵਾ ਆਰੰਭ ਹੋਈ ਹੈ, ਆਪ ਜੀ ਦੱਸ ਰਹੇ ਹੋ ਕਿ ਤਕਰੀਬਨ ਸ਼ਾਇਦ 4 ਦਿਨ ਲੱਗ ਜਾਣਗੇ, ਲੇਕਿਨ ਇਹ ਇੱਕ ਬਹੁਤ ਵੱਡੀ ਸੇਵਾ ਹੈ। ਔਰ ਇਹ ਵੀ ਖਾਸ ਕਰਕੇ ਜਿਹੜਾ ਦੀਵਾਨ ਹਾਰ ਦੇਖੋ, ਇਸ ਦੀ ਜਿਹੜੀ ਬਣਤਰ ਹੈ, ਕਿਸ ਤਰ੍ਹਾਂ ਆਪਾਂ ਜਦੋਂ
ਆਰਕੀਟੈਕਟਸ ਦੇ ਪਿਕਚਰਸ ਦੇਖਦੇ ਸਾਂ ਪ੍ਰੋਗਰਾਮ ਦੇ ਜ਼ਰੀਏ ਕਿ ਕਿਸ ਤਰ੍ਹਾਂ ਇਸ ਦੀ ਸੁੰਦਰਤਾ, ਕਿਸ ਤਰ੍ਹਾਂ ਇਹਨੂੰ ਬਣਾਇਆ ਜਾ ਰਿਹਾ ਹੈ, ਇਸ ਦੀ ਵੀ ਥੋੜ੍ਹੀ ਜਿਹੀ ਸਾਨੂੰ ਬੰਤਰ ਫਿਰ ਦਰਸਾਉਣਾ, ਸਾਂਝੀ ਕਰਨੀ ਕਿ ਕਿਸ ਤਰ੍ਹਾਂ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ, ਕਿਸ ਤਰ੍ਹਾਂ ਦੀ ਇਹ ਬਿਲਡਿੰਗ ਹੈ। ਜੀ ਅਸੀਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਆਪਣੇ ਕੋਲੇ ਭਾਈ ਇੰਦਰਜੀਤ ਸਿੰਘ ਯੂਨੀ ਪਟਨੇ ਤੋਂ ਆਪਾਂ ਨੂੰ 11-12 ਮਿੰਟ ਦੀ ਪੂਰੀ ਅਪਡੇਟ ਦਿੱਤੀ ਸੀ ਜੋ ਇਸ ਵੇਲੇ ਜਿਸ ਲੈਂਟਰ ਤੇ ਆਪਾਂ ਹੈਗੇ ਨੇ। ਜੀ ਜੀ। ਤੇ ਮੇਰੇ ਖਿਆਲ ਆਪਾਂ ਸੰਗਤਾਂ ਨੂੰ ਉਹਦੀ ਸਾਂਝ ਪਾਈ ਕਿ ਲੋਕਾਂ ਨੂੰ ਇਨ ਡੈਪਥ ਵਿੱਚ ਪਤਾ ਲੱਗ ਜਾਏਗਾ ਸਾਰੀ ਸੰਗਤ ਨੂੰ ਜੀ ਜੀ ਕਿ ਇਹਦੀ ਟੈਕਨੀਕੈਲਿਟੀ ਤੇ ਜਿਸ ਲੈਵਲ ਤੇ ਇਸ ਵੇਲੇ ਕੰਮ ਖੜਾ ਹੈ ਤੇ ਹੁਣ ਜਿੱਥੇ ਸਲੈਬ ਪੈ ਰਹੀ ਇਹ ਕਿਸ ਲੈਵਲ ਤੇ ਜਾ ਰਿਹਾ ਹੈ। ਆਓ ਆਪਾਂ ਭਾਈ ਇੰਦਰਜੀਤ ਸਿੰਘ ਦੇ ਪਹਿਲਾਂ ਸਰਵਣ ਕਰ ਲਈ, ਉਹਨਾਂ ਨੇ ਕੀ ਵਚਨ ਕੀਤੇ, ਫਿਰ ਆਪਾਂ ਗੱਲਬਾਤ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੀਵੀ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਇਸ ਵਕਤ ਤੱਕ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਜੋ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਕਾਰ ਸੇਵਾ ਚੱਲ ਰਹੀ ਹੈ ਉਸ ਦੇ ਦਰਸ਼ਨ ਕਰ ਰਹੇ ਹੋ। ਇਸ ਵਕਤ ਆਪ ਜੀ ਦੇਖ ਰਹੇ ਹੋ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਸਾਲਸਰਾਏ ਜੌਹਰੀ ਦੀਵਾਨ ਹਾਲ ਜੋ ਕਿ ਉਸਾਰੀ ਅਧੀਨ ਹੈ, ਉਸ ਦੀ ਕਾਰ ਸੇਵਾ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ ਲੋਕਡਾਊਨ ਹੋਣ ਦੇ ਬਾਵਜੂਦ ਵੀ ਚੱਲ ਰਹੀ ਹੈ। ਇਹਨਾਂ ਦਿਨਾਂ ਵਿੱਚ ਪਟਨੇ ਦੇ ਵਿੱਚ ਕਾਫੀ ਕਰੋਨਾ ਵਾਇਰਸ ਦੇ ਕੇਸ ਹੋਣ ਕਰਕੇ ਸਾਰਾ ਪਟਨਾ ਲੋਕਡਾਊਨ 'ਚ ਹੈ, ਪਰ ਉਹਨਾਂ ਨੇ ਕੰਸਟਰਕਸ਼ਨ ਸਾਈਟ ਜੋ ਹੈ ਨੇ ਉਹਨੂੰ ਆਗਿਆ ਦਿੱਤੀ ਹੋਈ ਹੈ ਕਿ ਜੋ ਵਰਕਰ ਨੇ, ਸੇਵਾਦਾਰ ਨੇ, ਉਹ ਅੰਦਰ ਰਹਿ ਕੇ ਹੀ ਸੇਵਾ ਕਰ ਸਕਦੇ ਹਨ। ਸੋ ਅਸੀਂ ਜਿਹੜੇ ਨੋਰਮਸ ਆ ਉਹਨਾਂ ਨੂੰ ਫੋਲੋ ਕਰਦੇ ਹੋਏ ਅਤੇ ਵਰਕਰਸ ਨੂੰ ਸੇਵਾ 'ਤੇ ਲਗਾਇਆ ਹੋਇਆ ਹੈ। ਤੋ ਆਪ ਜੀ ਜਿਸ ਤਰ੍ਹਾਂ ਕਿ ਪਿਛਲੇ ਦਿਨ ਹੀ ਦਰਸ਼ਨ ਕੀਤੇ ਸੀ ਕਿ ਅਸੀਂ ਤਕਰੀਬਨ ਇਸ ਹਫ਼ਤੇ ਦੇ ਵਿੱਚ ਇਸ ਸਲੈਬ ਨੂੰ ਕਾਸਟ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਈਵਨ ਅੱਜ ਬੁੱਧਵਾਰ ਨੂੰ। ਅਤੇ ਪਰ ਕਿਉਂਕਿ ਪਿਛਲੇ 3-4 ਦਿਨ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ, ਮੌਨਸੂਨ ਦਾ ਟਾਈਮ ਹੈ ਇੰਡੀਆ ਦੇ ਵਿੱਚ, ਸੋ ਇਸ ਕਰਕੇ ਸਾਨੂੰ ਇਸ ਨੂੰ 2-3 ਦਿਨ ਹੋਰ ਅੱਗੇ ਵਧਾਉਣਾ ਪਿਆ, ਜੋ ਅਸੀਂ ਹੁਣ ਸੰਡੇ ਨੂੰ, ਐਤਵਾਰ ਵਾਲੇ ਦਿਨ, ਇਹ ਬਹੁਤ ਵੱਡਾ ਜੋ ਸਾਡਾ ਸੈਂਟਰ ਏਰੀਆ ਹੈ ਦੀਵਾਨ ਹਾਲ ਦਾ, ਇਹਨੂੰ ਕਾਸਟ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਜੋ ਏਰੀਆ ਹੈ ਇਹਦੇ ਵਿੱਚ ਤਕਰੀਬਨ ਸਾਡਾ ਡੋਮ ਵੀ ਇਸ ਵਿੱਚ ਹੀ ਆਉਂਦਾ ਹੈ ਅਤੇ ਡੋਮ ਦੀ ਬਾਅਦ ਵਿੱਚ ਸ਼ਟਰਿੰਗ ਹੋ ਕੇ ਉਹਨੂੰ ਕਾਸਟ ਕਰਾਂਗੇ। ਉਹਨੂੰ 1.5 ਮਹੀਨਾ 2 ਮਹੀਨੇ ਦਾ ਟਾਈਮ ਲੱਗੇਗਾ, ਪਰ ਜਿਨ੍ਹਾਂ ਬੀਮਸ ਨੇ ਇਸ ਡੋਮ ਨੂੰ ਚੱਕ ਕੇ ਰੱਖਣਾ ਹੈ ਅਤੇ ਉਹ ਬੀਮ ਸਾਰੇ ਜੋ ਕਿ ਕੋਈ 6.5 ਫੁੱਟ ਹਾਈਟ ਜਿਨ੍ਹਾਂ ਦੀ ਬਣਦੀ ਹੈ ਸੈਂਟਰ ਵਾਲੇ ਦੀ, ਅਤੇ ਉਹ ਵੀ ਅਸੀਂ ਸੰਡੇ ਕਾਸਟ ਕਰਾਂਗੇ। ਔਰ ਉਹ ਬੀਮ ਜਿਹੜੇ ਉਹਦੇ ਨਾਲ ਸਪੋਰਟਿੰਗ ਬੀਮ ਨੇ ਉਹ ਕੋਈ 5.5 ਫੁੱਟ ਹਾਈਟ ਦੇ 2 ਫੁੱਟ ਚੌੜੇ ਨੇ, ਉਹਨਾਂ ਨੂੰ ਅਸੀਂ ਵੀ ਇਸ ਵਾਰ ਦਾ ਜਿਹੜਾ ਸਾਡਾ ਸ਼ਡਿਊਲ ਹੈ ਉਹਦੇ ਵਿੱਚ ਕਾਸਟ ਕਰਨ ਜਾ ਰਹੇ ਹਾਂ। ਸੋ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਸਦਕਾ ਇਸ ਗੁਰਪੁਰਬ ਜੋ ਕਿ 13 ਜਨਵਰੀ ਨੂੰ 2021 ਨੂੰ ਆ ਰਿਹਾ ਹੈ, ਉਦੋਂ ਤੱਕ ਦੀਵਾਨ ਹਾਲ ਜਿਹੜਾ ਉਹ ਮੁਕੰਮਲ ਹੋ ਜਾਏਗਾ। ਅਤੇ ਅਸੀਂ ਇਸ ਦੇ ਨਾਲ ਹੀ ਇਨਸਾਈਡ ਦੀਵਾਨ ਹਾਲ ਦਾ ਜੋ ਕੰਮ ਹੈ ਉਹ ਵੀ ਸ਼ੁਰੂ ਕੀਤਾ ਹੋਇਆ ਹੈ, ਅਤੇ ਉਹਦੀ ਤਿਆਰੀ ਜਿਹੜੀ ਹੈ ਆਰਚਾਂ ਬਣਾਉਣ ਦੀ, ਪਲਾਸਟਰਿੰਗ ਦੀ, ਅਤੇ ਉਸ ਦੇ ਨਾਲ ਹੀ POP ਦਾ ਜੋ ਪਲਾਸਟਰ ਆਫ ਪੈਰਿਸ ਦਾ ਕੰਮ ਕੀਤਾ ਜਾਂਦਾ ਹੈ ਉਹ ਵੀ ਸ਼ੁਰੂ ਕਰ ਲਿਆ ਹੈ। ਅਤੇ ਜੋ ਪੱਥਰ ਹੈ ਉਹ ਵੀ ਔਡਰ ਕੀਤਾ ਹੋਇਆ ਮਕਰਾਣੇ ਰਾਜਸਥਾਨ ਦੇ ਵਿੱਚ, ਅਤੇ ਇੱਕ ਜਲੌਰ ਕਰਕੇ ਜਗ੍ਹਾ ਜਿੱਥੋਂ ਗ੍ਰੇਨਾਈਟ ਆਏਗਾ ਉਹ ਵੀ ਫੈਕਟਰੀ ਨੂੰ ਔਡਰ ਕਰ ਦਿੱਤਾ ਹੈ ਕਿ 1.5 ਇੰਚੀ ਮੋਟਾ ਜਿਹੜਾ ਪੱਥਰ ਹੈ ਉਹ ਸਪੈਸ਼ਲ ਕੱਟ ਹੋ ਕੇ ਇਸ ਦੀਵਾਨ ਹਾਲ ਵਾਸਤੇ ਆਏਗਾ। ਸੋ ਅਸੀਂ ਪੂਰੀ ਇਸ ਵਕਤ ਪੂਰੀ ਜੋਸ਼ ਦੇ ਨਾਲ, ਦਮਖਮ ਦੇ ਨਾਲ ਇਸ ਸੇਵਾ ਨੂੰ ਸੰਪੂਰਨ ਕਰਨ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਲੱਗੇ ਹੋਏ ਹਾਂ। ਸੋ ਉਮੀਦ ਹੈ ਕਿ ਬਈ ਮਹਾਰਾਜ ਸਾਡੇ 'ਤੇ ਬਖਸ਼ਿਸ਼ ਰਹਿਮਤ ਸਿੱਖ ਸੰਗਤ 'ਤੇ ਕਰਨਗੇ ਕਿ ਸਾਨੂੰ ਇਹ ਸਾਲਸਰਾਏ ਜੌਹਰੀ ਦੀਵਾਨ ਹਾਲ ਜਿਹੜਾ ਹੈ ਉਹ ਇਸ ਸਾਲ ਮੁਕੰਮਲ ਹੋ ਕੇ ਅਤੇ ਸੰਗਤਾਂ ਜਿਸ ਵਿੱਚ ਬੈਠ ਕੇ ਗੁਰੂ ਜਸ ਕਰਿਆ ਕਰਨਗੀਆਂ ਅਤੇ ਉਹਦੀ ਸੰਪੂਰਨਤਾ ਹੋ ਜਾਏਗੀ। ਇਸ ਦੇ ਨਾਲ ਹੀ ਆਪ ਜੀ ਪਿਛਲੇ ਪਾਸੇ ਇਹਦੇ ਇੱਕ 3 ਸਟੋਰੀ ਹੋਰ ਬਿਲਡਿੰਗ ਵੀ ਬਣਾਈ ਜਾ ਰਹੀ ਹੈ, ਜਿਸ ਵਿੱਚ ਗਰਾਊਂਡ ਫਲੋਰ ਐਂਡ ਫਸਟ ਫਲੋਰ ਜੋ ਹੈ ਉਹ ਮਿਊਜ਼ੀਅਮ ਹੋਏਗਾ, ਅਤੇ ਉਸ ਦੇ ਉੱਪਰ ਇੱਕ ਫਲੋਰ ਜਿਹੜਾ ਹੈ
ਉਹਦੇ ਵਿੱਚ ਜਿਨ੍ਹਾਂ ਸੰਗਤਾਂ ਨੇ ਅਖੰਡ ਪਾਠ ਸਾਹਿਬ ਕਰਾਉਣੇ ਹੋਣਗੇ ਉਹ ਅਖੰਡ ਪਾਠ ਸਾਹਿਬ ਹੋਇਆ ਕਰਨਗੇ। ਤੇ ਇਹ ਸਾਰੇ ਏਰੀਏ ਦੇ ਦੀਵਾਨ ਹਾਲ ਔਰ ਉਹ ਮਿਊਜ਼ੀਅਮ ਦੇ ਸਾਹਮਣੇ ਦਾ ਜੋ ਪੂਰਾ ਵਿਹੜਾ ਜੋ ਕੋਰਟ ਯਾਰਡ ਹੋਏਗਾ ਉਹ ਕੋਈ 100 ਫੁੱਟ ਬਾਈ 150 ਫੁੱਟ ਦਾ ਏਰੀਆ ਉਹ ਰਹੇਗਾ, ਜਿਸ ਵਿੱਚ ਕਿ ਅਸੀਂ ਸੰਗਤਾਂ ਜਿਹੜੀਆਂ ਉਹ ਵੇਟ ਕਰ ਸਕਦੀਆਂ ਦੀਵਾਨ ਨਾਲ ਆਉਣ ਵਾਸਤੇ, ਉੱਥੇ ਬੈਠ ਕੇ ਉੱਥੇ ਗੁਰੂ ਜਾਂ ਸਰਵਣ ਕਰ ਸਕਦੀਆਂ ਹਨ। ਅਤੇ ਕਿਉਂਕਿ ਗੁਰਦੁਆਰਾ ਸਾਹਿਬ ਜੋ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ, ਜਿੱਥੇ ਦਸਮ ਪਿਤਾ ਮਹਾਰਾਜ ਦਾ ਜਨਮ ਹੋਇਆ, ਉਹਦਾ ਅਤੇ ਦੀਵਾਨ ਹਾਲ ਦਾ 150 ਫੁੱਟ ਦਾ ਹੀ ਫਰਕ ਹੈ। ਅਤੇ ਫਰੰਟ ਸਾਈਡ 'ਤੇ ਜੋ ਸਾਰੇ ਕਮਰੇ ਆਫਿਸਿਸ ਸਾਰਾ ਕੁਛ ਪਹਿਲਾਂ ਫੇਜ਼ 1 'ਚ ਬਣਿਆ ਹੈ, ਅਤੇ ਫੇਜ਼ 2 ਦੇ ਵਿੱਚ ਇਹ ਦੀਵਾਨ ਹਾਲ ਅਤੇ ਇਹਦੇ ਨਾਲ ਮਿਊਜ਼ੀਅਮ ਅਤੇ ਇਹ ਸਾਰੀ ਚੀਜ਼ ਕੰਪਲੀਟ ਹੋ ਜਾਣੀ ਹੈ। ਅਤੇ ਇਸ ਤੋਂ ਬਾਅਦ ਦੀਵਾਨ ਹਾਲ ਦੇ ਫਿਰ ਨਾਲ ਲੱਗਦਾ ਪੂਰਬ ਦੀ ਦਿਸ਼ਾ ਵੱਲ ਫਿਰ ਇੱਕ 80 ਕਮਰਿਆਂ ਦਾ ਬਲੋਕ 7 ਸਟੋਰੀ ਉਹਦੀ ਕਾਰ ਸੇਵਾ ਜਦੋਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਹੁਕਮ ਕਰਨਗੇ ਤਾਂ ਉਹ ਵੀ ਫਿਰ ਆਰੰਭ ਕਰਤੀ ਜਾਏਗੀ। ਕਿਉਂਕਿ ਉਸ ਜਗ੍ਹਾ 'ਤੇ ਪਹਿਲਾਂ ਇੱਕ ਮਾਰਕੀਟ ਸੀ, ਕੁਝ ਹੋਰ ਜਗ੍ਹਾ ਜਿਹੜੀ ਸੀਗੀ ਉਹ ਓਪਨ ਪਈ ਸੀ, ਕੁਝ ਜਗ੍ਹਾ 'ਤੇ ਕਹਿ ਲਓ ਕਿ ਬਹੁਤ ਸਾਲਾਂ ਤੋਂ ਇੱਕ ਤਰ੍ਹਾਂ ਦਾ ਇਨਕਰੋਚਮੈਂਟ ਸੀ। ਉਹ ਸਾਰਾ ਕੁਛ ਤਖ਼ਤ ਸ੍ਰੀ ਹਰਿਮੰਦਰ ਦੀ ਪ੍ਰਬੰਧਕ ਕਮੇਟੀ ਨੇ ਕਲੀਅਰ ਕਰਵਾ ਲਿਆ ਹੈ, ਜਿਸ ਵਿੱਚ ਸਿਰਫ 4 ਦੁਕਾਨਾਂ ਹੀ ਬਚੀਆਂ ਹਨ। ਉਹ ਵੀ ਕਹਿੰਦੇ ਕਿ ਥੋੜ੍ਹੇ ਦਿਨਾਂ 'ਚ ਕਲੀਅਰ ਹੋ ਜਾਣਗੀਆਂ। ਉਮੀਦ ਆ ਕਿ ਵੀ ਗੁਰਪੁਰਬ ਤੱਕ ਉਹ ਸਾਰਾ ਕਲੀਅਰ ਹੋ ਗਿਆ ਅਤੇ ਅਸੀਂ ਉਹਨੂੰ ਡਿਮੋਲਿਸ਼ ਕਰਕੇ ਕਲੀਅਰ ਵੀ ਨਾਲ ਦੀ ਨਾਲ ਹੀ ਕਰੀ ਜਾ ਰਹੇ ਹਾਂ। ਸੋ ਇਸ ਤਰ੍ਹਾਂ ਕਰਕੇ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਇਹ ਸਾਰਾ ਹੀ ਕਾਰਜ ਜਿਹੜਾ ਆ ਉਹ ਬਹੁਤ ਹੀ ਸੁਚੱਜੇ ਢੰਗ ਨਾਲ ਲੋਕਡਾਊਨ ਹੋਣ ਦੇ ਬਾਵਜੂਦ ਵੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ 2 ਮਹੀਨਿਆਂ ਵਿੱਚ ਅਸੀਂ ਇਹਦਾ ਜੋ 64 ਫੁੱਟ ਦਾ ਡਾਇਆਮੀਟਰ ਦਾ ਡੋਮ ਹੈ, ਸੈਮੀ ਡੋਮ, ਇਹਨੂੰ ਵੀ ਕਾਸਟ ਕਰ ਦੇਵਾਂਗੇ। ਅਤੇ ਇਹਦੇ ਨਾਲ ਹੀ ਜਿਹੜਾ ਅਖੰਡ ਪਾਠਾਂ ਵਾਲੀ ਅਸੀਂ ਆਪ ਜੀ ਨੂੰ ਦੱਸਿਆ ਇੱਕ ਫਲੋਰ ਹੋਏਗਾ, ਅਤੇ ਉਹ ਫਲੋਰ ਨੂੰ ਵੀ ਅਸੀਂ 2 ਮਹੀਨੇ 'ਚ ਕਾਸਟ ਕਰ ਦੇਵਾਂਗੇ। ਸੋ ਸਾਨੂੰ ਉਮੀਦ ਹੈ ਗੁਰੂ ਮਹਾਰਾਜ ਆਪਣੀ ਬਖਸ਼ਿਸ਼ ਕਰਕੇ ਜੇ ਕੋਈ ਅੜਚਨ ਨਾ ਆਵੇ ਤਾਂ ਅਗਲੇ 2-3 ਮਹੀਨਿਆਂ ਵਿੱਚ ਸਾਡਾ ਸਾਰਾ ਸਟਰਕਚਰ ਕੰਪਲੀਟ ਹੋ ਜਾਏਗਾ। ਇਹਦੇ ਨਾਲ ਹੀ ਅਸੀਂ ਸਾਰੀਆਂ ਇਹਦੀਆਂ ਜਿਹੜੀਆਂ ਦੀਵਾਨ ਹਾਲ ਦੀਆਂ ਸਿੱਖ ਆਰਕੀਟੈਕਚਰ ਦੇ ਫੀਚਰਸ ਜਿਹੜੇ ਆ ਉਹਨਾਂ ਨੂੰ ਬਣਾਉਂਦੇ ਹੋਏ ਤਾਂ ਇਹਦਾ ਫਰੰਟ ਐਲੀਵੇਸ਼ਨ, ਇਹ ਸਾਈਡ ਐਲੀਵੇਸ਼ਨ, ਇਹਦਾ ਇੰਟੀਰੀਅਰ ਅਤੇ ਉਹ ਸਾਰੇ ਨੂੰ ਵੀ ਉਮੀਦ ਹੈ ਅਸੀਂ ਜੇ ਗੁਰਪੁਰਬ ਜੋ ਕਿ ਜਨਵਰੀ ਵਿੱਚ ਆ ਰਿਹਾ ਹੈ ਉਸ ਤੋਂ ਪਹਿਲਾਂ ਅਸੀਂ ਕੰਪਲੀਟ ਕਰ ਲਵਾਂਗੇ। ਅਤੇ ਇੱਥੋਂ ਜਦੋਂ ਸਟਰਕਚਰ ਦੀ ਟੀਮ ਸਾਡੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ ਅਤੇ ਫਿਰ ਉਹ ਰਾਜਗੀਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ੀਤਲ ਕੁੰਡ ਗੁਰਦੁਆਰਾ ਸਾਹਿਬ ਹਨ, ਜੋ ਇੱਥੋਂ ਪਟਨੇ ਤੋਂ 100 ਕਿਲੋਮੀਟਰ ਉੱਤੇ ਹੈ, ਅਤੇ ਸੰਗਤਾਂ ਉੱਥੇ ਵੀ ਦਰਸ਼ਨ ਕਰਨ ਬਹੁਤ ਗਿਣਤੀ ਵਿੱਚ ਜਾਂਦੀਆਂ ਨੇ। ਅਤੇ ਉਸ ਦੇ 2 ਫਲੋਰ ਜਿਹੜੇ ਉਹ ਤਿਆਰ ਹੋ ਚੁੱਕੇ ਹਨ, ਬਣ ਚੁੱਕੇ ਨੇ ਸਟਰਕਚਰ, ਜਿਹਦੇ ਵਿੱਚ ਗਰਾਊਂਡ ਫਲੋਰ ਜੋ ਦੀਵਾਨ ਹਾਲ ਵੀ ਹੈ ਅਤੇ ਕਾਰ ਪਾਰਕਿੰਗ ਵੀ ਹੈ ਉਹ ਕੰਪਲੀਟ ਹੋ ਗਿਆ ਸੀ ਪਿਛਲੇ ਸਾਲ ਹੀ। ਅਤੇ ਉੱਪਰ ਫਸਟ ਫਲੋਰ 'ਤੇ ਲੰਗਰ ਹਾਲ ਹੈ, ਉਹਦਾ ਵੀ ਕੰਮ ਚੱਲ ਰਿਹਾ ਹੈ। ਅਤੇ ਉਹਦੇ ਉੱਪਰ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਅਤੇ ਉਹਦੀ ਬਰਾਂਡੇ ਬਣ ਚੁੱਕੇ ਨੇ। ਉਹਦੇ ਉੱਪਰ ਹੁਣ ਗੁਰਦੁਆਰਾ ਸਾਹਿਬ ਦੀ ਉੱਪਰਲੀ ਜਿਹੜੀ ਛੱਤ ਹੋਏਗੀ, ਜੋ ਰੂਫ ਹੋਏਗੀ, ਉਹ ਵੀ ਸਲੋਪਿੰਗ ਰੂਫ ਹੈ, ਬੜਾ ਮਿਹਨਤ ਦਾ ਕੰਮ ਹੈ। ਅਤੇ ਉਹ ਸਾਡੀ ਹੁਣ ਟੀਮ ਇੱਥੋਂ ਫ੍ਰੀ ਹੋ ਕੇ ਸਾਰੀ ਉਹ ਛੱਤ ਬਣਾਉਣ ਜਾਏਗੀ। ਉਹਦੇ ਨਾਲ ਹੀ ਇੱਕ 35 ਕਮਰਿਆਂ ਦਾ ਰੈਜ਼ੀਡੈਂਸ਼ੀਅਲ ਬਲੋਕ ਵੀ ਉਸ ਜਗ੍ਹਾ 'ਤੇ ਬਣੇਗਾ, ਅਤੇ ਉਸ ਦੀ ਵੀ ਨਾਲ ਹੀ ਉਮੀਦ ਆ ਕਿ ਸੇਵਾ ਅਸੀਂ ਸ਼ੁਰੂ ਕਰ ਦੇਵਾਂਗੇ ਤਾਂ ਕਿ ਇਹ ਪੈਰਲਲ ਇਹੋ ਕਾਰ ਸੇਵਾ ਚੱਲ ਕੇ ਅਤੇ ਅਸੀਂ ਬਹੁਤ ਜਲਦੀ ਇਹਨਾਂ ਨੂੰ ਸੰਗਤ ਦੀ ਝੋਲੀ ਵਿੱਚ ਪਾ ਸਕੀਏ। ਸੋ ਆਪ ਜੀ ਦੇਖ ਰਹੇ ਹੋ ਕਿ ਸੇਵਾਦਾਰ ਬੜੇ ਜੋਸ਼ ਦੇ ਨਾਲ ਇਸ ਸੇਵਾ ਨੂੰ ਸਟੀਲ ਬੰਨ੍ਹਣ ਦੀ ਜਿਹੜੀ ਸੇਵਾ ਆ ਉਹ ਕਰ ਰਹੇ ਹਨ। ਇਹ ਬਹੁਤ ਹੀ ਹੈਵੀ ਸਟਰਕਚਰ ਜਿਹੜਾ ਹੈ, ਕਿਉਂਕਿ ਇਹ ਹਾਲ ਦਾ ਜਿਹੜਾ ਸਾਈਜ਼ ਹੈ ਉਹ 141 ਫੁੱਟ ਬਾਈ 110 ਫੁੱਟ ਹੈ। ਸੋ 110 ਫੁੱਟ ਕਾਲਮਲੈਸ ਹਾਲ ਹੋਣ ਕਰਕੇ ਬਹੁਤ ਵੱਡੇ ਸਪੈਨ ਨੇ, ਅਤੇ ਵੱਡੇ ਸਪੈਨ ਹੋਣ ਕਰਕੇ ਬਹੁਤ ਵੱਡੇ ਬੀਮ ਸਟਰਕਚਰ ਇੰਜੀਨੀਅਰ ਨੂੰ ਡਿਜ਼ਾਈਨ ਕਰਨੇ ਪਏ ਨੇ।
ਸੋ ਇਸ ਕਰਕੇ ਸਾਨੂੰ ਇਹਨੂੰ ਬਣਾਉਣ ਵਾਸਤੇ ਬੰਨ੍ਹਣ ਵਾਸਤੇ ਵੀ ਟਾਈਮ ਲੱਗਾ ਔਰ ਹਾਈਟ ਵੀ ਉਹ ਬਹੁਤ ਜ਼ਿਆਦਾ ਹੈ, ਕੋਈ 35 ਫੁੱਟ ਦੇ ਕਰੀਬ ਇਸ ਦੀ ਹਾਈਟ ਹੈ। ਔਰ ਡੋਮ ਜਿਹੜਾ ਸੈਮ ਜਦੋਂ ਕਾਸਟ ਹੋ ਜਾਏਗਾ ਤਾਂ ਉਹਦੀ ਹਾਈਟ 50 ਫੁੱਟ ਹੋ ਜਾਏਗੀ, 15 ਫੁੱਟ ਦਾ ਡੋਮ ਹੋ ਜਾਏਗਾ। ਸੋ ਇਸ ਕਰਕੇ ਇਹ ਸਾਰਾ ਹੀ ਸਾਡੀ ਜਿਹੜੀ ਮਹਾਰਾਜ ਦੀ ਬਖਸ਼ਿਸ਼ ਨਾਲ ਸੇਵਾ ਆ, ਇਹ ਸਾਰੇ ਸੰਸਾਰ ਦੀਆਂ ਸੰਗਤਾਂ, ਖਾਸ ਤੌਰ 'ਤੇ UK ਦੀਆਂ ਸੰਗਤਾਂ, ਯੂਰਪ ਦੀਆਂ ਸੰਗਤਾਂ ਅਤੇ ਹੋਰ ਦੇਸ਼ਾਂ ਦੀਆਂ ਸੰਗਤਾਂ, ਸਾਡੇ ਇੱਥੋਂ ਹਿੰਦੁਸਤਾਨ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰੀ ਕਾਰ ਸੇਵਾ ਜਿਹੜੀ ਹੈ ਉਹ ਚੱਲਦੀ ਪਈ ਹੈ। ਅਤੇ ਲੋਕਡਾਊਨ ਹੋਣ ਦੇ ਬਾਵਜੂਦ ਵੀ ਮਹਾਰਾਜ ਨੇ ਆਪਣੀ ਸੇਵਾ ਨਿਰੰਤਰ ਸਿੱਖ ਸੰਗਤਾਂ ਤੋਂ ਲਈ ਹੈ, ਜਿਸ ਦੇ ਲਈ ਅਸੀਂ ਸਾਰੀਆਂ ਸਿੱਖ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹ ਸੇਵਾ ਜਿਹੜੀ ਹੈ ਉਹਦੇ ਵਿੱਚ ਕੋਈ ਵਿਘਨ ਨਹੀਂ ਪਿਆ। ਨਿਰਵਿਘਨ ਇਹ ਸੇਵਾ ਨਿਰੰਤਰ ਜਿਹੜੀ ਆ ਉਹ ਲੋਕਡਾਊਨ ਹੋਣ ਦੇ ਬਾਵਜੂਦ ਵੀ ਜਾਰੀ ਹੈ। ਸੋ ਅਸੀਂ ਸੰਸਾਰ ਭਰ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਨਮ ਸਥਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸਥਾਨ 'ਤੇ ਜੋ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਵੱਲੋਂ ਦੀਵਾਨ ਹਾਲ ਦੀ ਅਤੇ ਹੋਰ ਜਿਹੜੀ ਸੇਵਾ ਆਰੰਭੀ ਹੋਈ ਆ ਉਸ ਨੂੰ ਸੰਪੂਰਨ ਕਰਾਉਣ ਵਾਸਤੇ ਮਾਇਕ ਤੌਰ 'ਤੇ ਤਨ ਮਨ ਧਨ ਦੇ ਨਾਲ ਸੇਵਾ ਦੇ ਵਿੱਚ ਸੰਗਤਾਂ ਹਿੱਸਾ ਪਾਉਣ। ਅਤੇ ਅਸੀਂ ਵੀ ਇੱਥੋਂ ਸਾਰੀ ਸਿੱਖ ਸੰਗਤ ਜਿਹੜੀ ਸਾਡੀ ਪਟਨਾ ਨਿਵਾਸੀ ਹੈ ਜਾਂ ਪਟਨਾ ਦੀ ਤਖ਼ਤ ਸ੍ਰੀ ਹਰਿਮੰਦਰ ਜੀ ਦੀ ਪ੍ਰਬੰਧਕ ਕਮੇਟੀ ਹੈ, ਉਹ ਸਾਰੇ ਹੀ ਸੰਸਾਰ ਭਰ ਦੀਆਂ ਸੰਗਤਾਂ ਦੇ ਧੰਨਵਾਦੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀਓ, ਆਪ ਜੀ ਨੇ ਭਾਈ ਇੰਦਰਜੀਤ ਸਿੰਘ ਜੀ ਉਹਨਾਂ ਦੀ ਜ਼ਬਾਨੀ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਉੱਥੇ ਇਸ ਵੇਲੇ ਫੇਜ਼ 2 ਦੀ ਸੇਵਾ ਨਿਭਾਈ ਜਾ ਰਹੀ ਹੈ। ਭਾਈ ਖੁਸ਼ਦੇਵ ਸਿੰਘ ਜੀ ਵੇਖੋ ਕਿੱਡਾ ਵੱਡਾ ਪ੍ਰੋਜੈਕਟ ਹੈ, ਆਪ ਜੀ ਦੱਸ ਰਹੇ ਸੀ ਜੀ, ਤੇ ਆਪ ਜੀ ਦੀ ਭਾਈ ਇੰਦਰਜੀਤ ਸਿੰਘ ਜੀ ਦੇ ਨਾਲ ਗੱਲ ਵੀ ਹੋ ਰਹੀ ਸੀ ਕਿ ਕਿੱਡਾ ਵੱਡਾ ਪ੍ਰੋਜੈਕਟ ਹੈ, ਲੇਕਿਨ ਫਿਰ ਵੀ ਮਹਾਰਾਜ ਆਪਣੇ ਸੇਵਕਾਂ ਪਾਸੋਂ ਇਹ ਜਿਹੜੀ ਸੇਵਾ ਹੈ ਦਿਨ ਰਾਤ ਲਈ ਜਾ ਰਹੇ ਨੇ। ਤੇ ਇਸ ਜੋ ਦੀਵਾਨ ਹਾਲ ਦੀ ਸੁੰਦਰਤਾ ਆਪਾਂ ਪਿੱਛੇ ਵੀ ਆਪਾਂ ਜ਼ਿਕਰ ਕਰ ਰਹੇ ਸੀ ਕਿ ਕਿਸ ਤਰ੍ਹਾਂ ਇੱਕ ਸੁੰਦਰ ਜੋ ਬਿਲਡਿੰਗ ਆਪਾਂ ਨੂੰ ਜੋ ਆਰਟਿਸਟ ਦਾ ਜੋ ਅੱਗੇ ਪਿਛਲੇ ਪ੍ਰੋਗਰਾਮ ਵਿੱਚ ਵੀ ਆਪਾਂ ਦਿਖਾਇਆ ਕਿ ਕਿਸ ਤਰ੍ਹਾਂ ਉੱਥੇ ਬਿਲਡਿੰਗ ਤਿਆਰ ਕੀਤੀ ਜਾਣੀ ਹੈ। ਹੁਣ ਵੀ ਆਪਾਂ ਨੂੰ ਭਾਈ ਇੰਦਰਜੀਤ ਸਿੰਘ ਜੀ ਦਰਸਾ ਰਹੇ ਸਨ ਕਿ ਕਿਸ ਤਰ੍ਹਾਂ ਉੱਥੇ, ਜਿਸ ਤਰ੍ਹਾਂ ਆਪ ਜੀ ਵੀ ਜ਼ਿਕਰ ਕਰ ਰਹੇ ਸੀ ਕਿ ਕਿੰਨੀਆਂ ਸੀਮੈਂਟ ਦੀਆਂ ਬੋਰੀਆਂ ਪੈ ਰਹੀਆਂ ਨੇ। ਸੋ ਭਾਵੇਂ ਆਪਾਂ ਨੂੰ ਕਈ ਵਾਰੀ ਸਕਰੀਨ ਦੇ ਵਿੱਚ ਕਈ ਵਾਰੀ ਕਿੱਡਾ ਵੱਡਾ ਪ੍ਰੋਜੈਕਟ ਹੁੰਦਾ ਹੈ, ਕਈ ਵਾਰੀ ਪਤਾ ਨਹੀਂ ਲੱਗਦਾ, ਲੇਕਿਨ ਕਈ ਜਿਹੜੀਆਂ ਸ਼ਾਟਸ ਨੇ ਦੂਰੋਂ ਖਿੱਚੀਆਂ ਹੋਈਆਂ ਉਹ ਤੋਂ ਅੰਦਾਜ਼ਾ ਬੰਦਾ ਲਾ ਸਕਦਾ ਹੈ ਕਿ ਕਿੱਡਾ ਵੱਡਾ ਸਕੂਪ ਹੈ, ਕਿੱਡਾ ਵੱਡਾ ਉਹ ਜਿਹੜਾ ਦੀਵਾਨ ਹਾਲ ਹੈ ਬਣਾਇਆ ਜਾ ਰਿਹਾ। ਸੋ ਇਹ ਵੀ ਸਮੂਹ ਸਿੱਖ ਸੰਗਤਾਂ ਦੇ ਵਾਸਤੇ ਤਾਂ ਕਿ ਜਿਹੜੀਆਂ ਵੀ ਨਤਮਸਤਕ ਹੋਣ ਜਾਣਗੀਆਂ, ਜਿਹੜੀਆਂ ਵੀ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਜਾਣਗੀਆਂ, ਜਿਸ ਤਰ੍ਹਾਂ ਆਪ ਜੀ ਪਹਿਲਾਂ ਕਹਿ ਰਹੇ ਸਨ ਕਿ ਇੱਕ ਪਰਮਨੈਂਟ ਸਟਰਕਚਰ ਦੇ ਵਿੱਚ ਉਸ ਸਮਾਗਮ ਦਾ, ਉਸ ਕੀਰਤਨ ਦਾ ਜੋ ਲਾਹਾ ਹੈ ਖੱਟ ਸਕਣਗੇ। ਸੋ ਇਸੇ ਦੀ ਲੜੀ ਨੂੰ ਅੱਗੇ ਤੋਰਦਿਆਂ ਆਪ ਜੀ ਜ਼ਰੂਰ ਸਾਂਝ ਪਾਓ ਜੀ। ਪ੍ਰਦੀਪ ਜੀ ਸਾਹਿਬ ਜੀ ਜ਼ਿਕਰ ਕਰ ਰਹੇ ਸੀ ਕਿ ਦੇਖੋ ਕਿ ਜੋ ਡਿਵੈਲਪਮੈਂਟਸ ਹੁਣ ਤੱਕ ਹੋਈਆਂ ਨੇ, ਆਪਾਂ ਅੱਗੇ ਜ਼ਿਕਰ ਕੀਤਾ ਸੀ ਕਿ ਇਹ ਦੀਵਾਨ ਤਖ਼ਤ ਸਾਹਿਬ ਦੇ ਪਹਿਲੇ ਪੁਰਾਤਨ ਬਿਲਡਿੰਗ ਵੇਲੇ ਅੱਗੇ ਲੱਗਦਾ ਸੀ ਜੀ। ਹੁਣ ਕਿਉਂਕਿ ਪਿੱਛੋਂ ਬਿਲਡਿੰਗਾਂ ਢਾਤੀਆਂ ਸੀ ਤੇ ਹੁਣ ਫਰੰਟ ਤੇ ਇਹ LED ਵੱਡੀ ਸਕਰੀਨ ਲਾ ਕੇ ਤੇ ਸੰਗਤਾਂ ਮਹਾਰਾਜ ਦੇ, ਕਿਉਂਕਿ ਉਸ ਵਕਤ 1:30 ਵਜੇ ਉੱਥੇ ਸਵੇਰੇ ਭੋਗ ਪੈਂਦੇ ਨੇ ਜੋ ਮਹਾਰਾਜ ਦਾ, ਜਦੋਂ ਮਹਾਰਾਜ ਨੇ ਅਵਤਾਰ ਧਾਰਿਆ ਹੈ ਜੀ 1:30 ਵਜੇ ਸਵੇਰ ਨੂੰ ਪਟਨਾ ਸਾਹਿਬ ਵਿਖੇ ਮਹਾਰਾਜ ਦੇ ਗੁਰਪੁਰਬ ਵਾਲੇ ਦਿਨ ਭੋਗ ਪੈਣੇ ਨੇ ਸਵੇਰ ਨੂੰ ਜੀ। ਤੇ ਸੰਗਤਾਂ ਦਰਬਾਰ ਵਿੱਚ ਤਾਂ ਤੁਹਾਨੂੰ ਜਗ੍ਹਾ ਬੈਠਣ ਨੂੰ ਮਿਲਣੀ ਨਹੀਂ ਕੋਈ ਜੀ। ਫਿਰ ਉਹ ਸਾਰਾ ਜੋ ਫਰੰਟ ਹੈ ਜੀ, ਸੰਗਤਾਂ ਉੱਥੇ ਬੈਠੀਆਂ ਹੁੰਦੀਆਂ ਨੇ। ਇਹ ਪੋਹ ਦਾ ਮਹੀਨਾ ਹੈ, ਦਸੰਬਰ ਦਾ, ਕਿੰਨੀ ਠੰਡ ਹੈ ਜੀ। ਫਿਰ ਉਹਦੇ ਵਿੱਚ ਬਾਲਕੋਨੀਜ਼ ਦੇ ਵਿੱਚ ਸਾਰੇ, ਤੇ ਹੁਣ ਇਹ ਸਟਰਕਚਰ ਹੋਣ ਦੇ ਨਾਲ ਇਨਡੋਰਸ ਵੀ ਜੀ ਸੰਗਤ ਬੈਠ ਕੇ ਭੋਗ ਸਰਵਣ ਕਰ ਸਕਣਗੇ ਜੀ। ਨਾਲੇ ਦੂਜੀ ਚੀਜ਼ ਦੇਖੋ ਕਿ ਮਾਲਕ ਦੀ ਕਿੱਡੀ ਕਿਰਪਾ ਜੀ ਕਿ ਪਰਮਾਨੈਂਟ ਸਟਰਕਚਰ ਹੈ ਜੀ। ਹਾਂਜੀ, ਇਹ ਪਰਮਾਨੈਂਟ ਚੀਜ਼ ਜਿਹੜੀ ਹੈ ਫਲਦੀਪ ਜੀ ਕਿ ਤਖ਼ਤ ਸਾਹਿਬ ਦੇ ਵਾਸਤੇ ਹਮੇਸ਼ਾ ਦੇ ਲਈ ਚੀਜ਼ ਅਵੇਲੇਬਲ ਹੈ ਜੀ। ਜਦੋਂ ਮਰਜ਼ੀ ਪ੍ਰੋਗਰਾਮ ਹੋ ਜਾਣ ਜੀ, ਕੁਛ ਨਵਾਂ ਨਹੀਂ ਕਰਨਾ ਪੈਣਾ। ਸੋ
ਟੈਂਪਰੇਰੀ ਚੀਜ਼ ਤੇ ਕਾਸਟ ਪੈਂਦੀ ਹੈ। ਜੀ ਜੀ ਹੁਣ ਇੱਕ ਵਾਰੀ ਚੀਜ਼ ਬਣ ਜਾਣੀ ਹੈ ਤੇ ਇਹਦੇ ਵਿੱਚ ਸਾਰੇ ਸਮਾਗਮ ਰਚੇ ਜਾਣੇ ਨੇ ਜੀ ਤੇ ਫੈਸਿਲਿਟੀ, ਕਿਉਂਕਿ ਦੇਖੋ ਸੰਗਤਾਂ ਵਾਸਤੇ ਜੀ ਜਿਹੜੀ ਗੁਰੂ ਦੀ ਮਹਾਰਾਜ ਦੀ ਸੰਗਤ ਹੈ, ਜੀ ਜੀ ਮਹਾਰਾਜ ਦੀ ਸੰਗਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਹੈ ਜੀ ਜੀ ਤੇ ਸੰਗਤ ਦੇ ਲਈ ਜੋ ਵੀ ਚੀਜ਼ ਬਣ ਜਾਵੇ ਜੀ ਸੰਗਤ ਦੀ ਸਹੂਲਤ ਵਾਸਤੇ, ਜੀ ਜੀ ਸੰਗਤ ਦੀ ਅੱਜ ਦੇਖੋ ਪਟਨਾ ਸਾਹਿਬ ਕਿਉਂ ਸੰਗਤ ਜਾਂਦੀ ਹੈ, ਜੀ ਕਿਉਂਕਿ ਪਟਨਾ ਸਾਹਿਬ ਫੈਸਿਲਿਟੀ ਅਵੇਲੇਬਲ ਹੋ। ਜੀ 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 ਪਹਿਲੀ ਗੱਲ ਤਾਂ ਆਵਾਜਾਈ ਫਲਾਈਟਾਂ ਤਰ ਜਾਂਦੀਆਂ ਨੇ, ਜੀ ਜੀ ਤਖਤ ਸਾਹਿਬ ਤੇ ਫੈਸਿਲਿਟੀ ਅਵੇਲੇਬਲ, ਤਖਤ ਸਾਹਿਬ ਤੇ 50 ਕਮਰੇ ਹਜੇ ਹੁਣ ਅਵੇਲੇਬਲ ਨੇ। ਜੇ ਤੁਸੀਂ ਤਖਤ ਸਾਹਿਬ ਤੇ ਰਹਿਣਾ ਜੀ 100 ਕਮਰਾ ਫੇਸ 2 ਦੀ ਕਾਰ ਸੇਵਾ ਜਦੋਂ ਸਾਲਸਾ ਜੌਹਰੀ ਦੀਵਾਨ ਹਾਲ ਬਣ ਗਿਆ ਜੀ ਜੀ ਫਿਰ 100 ਕਮਰਾ ਜੇ ਹੋਰ ਬਣ ਜਾਣਾ ਹੈ। ਜੀ 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 ਉਸ ਤੋਂ ਇਲਾਵਾ ਮਿਊਜ਼ੀਅਮ ਬਣ ਜਾਣਾ ਹੈ। ਜੀ ਉਸ ਤੋਂ ਬਾਅਦ ਬਾਕੀ ਫੈਸਿਲਿਟੀ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲਿਆਂ ਦੀ ਸਰਾਹ ਹੈ। ਸੋ ਕਿੰਨੀ ਫੈਸਿਲਿਟੀ ਉੱਥੇ ਰਹਿائش ਦੀ ਗਵਰਨਮੈਂਟ ਨੇ ਬਣਾਈ ਹੋਈ ਹੈ। ਜੀ 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 ਸੋ ਸੰਗਤਾਂ ਲਈ ਹਰ ਚੀਜ਼ ਜਦੋਂ ਅਵੇਲੇਬਲ ਹੈ, ਜੀ ਹਰ ਇੱਕ ਦੀ ਭਾਵਨਾ ਹੈ, ਹਰ ਇੱਕ ਦੀ। ਦੇਖੋ ਜੀ ਆਪਾਂ ਜਿੱਥੇ ਵੀ ਵਸਦੇ ਹੋਈਏ ਜੀ ਇੱਕ ਮਨ ਦੇ ਕੋਨੇ ਵਿੱਚ ਜ਼ਰੂਰ ਭਾਵਨਾ ਉੱਠਦੀ ਹਰ ਸਿੱਖ ਦੇ ਜੀ ਕਿ ਮਹਾਰਾਜ ਮਿਹਰ ਕਰਨ ਜੀ ਜੀ ਅਸੀਂ ਵੀ ਦਰਸ਼ਨ ਦਿਦਾਰੇ ਨਕਮਸਤਕ ਹੋ ਪਾਈਏ। ਜੀ ਤੇ ਬਿਨਾਂ ਭਾਗਤ ਤੋਂ ਫਲਦੀਪ ਜੀ ਜਾ ਨਹੀਂ ਹੁੰਦਾ। ਬਿਲਕੁਲ ਇਹ ਮਾਲਕ ਰਹਿਮਤ ਕਰਨ, ਬਖਸ਼ਿਸ਼ ਕਰਨ, ਜੀ ਇਹ ਸਮਾਂ ਬਣਦਾ ਹੈ। ਜੀ ਮੇਰੇ ਕੋਲ ਥੋੜੇ ਜਿਹੇ ਨਾਮ ਆਏ ਨੇ, ਮੈਂ ਉਹ ਵੀ ਸ਼ੇਅਰ ਕਰ ਦੇਵਾਂ। ਜੀ ਰਾਜਵੀਰ ਸਿੰਘ ਜੀ 50 ਪੌਂਡ, ਪ੍ਰਿਤਪਾਲ ਤੂਰ ਜੀ 51 ਪੌਂਡ, ਬੀਨਾ ਸਿੰਘ ਜੀ 10 ਪੌਂਡ, ਰਗਬੀਰ ਸਿੰਘ ਜੀ 32 ਪੌਂਡ, ਕੁਲਵਿੰਦਰ ਸਿੰਘ ਸੰਧੂ ਜੀ 101 ਪੌਂਡ, ਜਗਦੀਸ਼ ਕੌਰ ਸੋਢੀ 11 ਪੌਂਡ, ਮਹਿੰਦਰ ਸੱਚਰ 101 ਪੌਂਡ, ਬਲਵਿੰਦਰ ਕੌਰ ਜੀ 101 ਪੌਂਡ, ਸਰਵਨ ਸਿੰਘ ਗਿੱਲ ਜੀ 50 ਪੌਂਡ, ਪ੍ਰਕਾਸ਼ ਗਿੱਲ 10 ਪੌਂਡ, PS ਸੰਗਾ ਜੀ 20 ਪੌਂਡ, ਮਿਸਿਸ ਅਮਰਜੀਤ ਕੌਰ 20 ਪੌਂਡ, ਮਿਸਿਸ NK ਚਾਨਾ 50 ਪੌਂਡ, ਬਲਦੀਸ਼ ਬਿਡਿੰਗ 51 ਪੌਂਡ, ਅਮਰੀਕ ਸਿੰਘ ਤੇ ਬਲਜਿੰਦਰ ਕੌਰ 500 ਪੌਂਡ। ਆਪ ਸਭ ਦਾ ਜੀ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਜੋ ਸੇਵਾ ਆਪਣੀ ਕਿਰਤ ਕਮਾਈ ਇਸ ਕਾਰਜ ਵਿੱਚ ਪਾ ਕੇ ਕਿਰਤ ਕਮਾਈ ਸਫਲ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪ ਜੀ ਦੀ ਕੀਤੀ ਹੋਈ ਸੇਵਾ ਸਫਲ ਹੋਵੇ। ਗੁਰੂ ਮਹਾਰਾਜ ਆਪ ਦੇ ਉੱਤੇ ਮੇਰਾ ਭਰਿਆ ਹੱਥ ਰੱਖਣ ਤੇ ਆਪ ਜੀ ਤੇ ਹਮੇਸ਼ਾ ਗੁਰੂ ਮਹਾਰਾਜ ਦੀਆਂ ਬਖਸ਼ੀਆਂ ਆਪ ਜੀ ਦੇ ਉੱਤੇ ਮਹਾਰਾਜ ਦਿੰਦੇ ਰਹਿਣ। ਆਪ ਜੀ ਇਸੇ ਤਰ੍ਹਾਂ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਸਕੋ। ਫਲਦੀਪ ਜੀ ਆਪਾਂ ਗੱਲ ਕਰ ਰਹੇ ਹਾਂ ਕਿ ਮਾਲਕ ਦੇ ਕਾਰਜ, ਮਾਲਕ ਦੇ ਐਸੀ ਬਖਸ਼ਿਸ਼, ਮਾਲਕ ਦੇ ਸੇਵਾਦਾਰਾਂ ਤੇ ਐਸੀ ਬਖਸ਼ਿਸ਼ ਜੀ ਕਿ ਦੇਖਦੇ ਆਪਾਂ ਕਿ ਕਿਸ ਤਰ੍ਹਾਂ ਸਾਰੇ ਪਾਸੇ ਇਹ ਬਿਮਾਰੀ ਫੈਲ ਰਹੀ ਹੈ। ਜੀ ਜੀ ਪਰ ਇਸ ਵਕਤ ਕੋਈ 125 ਕੋਈ 150 ਇੱਥੇ ਸੇਵਾਦਾਰ ਲੱਗੇ ਹੋਏ ਨੇ ਜੀ ਜੀ ਇਹ ਸੇਵਾ ਕਰਨ। ਜੀ 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 ਤੇ ਆਪ ਜੀ ਵੀ ਜਾਣਦੇ ਹੋ ਕਿ ਜਿੱਥੇ ਵੀ ਕਿਤੇ ਮਾਲਕ ਰੱਬ ਨਾ ਕਰੇ ਕਿ ਕੋਵਿਡ ਦਾ ਕੇਸ ਨਿਕਲਦੇ, ਉਹ ਸਾਰੀ ਸਾਈਟ ਬੰਦ ਹੋ ਜਾਂਦੀ ਹੈ। ਜੀ ਜੀ ਆਪਾਂ ਦੇਖਦੇ ਹਾਂ ਚਾਹੇ ਇੰਡੀਆ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਹੈ, ਜੀ, ਜੀ। ਇੰਨੀ ਸਟ੍ਰਿਕਟ ਗਾਈਡਲਾਈਨਸ ਹੈ। ਜੀ ਜੀ ਇਹ ਵੀ ਇੱਕ ਮਾਲਕ ਦੀ ਕਿਰਪਾ ਕਿ ਨਹੀਂ? ਜੀ ਜੀ ਬਿਲਕੁਲ। ਔਰ ਅਭੀ ਤੱਕ ਸਾਹਿਬ ਤੇ ਆਪ ਜੀ ਗੱਲ ਕਰ ਰਹੇ ਹੋ, ਹੁਣ ਦੇਖੋ ਮਾਰਚ ਤੋਂ ਲੈ ਕੇ ਹੁਣ ਤੱਕ ਜਾਂ ਪਿਛਲੇ ਮਹੀਨੇ ਤੱਕ ਕਿਸੇ ਨੂੰ ਨਹੀਂ ਸੀ ਪਤਾ, ਖਾਸ ਕਰਕੇ ਇਹਨਾਂ ਦੇਸ਼ਾਂ ਵਿੱਚ ਵੈਸਟਰਨ ਵਰਲਡ ਦੀ ਆਪਾਂ ਗੱਲ ਕਰਦੇ ਆਪਾਂ ਹਮੇਸ਼ਾ ਨਿਊਜ਼ ਤੇ ਜੋ ਵੀ ਖਬਰਾਂ ਆਉਂਦੀਆਂ ਸਨ, ਮਾੜੀਆਂ ਹੀ ਖਬਰਾਂ ਆਪਾਂ ਨੂੰ ਇੱਕ ਕਿਸਮ ਦੀਆਂ ਮਿਲਦੀਆਂ ਸਨ ਕਿ ਇੰਨੇ ਜੀਵ ਇਸ ਸੰਸਾਰ ਤੋਂ ਚਲੇ ਗਏ, ਇੰਨੇ ਜੀਵ ਚਲੇ ਗਏ। ਮੂੰਹ ਨਾਲ ਕਹਿ ਲੈਣੇ ਆ ਕਿ 40,000 ਤੋਂ ਉੱਪਰ ਜੀਵ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ 2020 ਕਹਿ ਸਾਲ ਚੜ੍ਹਦਾ ਹੈ ਤੇ ਤੀਜੇ ਮਹੀਨੇ ਤੋਂ ਲਾਸ਼ਾਂ ਦੇ ਇੱਕ ਕਿਸਮ ਦੇ ਢੇਰ ਲੱਗ ਜਾਣੇ ਨੇ, ਕਿਉਂਕਿ ਇਹ ਜਿਹੜਾ ਸੰਸਾਰ ਹੈ ਮਾਲਕ ਦੀ ਆਪਾਂ ਕਹਿੰਦੇ ਹਾਂ ਕਿ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਚੱਲਦਾ ਹੈ। ਔਰ ਭਾਵੇਂ ਆਪਾਂ ਹਮੇਸ਼ਾ ਘਰ ਬੈਠ ਕੇ ਉਹਨਾਂ ਵਾਸਤੇ ਅਰਦਾਸਾਂ ਵੀ ਕੀਤੀਆਂ ਨੇ ਜਿਹੜੇ ਕੇਸ ਦੇ ਸ਼ਿਕਾਰ ਹੋ ਕੇ ਇਸ ਸੰਸਾਰ ਤੋਂ ਚਲੇ ਗਏ, ਲੇਕਿਨ ਜਿਹੜੇ ਆਪਾਂ ਹੁਣ ਤੱਕ ਵੀ ਇੱਥੇ ਬੈਠੇ ਹਾਂ, ਹੁਣ ਵੀ ਆਪਾਂ ਅਰਦਾਸ ਹਰ ਇੱਕ ਵਾਸਤੇ ਕਰਦੇ ਹਾਂ ਕਿ ਹਜੇ ਵੀ ਹਰ ਇੱਕ ਨੂੰ ਸਤਿਗੁਰੂ ਜੀ ਸਹੀ ਸਲਾਮਤ ਰੱਖਣ, ਦੇ ਅਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨ, ਕਿਉਂਕਿ ਬਿਮਾਰੀ ਹਜੇ ਕਿਤੇ ਗਈ ਨਹੀਂ। ਲੇਕਿਨ ਫਿਰ ਵੀ ਆਪਾਂ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ, ਆਪਾਂ ਵੀ ਕਾਰ ਸੇਵਾ ਵੀ ਜਿਹੜੇ ਕਰ ਰਹੇ ਨੇ ਗਾਈਡਲਾਈਨਸ ਦੇ ਮੁਤਾਬਿਕ ਹੀ ਸੇਵਾ ਨਿਭਾਉਂਦੇ ਨੇ। ਇਦਾਂ ਨਹੀਂ ਕਿ ਕਿਸੇ ਵੀ ਗਾਈਡਲਾਈਨ ਦੀ ਉਲੰਘਣਾ ਕਰ ਰਹੇ ਨੇ, ਬਿਲਕੁਲ ਨਹੀਂ ਕਰ ਰਹੇ। ਲੇਕਿਨ ਫਿਰ ਵੀ ਚਲੋ ਜਾਨ ਦੀ ਪਰਵਾਹ ਨਹੀਂ ਕਰਦੇ, ਲੇਕਿਨ ਫਿਰ ਵੀ ਤਤਪਰ ਨੇ ਕਿ ਮਹਾਰਾਜ ਜੀ ਆਪਣੇ ਸੇਵਕਾਂ ਦੇ ਆਪ ਰੱਖਿਆ ਕਰਦੇ ਨੇ। ਸੋ ਜਿਨ੍ਹਾਂ ਨੇ ਵੀ ਇਹ ਸੇਵਾਵਾਂ ਭੇਜੀਆਂ ਨੇ, ਕਿਉਂਕਿ ਦਾਸ ਨੂੰ ਖਾਸ ਕਰਕੇ ਇਹ ਮਹਿਸੂਸ ਹੋ ਰਿਹਾ ਸੀ ਕਿਉਂਕਿ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋ 550 ਸਾਲਾ ਪ੍ਰਕਾਸ਼ ਗੁਰਪੁਰਬ ਪਾਕਿਸਤਾਨ ਦੀ ਧਰਤੀ ਤੇ ਮਨਾਉਣ ਗਏ ਸਾਂ, ਉੱਥੇ ਸਾਡੇ ਨਾਲ ਵੀ ਕੁਝ ਸੇਵਾਦਾਰ
ਗਏ ਹੋਏ ਸਨ, ਜਿਹੜੇ ਕਿ ਸ਼ਾਇਦ ਹੁਣ ਚੜ੍ਹਾਈ ਕਰ ਗਏ, ਚਲੇ ਗਏ, ਇਸ ਸੰਸਾਰ ਤੋਂ ਅਲਵਿਦਾ ਕਹਿ ਗਏ। ਕੁਝ ਮਹੀਨਿਆਂ ਦੀ ਗੱਲ ਸੀ ਕਿ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਸੀ, ਤਾਂ ਵੇਖੋ ਇਸ ਸਾਲ ਦੇ ਵਿੱਚ ਭਾਣਾ ਐਸਾ ਵਰਤ ਗਿਆ ਕਿ ਕੋਵਿਡ-19 ਦੇ ਕਾਰਨ ਉਹਨਾਂ ਦੀ ਜਾਨ, ਉਹਨਾਂ ਦੀ ਜੋ ਅਲਵਿਦਾ ਸੰਸਾਰ ਤੋਂ ਕਹਿ ਗਏ। ਸੋ ਕਹਿਣ ਤੋਂ ਭਾਵ ਹੈ ਕਿ ਆਪਾਂ ਆਦਮੀ ਹਾਂ, ਇੱਕਦਮ ਹੀ ਕਿਸੇ ਨੂੰ ਨਹੀਂ ਪਤਾ ਕਿ ਕਿਹੜੇ ਵੇਲੇ ਆਪਣੇ ਜਿਹੜੇ ਸਵਾਸ ਨੇ ਪੂਰੇ ਹੋ ਜਾਣੇ ਨੇ, ਲੇਕਿਨ ਆਪਾਂ ਫੇਰ ਵੀ ਸਤਿਗੁਰੂ ਜੀ ਦੀ ਟੇਕ ਲੈਣੀ ਹੈ, ਸਤਿਗੁਰੂ ਜੀ ਦਾ ਆਸਰਾ ਲੈਣਾ ਹੈ। ਆਪਾਂ ਫੇਰ ਵੀ ਹਮੇਸ਼ਾ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਰਹਿਮਤ ਕਰੋ, ਅਸੀਂ ਇਸੇ ਤਰ੍ਹਾਂ ਵੱਧ ਚੜ ਕੇ ਧਨ ਮਨ ਧਰਨ ਦੇ ਨਾਲ ਸੇਵਾ ਕਰ ਸਕੀਏ। ਸਤਿਗੁਰੂ ਜੀ ਆਪਣੇ ਪਾਸੋਂ ਸੇਵਾ ਲੈਣ, ਜਿੰਨੀ ਵੀ ਸਤਿਗੁਰੂ ਜੀ ਲੈ ਸਕਦੇ ਨੇ। ਸੋ ਆਪ ਜੀ ਵਾਸਤੇ ਲਾਈਨਾਂ ਖੁੱਲੀਆਂ ਹੋਈਆਂ ਨੇ 012136911380। ਸਾਡੇ ਕੋਲ ਕੁਝ ਹੋਰ ਵੀ ਨਾਮ ਆਏ ਨੇ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਭੇਜੀਆਂ ਨੇ। ਕਾਰ ਸੇਵਾ ਜੋ ਇਸ ਵੇਲੇ ਫੇਜ਼ 2 ਦੀ ਚੱਲ ਰਹੀ ਹੈ, ਬੀਬੀ ਬਲਬੀਰੋ ਕੌਰ ਜੀ 101 ਪੌਂਡ, ਤਰਜੀਵਨ ਕੌਰ ਬਾਜਵਾ 100 ਪੌਂਡ ਡਰਬੀ ਤੋਂ, ਬਲਕਾਰ ਸਿੰਘ ਜੀ 51 ਪੌਂਡ, ਸੰਤੋਖ ਸਿੰਘ ਜੀ 500 ਪੌਂਡ, ਮੁਖਤਿਆਰ ਸਿੰਘ ਜੀ 50 ਪੌਂਡ, ਗੁਪਤ ਸੇਵਾ 101 ਪੌਂਡ, ਜੋਗਿੰਦਰ ਕੌਰ ਜੀ ਵੱਲੋਂ 101 ਪੌਂਡ ਅਤੇ ਕੁਲਤੇਜਵੰਤ ਸਿੰਘ ਜੀ ਸਿੰਘ ਦਿਓਗਣ ਵੱਲੋਂ 101 ਪੌਂਡ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਮੁੱਚੇ ਸਾਰੇ ਹੀ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਮੁੱਚੇ ਹੀ ਪਰਿਵਾਰ ਨੂੰ ਜਿਨ੍ਹਾਂ ਨੇ ਵੀ ਜਿਹੜੀਆਂ ਵੀ ਭਾਵਨਾਵਾਂ ਦੇ ਨਾਲ ਇਹ ਸੇਵਾਵਾਂ ਭੇਜੀਆਂ ਨੇ, ਸਤਿਗੁਰੂ ਜੀ ਆਪ ਸਭਨਾਂ ਦੀਆਂ ਕਾਮਨਾ ਪੂਰਨ ਕਰਨ। ਸੋ ਆਪਾਂ ਸਾਰੇ ਜਿੰਨੇ ਵੀ ਇਸ ਵੇਲੇ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਇਸ ਵੇਲੇ ਜੋ ਅੱਜ ਖਾਸ ਕਰਕੇ ਲੈਂਟਰ ਦੀ ਸੇਵਾ ਆਰੰਭ ਕੀਤੀ ਗਈ ਹੈ, ਆਰੰਭ ਹੋਈ ਹੈ, ਜਿਸ ਨੂੰ ਭਾਈ ਖੁਸ਼ਦੇਵ ਸਿੰਘ ਜੀ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਤਕਰੀਬਨ 4 ਕੁ ਦਿਨ ਲੱਗ ਜਾਣੇ ਨੇ। ਸੋ ਇਹ ਵੀ ਖੁਸ਼ੀਆਂ ਦੀਆਂ ਨਿਸ਼ਾਨੀਆਂ ਨੇ, ਸਤਿਗੁਰੂ ਜੀ ਦੀ ਬਖਸ਼ਿਸ਼ਾਂ ਦੀਆਂ ਨਿਸ਼ਾਨੀਆਂ ਨੇ ਕਿ ਜਿਹੜੀ ਕਾਰ ਸੇਵਾ ਅੱਜ ਆਰੰਭ ਹੋਈ ਹੈ। ਆਪਾਂ ਵੀ ਜੇ ਅੱਜ ਘਰ ਬੈਠ ਕੇ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਅੱਜ ਇਸ ਪ੍ਰੋਗਰਾਮ ਨੂੰ ਵੇਖ ਰਹੇ ਹਾਂ, ਸਮਝ ਲਓ ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਮਹਾਰਾਜ ਜੀ ਨੇ ਤੁਹਾਨੂੰ ਇਸ ਚੈਨਲ ਜੋ ਆਪ ਜੀ ਨੇ ਆਪਣੇ ਲਿਵਿੰਗ ਰੂਮ 'ਚ ਜਿੱਥੇ ਵੀ ਆਪ ਜੀ ਬੈਠੇ ਹੋ, ਆਪ ਜੀ ਚੂਨ ਕਰ ਰਹੇ ਹੋ, ਦੇਖ ਰਹੇ ਹੋ, ਇਹ ਸਤਿਗੁਰੂ ਜੀ ਦਾ ਕੋਈ ਇਨਡਾਇਰੈਕਟ ਕਈ ਵਾਰੀ ਮੈਸੇਜ ਹੁੰਦਾ ਹੈ ਜੋ ਤੁਸੀਂ ਇਹ ਪ੍ਰੋਗਰਾਮ ਵੇਖ ਰਹੇ ਹੋ। ਸੋ ਜੇ ਸਮਾਂ ਹੈ, ਸਾਨੂੰ ਦੇਖ ਰਹੇ ਹੋ, ਸਾਡੀ ਆਵਾਜ਼ ਨੂੰ ਸੁਣ ਰਹੇ ਹੋ, ਤੁਸੀਂ ਇਸ ਸਮੇਂ ਦਾ ਵੀ ਜ਼ਰੂਰ ਲਾਹਾ ਲਓ। ਆਪ ਜੀ ਆਪਣਾ ਜੋ ਦਸਵੰਧ ਹੈ ਇਸ ਕਾਰ ਸੇਵਾ ਵਿੱਚ ਪਾ ਸਕਦੇ ਹੋ ਜੋ ਅੱਜ ਲੈਂਟਰ ਦੀ ਕਾਰ ਸੇਵਾ ਹੋ ਰਹੀ ਹੈ। ਸੋ ਆਪਾਂ ਜਿੱਥੇ ਇਸ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਣਾ ਹੈ, ਉੱਥੇ ਨਾਲ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਵੀ ਹਮੇਸ਼ਾ ਕਰਨੀ ਹੈ ਕਿ ਸਤਿਗੁਰੂ ਜੀ ਹਰ ਇੱਕ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਅਤੇ ਤੰਦਰੁਸਤੀ ਬਖਸ਼ਿਸ਼ ਕਰਨ। ਭਾਈ ਖੁਸ਼ਦੇਵ ਸਿੰਘ ਜੀ ਆਉਣ ਵਾਲੇ ਸਮੇਂ ਵਿੱਚ ਦੇਖੋ ਜਿਹੜੀ ਸੋਚ ਲੈ ਕੇ ਮਹਾਂਪੁਰਖ ਤੁਰਦੇ ਨੇ, ਜਿਹੜੀ ਵਿਜ਼ਨ ਲੈ ਕੇ ਤੁਰਦੇ ਨੇ, ਉਹ ਅੱਗੇ 50-100 ਸਾਲ ਦੇਖਦੇ ਨੇ ਕਿ ਕਿੱਡੀ ਵੱਡੀ ਤਾਦਾਦ ਦੇ ਵਿੱਚ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿਸੇ ਸਮੇਂ ਵਿੱਚ, ਜਾਂ ਆਪਾਂ ਕਹਿ ਸਕਦੇ ਹਾਂ 350 ਸਾਲਾਂ ਜਦੋਂ ਗੁਰਪੁਰਬ ਮਨਾਇਆ ਸੀ ਉਦੋਂ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਇਕੱਠ ਹੋਵੇਗਾ, ਸੰਗਤਾਂ ਦਾ ਠਾਠਾ ਮਾਰਦਾ ਇਕੱਠ, ਦੁਨੀਆ ਭਰ ਚੋਂ ਸੰਗਤਾਂ ਹਜ਼ਾਰਾਂ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਪਹੁੰਚਣਗੀਆਂ। ਲੇਕਿਨ ਇਹ ਸਤਿਗੁਰੂ ਜੀ ਦੀ ਰਹਿਮਤ ਹੋਈ ਸੀ, ਮਹਾਂਪੁਰਸ਼ਾਂ ਦੀ ਵਿਜ਼ਨ ਸੀ ਕਿ ਵਾਕਈ ਇੰਨੇ ਲੱਖਾਂ ਹਜ਼ਾਰਾਂ ਦਾ ਉੱਥੇ ਇਕੱਠ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਤਿਗੁਰੂ ਜੀ ਨੇ ਜੋ ਮਹਾਂਪੁਰਸ਼ਾਂ ਨੂੰ ਵਿਜ਼ਨ ਦਿੱਤੀ ਹੁੰਦੀ ਹੈ, ਮਹਾਂਪੁਰਸ਼ ਜੇ 50-100 ਸਾਲ ਅੱਗੇ ਵੀ ਦੇਖਦੇ ਨੇ, ਜਦੋਂ ਕਿਤੇ 400 ਸਾਲਾ ਆਵੇਗਾ, 450 ਸਾਲਾ, 500 ਸਾਲਾ ਕਿਤੇ ਆਉਣ ਵਾਲੇ ਸਮੇਂ ਵਿੱਚ ਆਵੇਗਾ, ਉਦੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਜਾ ਕੇ ਨਤਮਸਤਕ ਹੋਣਗੀਆਂ। ਸੋ ਇਹ ਵੀ ਜੇ ਇੱਕ ਐਡਾ ਵੱਡਾ ਕਾਰਜ ਸਤਿਗੁਰੂ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਰੰਭਿਆ ਗਿਆ ਸੀ, ਇਹ ਸੰਪੂਰਨ ਵੀ ਸਤਿਗੁਰੂ ਜੀ ਨੇ ਆਪ ਹੀ ਆਪਣੇ ਸੇਵਕਾਂ ਪਾਸੋਂ ਕਰਵਾਉਣਾ ਹੈ। ਸਾਨੂੰ ਇਸ ਦੀ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਸੇਵਾ ਕਦੇ ਹੋਣੀ ਨਹੀਂ, ਸੇਵਕਾਂ ਪਾਸੋਂ ਸੇਵਾ ਮਾਲਕ ਨੇ ਆਪ ਕਰਵਾ ਲੈਣੀ ਹੈ। ਸੋ ਨਾਲ ਨਾਲ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਹੁਣ ਆਪਣੀ ਇਹ ਸੇਵਾ ਕਾਰ ਸੇਵਾ ਵਾਸਤੇ ਭੇਜੀ ਹੈ। ਸੋ ਗੁਪਤ ਸੇਵਾ 101 ਪੌਂਡ, ਬੀਬੀ ਸਤਵਿੰਦਰ ਕੌਰ ਵੱਲੋਂ 51 ਪੌਂਡ ਅਤੇ ਜਸਵੀਰ ਸਿੰਘ ਰਾਖੜਾ ਵੱਲੋਂ 1000 ਪੌਂਡ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਹੀ ਪਰਿਵਾਰਾਂ ਦੇ ਜਿਨ੍ਹਾਂ ਨੇ ਆਪਣੀ ਸੇਵਾ, ਆਪਣਾ ਦਸਵੰਧ ਇਸ ਮਹਾਨ ਕਾਰ ਸੇਵਾ ਵਾਸਤੇ ਭੇਜਿਆ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਸਭਨਾਂ ਦੇ ਨਾਮ ਵੈਸੇ ਜਾਣਦੇ ਨੇ, ਲੇਕਿਨ ਸਾਨੂੰ ਬੜੀ ਖੁਸ਼ੀ ਹੁੰਦੀ ਹੈ
ਜਦੋਂ ਕਿ ਜਿਹੜੇ ਸਾਨੂੰ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਦੇਖਦੇ ਨੇ, ਖਾਸ ਕਰਕੇ ਜਿਹੜੀ ਉੱਥੇ ਧੰਨ ਦੇ ਨਾਲ ਸੇਵਾ ਕਰਦੇ ਨੇ, ਅਸੀਂ ਤਾਂ ਬਸ ਇੱਥੇ ਬੈਠ ਕੇ ਸਿਰਫ ਆਪ ਜੀ ਨੂੰ ਸੁਚੇਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਉੱਥੇ ਸੇਵਾ ਹੋ ਰਹੀ ਹੈ। ਲੇਕਿਨ ਜਿਹੜੇ ਧੰਨ ਦੇ ਨਾਲ ਵਾਕਈ ਆਪਣੀ ਸੇਵਾ ਉੱਥੇ ਕਮਾਉਂਦੇ ਨੇ, ਸਤਿਗੁਰੂ ਜੀ ਉਹਨਾਂ ਤੇ ਵੀ ਆਪਣੇ ਮਿਹਰ ਭਰਿਆ ਇਸੇ ਤਰ੍ਹਾਂ ਹੱਥ ਰੱਖਦੇ ਰਹਿਣ। ਔਰ ਜਿਹੜੇ ਖਾਸ ਕਰਕੇ ਆਪਣਾ ਦਸਵੰਧ ਮਾਇਕ ਤੌਰ ਤੇ ਭੇਜਦੇ ਨੇ ਇਹਨਾਂ ਕਾਰ ਸੇਵਾਵਾਂ ਵਾਸਤੇ, ਸਤਿਗੁਰੂ ਜੀ ਆਪ ਵੀ ਸਭਨਾਂ ਦੇ ਕਾਰਜ ਰਾਸ ਕਰਨ, ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਇੱਕ ਅਰਦਾਸ ਹੁੰਦੀ ਹੈ, ਅਰਜ਼ੋਈ ਹੁੰਦੀ ਹੈ। ਹਰ ਇੱਕ ਹਮੇਸ਼ਾ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਂਦਾ ਹੈ ਹਮੇਸ਼ਾ ਅਰਦਾਸ ਕਰਨ ਵਾਸਤੇ ਜਾਂਦਾ ਹੈ। ਸੋ ਜਿਨ੍ਹਾਂ ਨੇ ਵੀ ਇਹ ਸੇਵਾ ਭੇਜੀ ਹੈ, ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭਾਈ ਖੁਸ਼ਦੇਵ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਆਪਣਾ ਸਾਰਾ ਹੀ ਸਰਬੰਸ ਵਾਰ ਦਿੱਤਾ। ਸਰਬੰਸ ਦਾ ਨਹੀਂ ਆਪਾਂ ਪਿਤਾ ਕਹਿੰਦੇ ਹਾਂ। ਦੇਖੋ ਕਿੰਨੇ ਆਪਾਂ ਬਿਮਾਰੀ ਦੀ ਇਸ ਵੇਲੇ ਗੱਲ ਕਰ ਰਹੇ ਹਾਂ, ਕੋਵਿਡ-19 ਦੀ ਗੱਲ ਕਰਦੇ ਹਾਂ, ਲੇਕਿਨ ਸਾਡੇ ਦਸਮੇਸ਼ ਪਿਤਾ ਜਿਨ੍ਹਾਂ ਨੇ ਆਪਣਾ ਸਾਰਾ ਹੀ ਸਰਬੰਸ ਪੰਥ ਵਾਸਤੇ ਵਾਰ ਦਿੱਤਾ, ਕਿੱਡੀ ਵੱਡੀ ਉਹਨਾਂ ਦੀ ਕੁਰਬਾਨੀ ਹੈ। ਜੇ ਅਸੀਂ ਕੁਛ ਦਸਵੰਧ ਉਹਨਾਂ ਦੇ ਅਸਥਾਨ ਵਾਸਤੇ ਭੇਜ ਦਿੱਤਾ ਤੇ ਉਹ ਤਾਂ ਬਹੁਤ ਛੋਟੀ ਇੱਕ ਗੱਲ ਹੋਇਆ ਕਰਦੀ ਹੈ। ਲੇਕਿਨ ਜਿੱਥੇ ਸਾਡੇ ਸਤਿਗੁਰ ਨੇ ਆਪਣਾ ਸਾਰਾ ਸਰਬੰਸ ਹੀ ਸਿੱਖ ਕੌਮ ਵਾਸਤੇ ਵਾਰ ਦਿੱਤਾ ਕਿ ਪੰਥ ਵਸੇ ਮੈਂ ਉਜੜਾ, ਕਿੱਡੀ ਵੱਡੀ ਸਤਿਗੁਰੂ ਜੀ ਦੀ ਦੇਣ ਹੈ। ਔਰ ਲੇਕਿਨ ਸਿਰਫ ਪਰਿਵਾਰ ਨਹੀਂ ਵਾਰਿਆ, ਜਿਹੜੀ ਸਿੱਖਿਆ ਸਾਡੀ ਝੋਲੀ ਵਿੱਚ ਪਾਈ ਹੈ, ਜੋ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਨੂੰ ਬਖਸ਼ ਗਏ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਕੋਈ ਐਸਾ ਸੰਸਾਰ ਤੇ ਧਰਮ ਨਹੀਂ ਹੈ ਜਿਨ੍ਹਾਂ ਨੂੰ ਕੋਈ ਅਜਿਹਾ ਗੁਰੂ ਮਿਲਿਆ ਹੋਵੇ ਜਿਸ ਗੁਰੂ ਨੂੰ ਆਪਾਂ ਬੜੇ ਪਿਆਰ, ਸ਼ਰਧਾ, ਸਤਿਕਾਰ, ਭਾਵਨਾ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਸੀਕ੍ਰੇਟ ਟੈਕਸਟ ਹੈ, ਜਿਹੜੀ ਸਾਡੀ ਗੁਰਬਾਣੀ ਹੈ, ਆਪਾਂ ਸੀਸ ਤੇ ਹਮੇਸ਼ਾ ਚੁੱਕ ਕੇ ਸਤਿਗੁਰੂ ਜੀ ਨੂੰ ਜਿੱਥੇ ਵੀ ਹੈ ਲੈ ਕੇ ਜਾਂਦੇ ਹਾਂ। ਸੋ ਕਿੱਡਾ ਵੱਡਾ ਸਤਿਕਾਰ ਸਤਿਗੁਰੂ ਜੀ ਮਹਾਰਾਜ ਜੀ ਨੇ ਸਾਨੂੰ ਸਿਖਾਇਆ ਹੈ ਔਰ ਉਹਨਾਂ ਦਾ ਪ੍ਰਕਾਸ਼ ਅਸਥਾਨ ਤਿਆਰ ਹੋ ਰਿਹਾ ਹੈ। ਤੁਸੀਂ ਇਸ ਵਾਰੀ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਤਾਂ ਪਿਛਲੇ ਸਮਿਆਂ ਵਿੱਚ ਸਤਿਗੁਰੂ ਜੀ ਨੇ ਮਿਹਰ ਕੀਤੀ ਹੈ ਕਿ ਗੁਰਪੁਰਬਾਂ ਦੇ ਵਿੱਚ ਹਾਜ਼ਰੀਆਂ ਵੀ ਭਰੀਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਤਿਗੁਰੂ ਜੀ ਮਿਹਰ ਕਰ ਇਸੇ ਤਰ੍ਹਾਂ ਭਰਦੇ ਰਹੋ। ਸੋ ਇਸ ਵਾਰੀ ਆਪ ਜੀ ਕੀ ਕਹਿਣਾ ਚਾਹੋਗੇ? ਇਹ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪ ਜੀ ਜ਼ਿਕਰ ਕਰ ਰਹੇ ਸੀ ਕਿ ਆਪਾਂ ਇਸ ਸੰਗਤ ਟੀਵੀ ਦੇ ਪਲੇਟਫਾਰਮ ਰਾਹੀਂ ਜੀ ਮਾਲਕ ਨੇ ਇੱਕ ਡਿਊਟੀ ਲਾਈ ਆ ਕਿ ਆਪਾਂ ਸਮੁੱਚੇ ਸੰਸਾਰ ਜਿੱਥੇ ਜਿੱਥੇ ਵੀ ਸੰਗਤ ਟੀਵੀ ਦੇਖ ਰਹੇ ਨੇ ਉਹ ਹੋਕਾ ਦੇ ਰਹੇ ਕਿ ਇਹ ਕਾਰ ਸੇਵਾ ਚੱਲ ਰਹੀ ਹੈ। ਜੀ ਜੀ ਜਦੋਂ ਆਪਾਂ ਗੱਲ ਕਰਦੇ ਕਿ ਆਪਾਂ ਜੇ ਸਟੈਪ ਵਰਕ ਕਰਦੇ, ਨਾ ਤਾਂ ਮੇਰੇ ਦਿੱਤੇ ਜਾਂ ਆਪ ਜੀ ਦਿੱਤੀ, ਨਾ ਇਹ ਕਾਰ ਸੇਵਾ, ਇਹ ਮਾਲਕ ਦੀ ਸੇਵਾ ਹੈ, ਮਾਲਕ ਦੇ ਘਰ ਦੀ, ਮਾਲਕ ਦੇ ਦਰ ਦੀ ਸੇਵਾ ਹੈ। ਮਾਲਕ ਨੇ ਜਿੱਦ ਕੋ ਹਿੱਸਾ ਜਿੱਦਾਂ ਪਾਉਣਾ ਜੀ ਉਹਨੇ ਆਪ ਹੀ ਪਾਈ ਜਾਣਾ। ਜੀ ਜੀ ਪਰ ਜੇ ਆਹ ਪਲੇਟਫਾਰਮ ਨਾ ਹੋਵੇ ਤੇ ਮੇਰਾ ਖਿਆਲ ਬਹੁਤੇ ਨੂੰ ਪਤਾ ਹੀ ਨਹੀਂ ਕਿ ਇਹ ਸੇਵਾ ਚੱਲ ਰਹੀ ਹੈ। ਜੀ 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 ਕਿ ਆਪਾਂ ਦੇਖੋ, ਹੁਣ ਮੈਂ ਕਹਿੰਦਾ ਵੀ ਕਈ ਵਾਰੀ ਤੁਸੀਂ ਮਾਲਕ ਦਾ ਇੰਨਾ ਸ਼ੁਕਰ ਕਰਦੇ ਆ ਕਿ ਸੱਚੇ ਪਾਤਸ਼ਾਹ ਦੇਖੋ ਆਪ ਦੇ ਗੁਰਸਿੱਖ, ਆਪ ਜੀ ਦੇਖੋ ਲਿਸਟਾਂ ਤੇ ਲਿਸਟਾਂ ਪੜ੍ਹੀ ਜਾ ਰਹੇ ਹੋ, ਜੀ ਜੀ ਕਿੰਨੀ ਭਾਵਨਾ ਹੈ। ਹਜੇ ਆਪਾਂ ਨੂੰ ਸ਼ੋਅ ਕਰਦਿਆਂ ਨੂੰ ਕੋਈ 40 ਮਿੰਟ ਹੋਏ ਨੇ, ਜੀ ਜੀ ਕਿੰਨੇ ਕਾਲਸ ਆ ਗਏ ਨੇ, ਕਿੰਨੀ ਭਾਵਨਾ ਨਾਲ ਹਰ ਕੋਈ ਆਪਣੀ ਸੇਵਾ ਪਾ ਰਿਹਾ ਹੈ। ਜੀ 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 ਇਹ ਮਾਲਕ ਦੀ ਬਖਸ਼ਿਸ਼ ਹੈ ਨਾ ਜੀ, ਜਿਸ ਤਰ੍ਹਾਂ ਆਪ ਜੀ ਕਹਿ ਰਹੇ ਸੀ, ਇਹ ਦਸਵੰਧ ਸਾਨੂੰ ਮਾਲਕ ਨੇ ਸਿਹਤ ਸਾਨੂੰ ਇਸੇ ਕਰਕੇ ਬਖਸ਼ੀ ਹੈ ਜੀ ਕਿ ਅਸੀਂ ਆਪਣਾ ਦਸਵੰਧ ਜਿਹੜਾ ਆਪਣੀਆਂ ਸੇਵਾਵਾਂ ਵਿੱਚ ਪਾਉਣਾ ਹੀ ਪਾਉਣਾ। ਜੀ ਜੀ ਇਹ ਮਾਲਕ ਦੀ ਸਾਡੇ ਤੇ ਬਹੁਤ ਵੱਡੀ ਰਹਿਮਤ ਹੈ। ਮਾਲਕ ਆਪਣੇ ਤੇ ਮਿਹਰ ਹਮੇਸ਼ਾ ਬਣਾਈ ਰੱਖਣ। ਜੀ ਇਹ ਅਰਦਾਸ ਹਰ ਸਿੱਖ ਕਰੇ ਕਿ ਸੱਚੇ ਪਾਤਸ਼ਾਹ ਜੋ ਤੁਸੀਂ ਸਾਡੀ ਝੋਲੀ ਵਿੱਚ ਸਿੱਖ ਵਿਰਸੇ ਵਿੱਚ ਸਾਨੂੰ ਚੀਜ਼ਾਂ ਦਿੱਤੀਆਂ ਨੇ ਨਾ ਜੀ, ਜੀ ਜੀ ਅਸੀਂ ਉਹ ਇੱਦਾਂ ਉਹ ਨਿਭਾ ਦਈਏ। ਜੀ ਜੀ ਕਿਉਂਕਿ ਬਿਨਾਂ ਭਾਗਾਂ ਤੋਂ, ਬਿਨਾਂ ਇਹ ਇੱਕ ਅੰਦਰੋਂ ਇੱਕ ਖਿੱਚ ਬਣਦੀ, ਅੰਦਰੋਂ ਇੱਕ ਭਾਵਨਾ ਉੱਠਦੀ ਕਿ ਸੱਚੇ ਪਾਤਸ਼ਾਹ ਮੈਂ ਆਪਾਂ ਕੌਣ ਦੇਣ ਵਾਲੇ। ਜੇ ਆਪਾਂ ਝਾਤੀ ਮਾਰੀਏ ਕਿ ਦੇਖੋ ਅੱਜ ਸਮੁੱਚਾ ਸੰਸਾਰ ਘਰਾਂ 'ਚ ਖਰਚਾ ਕਰਨ ਨੂੰ ਪੈਸਾ ਨਹੀਂ ਖਰਚ ਸਕਿਆ, ਜੀ ਜੀ ਜੇ ਆਪਾਂ ਰਿਐਲਿਟੀ ਲਈਏ ਘਰੇ ਬੈਠੇ ਜੀ 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 ਕੀ ਖਾਣੇ, 2 ਪ੍ਰਸ਼ਾਦੇ ਖਾਣੇ ਨੇ ਜੀ, ਜੀ, ਬਾਕੀ ਸਾਰੇ ਖਰਚੇ ਬੰਦ ਹੋ ਗਏ। ਜੀ ਜੀ ਕਿਹਨੇ ਖੇਲ ਕੀਤੀ? ਇਹ ਮਾਲਕ ਨੇ ਖੇਲ ਕੀਤੀ ਨਾ ਜੀ ਜੀ ਜਿਸ ਮਾਲਕ ਦੀ ਦੇਣ ਹੈ, ਜਿਸ ਮਾਲਕ ਦੀ ਬਖਸ਼ਿਸ਼ ਹੈ, ਜੇ ਮਾਲਕ ਦੇ ਦਰ ਦੀ ਸਾਨੂੰ ਸੀਸ ਮਿਲ ਜਵੇ ਨਾ ਜੀ, ਜੀ ਉੱਚੇ ਭਾਗ ਨੇ ਸਾਡੇ ਕਿ ਸਾਨੂੰ ਮਾਲਕ ਰਹਿਮਤ ਕਰਦੇ ਨੇ ਕਿ ਸਾਨੂੰ ਸਮਾਂ ਬਖਸ਼ਦੇ ਨੇ। ਜੀ ਜੀ ਆਪ ਜੀ ਜ਼ਿਕਰ ਕਰ ਰਹੇ ਸੀ ਕਿ ਪਟਨਾ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ। ਪਟਨਾ ਸਾਹਿਬ ਮਹਾਰਾਜ ਨੇ 350 ਸਾਲ ਤੇ SK ਜੌਲ ਜੀ ਨੇ 21 ਪਾਉਂਡ ਦੀ ਸੇਵਾ ਭੇਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਨੇ 350 ਸਾਲ ਤੇ ਐਸਾ ਹਲੂਣਾ ਬਖਸ਼ਿਆ, ਜੀ ਕਿਉਂਕਿ ਆਪਾਂ ਭੁੱਲੀਏ ਨਾ ਕਿ ਇਹ ਇੱਕ ਤਖਤ ਰਹਿ ਗਿਆ ਸੀ ਜਿਹੜਾ ਇੱਕ ਕਿਸਮ ਦਾ ਪਿੱਛੇ ਰਹਿ ਗਿਆ ਸੀ। ਜੀ ਜੀ
ਕਿਉਂਕਿ 84 ਤੋਂ ਬਾਅਦ ਬਹੁਤ ਸਿੱਖ ਸੰਗਤ ਉੱਥੋਂ ਚਲੇ ਗਈ ਜੀ ਜੀ ਤੇ ਬਹੁਤ ਹਾਲਾਤ ਖਰਾਬ ਹੋ ਗਏ ਸੀ ਤਖਤ ਸਾਹਿਬ ਦੀ। ਜੀ ਜੀ ਸੰਗਤਾਂ ਬਹੁਤ ਘੱਟ ਆਉਂਦੀਆਂ ਜਾਂਦੀਆਂ ਸਨ, ਜੀ ਪਰ ਗੁਰੂ ਮਹਾਰਾਜ, ਆਪਾਂ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਸੀ, ਗੁਰੂ ਮਹਾਰਾਜ ਦੀ 2 ਸ਼ਤਾਬਦੀਆਂ ਜੀਵਨ ਵਿੱਚ ਜੋ ਦੇਖੀਆਂ ਨੇ, 350 ਸਾਲ ਤੇ 550 ਸਾਲ, ਜੀ 350 ਸਾਲ ਮਹਾਰਾਜ ਨੇ ਐਸਾ ਇੱਕ ਹਲੂਣਾ ਬਿਹਾਰ ਵਿੱਚ ਲਿਆਂਦਾ ਜੀ ਕਿ ਐਸੀ ਸ਼ਤਾਬਦੀ ਬਣਾਈ ਗਈ ਕਿ ਜਿਨ੍ਹਾਂ ਨੇ ਦੇਖੀ ਤੇ ਜਿਨ੍ਹਾਂ ਨੇ ਘਰ ਬੈਠ ਕੇ ਵੀ ਦੇਖੀ, ਉਹ ਕਹਿੰਦੇ ਸੀ ਇੱਦਾਂ ਦੀ ਸ਼ਤਾਬਦੀ ਕਦੀ ਜ਼ਿੰਦਗੀ 'ਚ ਦੇਖੀ ਨਹੀਂ। ਜੀ ਜੀ ਐਸੀ ਭਾਵਨਾ ਦੇ ਨਾਲ ਉੱਥੇ ਦੇ ਮੁੱਖ ਮੰਤਰੀ ਨੇ ਉਹ ਇੱਕ ਸੇਵਾ, ਪਤਾ ਨਹੀਂ ਮਾਲਕ ਨੇ ਉਹਨਾਂ ਦੇ ਮਨ ਸਮੱਤਿਆ ਪਾਈ ਜੀ ਜੀ ਕਿ ਐਸੀ ਸੇਵਾ ਨਿਭਾਈ ਜੀ ਕਿ ਸਿੱਖ ਵੀ ਉਸ ਸੇਵਾ ਦੇ ਕਈ ਵਾਰੀ ਲੈਵਲ ਤੇ ਨਹੀਂ ਨਿਭਾ ਸਕਦੇ, ਕਿਉਂਕਿ ਇਹ 550 ਸਾਲ ਦੇਖਣ ਨੂੰ ਆ ਗਿਆ ਸੀ। ਜੀ 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 ਪਰ ਐਸਾ ਪਟਨਾ ਸਾਹਿਬ ਦੇ ਵਿੱਚ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ। ਜੀ ਫਲਦੀਪ ਜੀ, ਤੁਸੀਂ ਰੋਡ ਨੈਟਵਰਕ ਜਦੋਂ ਪਹਿਲਾਂ ਗਏ ਆ ਤੇ 1.5 2 ਘੰਟੇ ਤਖਤ ਸਾਹਿਬ ਨੂੰ ਪਹੁੰਚਣ ਨੂੰ ਲੱਗ ਜਾਂਦੇ ਸੀ। ਜੀ 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 ਹੁਣ ਤੁਸੀਂ 35 ਮਿੰਟ ਵਿੱਚ ਤਖਤ ਸਾਹਿਬ ਪਹੁੰਚ ਜਾਂਦੇ ਹੋ। ਜੀ ਫਲਾਈਓਵਰਸ, ਨੈਟਵਰਕ ਸਾਰਾ, ਤਾਂ ਜੋ ਕਿ ਸਹੂਲਤ ਸਾਰੀ ਸੰਗਤ ਲਈ ਹੋ ਜਾਵੇ। ਜੀ ਜੀ ਆਪਾਂ 550 ਸਾਲ ਦੀ ਗੱਲ ਕਰ ਰਹੇ ਸੀ ਮਹਾਰਾਜ ਦੀ, ਕਿ ਦੇਖੋ ਕਿ ਇਹ ਵੀ ਮਹਾਰਾਜ ਦੀ ਕੋਈ ਕਿਰਪਾ ਹੈ ਕਿ ਸ਼ਤਾਬਦੀ ਤੇ ਉਹ ਲਾਂਘਾ ਜੀ ਜਿਹਦੀਆਂ ਅਰਦਾਸਾਂ, ਬੇਨਤੀਆਂ, ਜੋਦਨੀਆਂ ਹਰ ਸਿੱਖ ਰੋਜ਼ ਕਰਦਾ ਹੈ ਜੀ ਜੀ ਕਿ ਸੱਚੇ ਪਾਤਸ਼ਾਹ ਦਰਸ਼ਨ ਦਿਦਾਰੇ ਬਖਸ਼ੋ। ਜੀ ਕਰਤਾਰਪੁਰ ਦਾ ਕੋਰੀਡੋਰ ਵੀ ਉਦੋਂ ਖੁੱਲਿਆ। ਜੀ ਜੀ ਕਿਸ ਲੈਵਲ ਤੇ ਆਪ ਜੀ ਵੀ ਪਾਕਿਸਤਾਨ ਨਾਲ ਸੀ, ਕਿਸ ਲੈਵਲ ਤੇ ਉੱਥੇ ਬਣਾਇਆ ਗਿਆ। ਹਾਲਾਂਕਿ ਮਿਨੋਰਿਟੀ ਕਮਿਊਨਿਟੀ ਹੈ, ਫਿਰ ਵੀ ਮਹਾਰਾਜ ਨੇ ਕਿੰਨੀ ਰਹਿਮਤ ਕੀਤੀ ਜੀ ਜੀ ਕਿ ਉਹ ਚੀਜ਼ ਜੋ ਕਿਸੇ ਦੇ ਚਿੱਤ ਤੇ ਸੁਪਨੇ 'ਚ ਨਹੀਂ ਸੀ 72 ਸਾਲ ਤੋਂ, ਜੀ ਜੀ ਮਹਾਰਾਜ ਨੇ ਉਹ ਵੀ ਚੀਜ਼ ਕਰਕੇ ਦਿਖਾਤੀ। ਨਾ ਤਾਂ ਸਰਕਾਰ ਨੇ ਕੀਤੀ ਹੈ, ਮਾਲਕ ਨੇ ਕਰਾਈ ਸ਼ਤਾਬਦੀ ਦੇ ਉੱਤੇ। ਜੀ ਜੀ ਸੋ ਇਹ ਜੋ ਰਹਿਮਤਾਂ ਨੇ, ਬਖਸ਼ਿਸ਼ਾਂ ਨੇ ਸਾਡੇ ਤੇ, ਸਾਡੇ ਉੱਚੇ ਭਾਗ ਨੇ ਕਿ ਸਾਨੂੰ ਮੌਕਾ ਸਾਡੇ ਜੀਵਨ ਵਿੱਚ ਮਿਲਿਆ ਹੈ। ਜੀ ਆਪ ਜੀ ਜ਼ਿਕਰ ਕਰ ਰਹੇ ਸੀ ਕਿ ਆਪਾਂ ਇਹਨਾਂ 4 ਮਹੀਨੇ 'ਚ ਦੇਖੇ ਕਿੰਨੇ ਵਾਕਫ, ਨਜ਼ਦੀਕੀ, ਸੁਣੀਦਾ ਜੀ ਫਲਾਣੇ ਚੜ੍ਹਾਈ ਕਰ ਗਏ, ਕਿੰਨੇ ਮਨ ਨੂੰ ਦੁੱਖ ਲੱਗਾ। ਜੀ ਕਿਉਂਕਿ ਐਸਾ ਦੁੱਖ ਕਿੱਥੇ ਆਪਾਂ ਅੰਤਿਮ ਦਰਸ਼ਨਾਂ ਲਈ, ਅੰਤਿਮ ਯਾਤਰਾ ਵਿੱਚ ਕ੍ਰੈਮੇਟੋਰੀਅਮ ਤੱਕ ਹਜ਼ਾਰਾਂ ਦੀ ਗਿਣਤੀ ਚੱਲ ਜਾਈਦਾ ਸੀਗਾ। ਜੀ ਜੀ ਉਹ ਵੀ ਸਮਾਂ ਆ ਗਿਆ ਕਿ 12 ਬੰਦੇ ਅਲਾਉ ਕਰਦੇ ਨੇ। ਜੀ ਜੀ ਤੁਸੀਂ ਘਰ ਬੈਠ ਕੇ ਅਰਦਾਸ ਕਰੋ। ਉਹ ਵੀ ਹੋ ਗਿਆ ਕਿ ਗੁਰੂ ਘਰ ਵੀ ਨਹੀਂ ਜਾ ਸਕਦੇ, ਜੀ ਜੀ ਪਰਿਵਾਰ ਗੁਰੂ ਘਰ ਵੀ ਨਕਮਸਤਕ ਹੋਣ ਨਹੀਂ ਜਾ ਸਕਦਾ, ਅੰਤਿਮ ਅਰਦਾਸ ਲਈ ਨਹੀਂ ਜਾ ਸਕਦਾ। ਜੀ ਜੀ ਐਸਾ ਸਖਤ ਸਮਾਂ ਮਾਲਕ ਨੇ ਜੀਵਨ ਵਿੱਚ ਲਿਆ ਦਿੱਤਾ। ਪਰ ਇਹ ਮਾਲਕ ਦੀ ਖੇਲ ਹੈ, ਜੀ ਜਿੱਥੇ ਮਾਲਕ ਇਹ ਆਪਣਾ ਟੈਸਟ, ਆਪਾਂ ਨੂੰ ਇੱਕ ਬਹੁਤ ਵੱਡੀ ਚੁਣੌਤੀ ਮਾਲਕ ਨੇ ਬਖਸ਼ੀ ਹੈ ਜੀ ਜੀ ਕਿ ਇੱਥੇ ਹੀ ਸਭ ਕੁਝ ਰਹਿ ਜਾਣਾ ਹੈ। ਜੀ ਜੋ ਅੱਛੇ ਕਰਮ ਆਪਾਂ ਕਰ ਜਾਵਾਂਗੇ, ਜੋ ਸਾਨੂੰ ਮਾਲਕ ਨੇ ਜੀਵਨ ਵਿੱਚ ਸੇਧ ਬਖਸ਼ੀ ਹੈ, ਜੀ ਨਾਮ ਜਪੋ, ਵੰਡ ਛਕੋ, ਅਸੀਂ ਉਹ ਤੇ ਪਹਿਰਾ ਦੇ ਕੇ ਆਪਣਾ ਜੀਵਨ ਉਸ ਤੇ ਤੋਰ ਲਈਏ ਤੇ ਮਾਲਕ ਦੀਆਂ ਰਹਿਮਤਾਂ ਹੀ ਨੇ। ਬਿਨ ਬੋਲਿਆ ਸਭ ਕੁਝ ਜਾਣਦਾ, ਤੁਹਾਨੂੰ ਕੁਝ ਬੋਲਣ ਦੀ ਲੋੜ ਨਹੀਂ। ਜੀ 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 ਮਾਲਕ ਦੀ ਰਹਿਮਤ, ਮਾਲਕ ਦੀ ਬਖਸ਼ਿਸ਼ ਸਾਡੇ ਸਿਰ ਤੇ ਬੜੀ ਰਹਿੰਦੀ ਹੈ, ਕਿਉਂਕਿ ਆਪਾਂ ਨੂੰ ਲੋੜ ਹੈ। ਜੀ ਜੀ ਅੱਜ ਦੇਖੋ ਕੌਣ ਵੱਡੇ ਵੱਡੇ ਲੀਡਰ ਜਿਹੜੇ ਆਪਣੇ ਨਿਊਕਲੀਅਰ ਪਾਵਰ ਬਣੇ ਬੈਠੇ ਨੇ, ਉਹਨਾਂ ਨੇ ਕਿੱਥੇ ਫਰਿਆਦ ਕੀਤੀ? ਜੀ ਜੀ ਆਪਣੇ ਮਾਲਕ ਕੋਲ ਹੀ ਕੀਤੀ ਨਾ ਜੀ। ਜੀ ਜੀ ਬਿਲਕੁਲ ਉਹ ਸਾਰੇ ਨਿਊਕਲੀਅਰ ਵੈਪਨਸ ਆਰਮਰੀ ਤਾਂ ਪਈ ਅੰਦਰ, ਉਹ ਤਾਂ ਲੌਕਡ ਆ। ਜੀ ਜੀ ਬੰਦਾ ਬੰਦੇ ਦਾ ਦੁਸ਼ਮਣ ਹੋ ਗਿਆ ਜੀ, ਜੀ, ਪਤਾ ਹੀ ਨਹੀਂ ਕਿਹਦੇ ਕੋਲ ਕੀ ਆ, ਕਿਹਨੇ ਤੁਹਾਨੂੰ ਦੇ ਦੇਣੀ ਆ। ਸੋ ਇੱਕ ਜੋ ਅੱਜ ਆਪਾਂ ਗੱਲ ਕਰਦੇ ਆ ਕਿ ਐਕਸਟ੍ਰੀਮ ਆਪਾਂ ਦੇਖਦੇ ਕਿ ਸਮੁੱਚਾ ਸੰਸਾਰ ਇਸ ਅੱਗ ਵਿੱਚ ਹੈ। ਜੀ ਜੀ ਦੂਜੇ ਪਾਸੇ ਮਾਲਕ ਦੀ ਖੇਲ ਦੇਖ ਲਓ ਕਿ ਜਿਹੜੀ ਸੇਵਾ ਮਾਲਕ ਨੇ ਬਖਸ਼ੀ ਜੀ ਜੀ ਤੇ ਜਿਹੜੀ ਵਿਜ਼ਨ ਕਿ ਇਹ ਮਹਾਰਾਜ ਦੇ ਗੁਰਪੁਰਬ ਤੇ ਤਿਆਰ ਹੋ ਜਾਵੇ, ਜੀ ਜੀ ਤੇ ਮਾਲਕ ਆਪਣੀ ਰਹਿਮਤ ਕਰਕੇ ਜੀ ਉਹ ਵੀ ਪੂਰੀ ਕਰਾਈ ਜਾ ਰਹੇ ਨੇ। ਸਤਿਗੁਰੂ ਜੀ ਦਾ ਫਰਮਾਨ ਹੈ ਔਰ ਆਪਾਂ ਨੂੰ ਹਮੇਸ਼ਾ ਇਹ ਗੁਰਬਾਣੀ ਸਮਝਾਉਂਦੀ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇੱਕ ਦਿਨ ਆਪਣੇ ਹਰ ਇੱਕ ਦੀ ਵਾਰੀ ਆਉਣੀ ਹੈ, ਕਿਹਦੀ ਪਹਿਲਾਂ ਆਉਣੀ ਕਿਹਦੀ ਬਾਅਦ ਚ ਆਉਣੀ, ਆਪਾਂ ਨੂੰ ਕਿਸੇ ਨੂੰ ਨਹੀਂ ਪਤਾ। ਇਸ ਭੇਦ ਦਾ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਤਾ ਹੈ। ਲੇਕਿਨ ਜੇ ਆਪਾਂ ਇਸ ਵੇਲੇ ਸਹੀ ਸਲਾਮਤ ਹਾਂ, ਠੀਕ ਹਾਂ, ਫਿਰ ਇਹ ਆਪਾਂ ਕਹਿ ਸਕਦੇ ਕਿ ਸਤਿਗੁਰੂ ਜੀ ਦੀ ਰਹਿਮਤ ਹੈ, ਬਖਸ਼ਿਸ਼ ਹੈ। ਔਰ ਜੇ ਆਪਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤੇ ਹੈ, ਦੇਖੋ ਆਪਾਂ ਖਾਸ ਕਰਕੇ ਜਿਹੜੇ ਸਾਡੇ ਵੱਡੇ ਵਡੇਰੇ ਨੇ 7 ਸਮੁੰਦਰੋਂ ਪਾਰ ਇਹਨਾਂ ਦੇਸ਼ਾਂ ਵਿੱਚ ਸ਼ਾਇਦ ਪਹਿਣੀਆਂ ਲੈ ਕੇ ਆਏ ਸਨ, ਲੇਕਿਨ ਕਿੱਡੇ ਵੱਡੇ ਕਾਰੋਬਾਰ ਖੜੇ ਕਰ ਲਏ, ਪਰਿਵਾਰ ਸੈਟਲ ਹੋ ਗਏ, ਬਹੁਤ ਸਾਰੇ ਸ਼ਾਇਦ ਵੱਡੇ ਵੱਡੇ ਘਰਾਂ ਦੇ ਮਾਲਕ ਬਣ ਗਏ, ਵੱਡੀਆਂ ਗੱਡੀਆਂ ਦੇ ਮਾਲਕ ਬਣ ਗਏ। ਲੇਕਿਨ ਜਦੋਂ ਅੰਤਲਾ ਸਮਾਂ ਆਉਂਦਾ ਹੈ, ਇਹ ਸਾਰਾ ਹੀ ਜਿਹੜਾ ਆਪਾਂ ਧਨ ਦੌਲਤ ਕਈ ਵਾਰੀ ਇਕੱਠੀ ਕਰ ਲੈਂਦੇ ਹਾਂ, ਸਤਿਗੁਰੂ ਜੀ ਆਪਾਂ ਨੂੰ ਇੱਕ ਜਿਹੜਾ ਹਲੂਣਾ ਦਿੰਦੇ ਨੇ, ਜੋ ਆਪਾਂ ਨੂੰ ਉਪਦੇਸ਼ ਕਰਦੇ ਨੇ ਕਿ ਜਿਹੜੀ ਆਪਾਂ ਧਨ ਦੌਲਤ ਇਕੱਠੀ ਕਰਦੇ ਹਾਂ,
ਇਹਨੂੰ ਸਿਰਫ ਬੈਂਕਾਂ ਵਿੱਚ ਰੱਖ ਕੇ ਨਾ ਇਹਨੂੰ ਗਾਲ ਦਿਓ ਜਾਂ ਬੇਫਜ਼ੂਲ ਖਰਚ ਕੇ ਨਾ ਇਹਨੂੰ ਗਾਲ ਦਿਓ। ਇਹਨੂੰ ਕਿਸੇ ਚੰਗੇ ਕਾਰਜ ਵਿੱਚ ਲਾ ਕੇ ਆਪਣਾ ਜਿਹੜਾ ਜੀਵਨ ਹੈ ਉਸ ਨੂੰ ਜ਼ਰੂਰ ਸਫਲਾ ਕਰੋ। ਔਰ ਇਸੇ ਕਰਕੇ ਸਤਿਗੁਰੂ ਜੀ ਦਾ ਜੋ ਇਹ ਉਪਦੇਸ਼ ਹੈ, ਖਾਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਕਿ ਜਿੱਥੇ ਤੁਸੀਂ ਆਪਣਾ ਨਾਮ ਹਮੇਸ਼ਾ ਜਪਣਾ ਹੈ, ਜਿੱਥੇ ਤੁਸੀਂ ਆਪਣੀ ਦਸਾਂ ਨੌਹਾਂ ਦੀ ਮਾਲਕ ਨੂੰ ਯਾਦ ਕਰਦੇ ਹੋਏ ਕਿਰਤ ਕਮਾਈ ਕਰਨੀ ਹੈ, ਉੱਥੇ ਤੁਸੀਂ ਵੰਡ ਕੇ ਵੀ ਜਿੱਥੇ ਛਕਣਾ ਹੈ, ਜਿੱਥੇ ਲੋੜਵੰਦ ਹੈ ਉੱਥੇ ਤੁਸੀਂ ਆਪਣਾ ਦਸਵੰਧ ਵੀ ਜ਼ਰੂਰ ਦੇਣਾ ਹੈ। ਸੋ ਇਸ ਵੇਲੇ ਜੇ ਕਾਰ ਸੇਵਾਵਾਂ ਚੱਲ ਰਹੀਆਂ ਨੇ, ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦੀਆਂ ਨੇ। ਔਰ ਦਾਸ ਵੀ ਕੁਝ ਮਹੀਨੇ ਪਹਿਲੇ ਲੋਕਡਾਊਨ ਤੋਂ ਪਹਿਲਾਂ ਇੰਡੀਆ ਗਿਆ ਹੋਇਆ ਸੀ। ਔਰ ਜਦੋਂ ਆਪਾਂ ਕਈ ਵਾਰੀ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਜਾਂਦੇ ਹਾਂ, ਜਿਹੜੇ ਸਾਡੇ ਇਤਿਹਾਸਿਕ ਸਥਾਨ ਨੇ, ਜਿਨ੍ਹਾਂ ਨੇ ਉਹਨਾਂ ਸਥਾਨਾਂ ਦੀ ਕਾਰ ਸੇਵਾਵਾਂ ਉਹਨਾਂ ਸਮੇਂ ਵਿੱਚ ਕਰਵਾਈਆਂ, ਉਹਨਾਂ ਵਾਸਤੇ ਵੀ ਆਪਾਂ ਹਮੇਸ਼ਾ ਆਪਣੇ ਦਿਲੋਂ ਇੱਕ ਕਿਸਮ ਦੀ ਅਰਦਾਸ ਹੀ ਨਿਕਲਦੀ ਹੈ, ਕਿਉਂਕਿ ਜੇ ਉੱਥੇ ਕੋਈ ਨਿਸ਼ਾਨੀ ਨਾ ਹੁੰਦੀ, ਉੱਥੇ ਕੋਈ ਗੁਰਦੁਆਰਾ ਨਾ ਹੁੰਦਾ, ਸਾਨੂੰ ਵੀ, ਸਾਡੀ ਜਨਰੇਸ਼ਨ ਨੂੰ ਜਾਂ ਮੇਰੇ ਵਰਗੇ ਜਿਨ੍ਹਾਂ ਦਾ ਜੰਮਪਲ ਇਹਨਾਂ ਦੇਸ਼ਾਂ ਦਾ ਹੈ, ਸਾਨੂੰ ਵੀ ਕੀ ਪਤਾ ਲੱਗਣਾ ਸੀ ਕਿ ਇਹ ਸਾਡੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਨੇ, ਇੱਥੇ ਸਾਡੇ ਸਤਿਗੁਰੂ ਜੀ ਦੇ ਮੁਬਾਰਕ ਚਰਨ ਪਏ ਨੇ। ਸੋ ਉਹਨਾਂ ਦੀ ਬਦੌਲਤ, ਉਹਨਾਂ ਮਹਾਂਪੁਰਸ਼ਾਂ ਦੀ ਬਦੌਲਤ, ਉਹਨਾਂ ਕਾਰ ਸੇਵਾਵਾਂ ਦੀ ਬਦੌਲਤ ਜੋ ਏਡੇ ਏਡੇ ਵੱਡੇ ਅਸਥਾਨ ਤਿਆਰ ਕੀਤੇ ਗਏ ਨੇ, ਜਿੱਥੇ ਏਡੇ ਵੱਡੇ ਲੰਗਰ ਉੱਥੇ ਚੱਲ ਰਹੇ ਨੇ, ਜਿੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ, ਇਹ ਵੀ ਜਿਹੜੀ ਕਾਰ ਸੇਵਾ ਭਾਈ ਸਾਹਿਬ ਜੀ ਕਰਵਾ ਰਹੇ ਨੇ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਇਹ ਕਾਰ ਸੇਵਾਵਾਂ ਜੋ ਤਖਤ ਸਾਹਿਬ ਜੀ ਦੀ ਫੇਸ 2 ਦੀ ਇਸ ਵੇਲੇ ਚੱਲ ਰਹੀ ਹੈ, ਇਹ ਵੀ ਆਉਣ ਵਾਲੇ ਸਮੇਂ ਵਿੱਚ, ਹੁਣ ਵੀ ਜਦੋਂ ਇਹ ਤਿਆਰ ਹੋ ਜਾਵੇਗੀ ਇਮਾਰਤ, ਆਉਣ ਵਾਲੇ ਸਮੇਂ ਵਿੱਚ ਵੀ ਚਾਹੇ 50 ਸਾਲ ਲੈ ਲਓ, ਅੱਗੇ 100 ਸਾਲ ਲੈ ਲਓ, ਜਦੋਂ ਇਹਨਾਂ ਦੇਸ਼ਾਂ ਵਿਦੇਸ਼ਾਂ ਦੇ ਬੱਚੇ ਜਾਣਗੇ, ਉੱਥੇ ਦੇਖਣਗੇ ਆਪਣੀ ਹਿਸਟਰੀ ਨੂੰ, ਜਦੋਂ ਇੱਕ ਵਾਰੀ ਝਾਤੀ ਮਾਰਨਗੇ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਕਲਗੀਆਂ ਵਾਲੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਸੀ, ਜਦੋਂ ਉੱਥੇ ਜਾਣਗੇ, ਨਤਮਸਤਕ ਹੋਣਗੇ, ਉਸ ਦੀਵਾਨ ਹਾਲ ਦੇ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ, ਕਥਾ ਤੇ ਵਿਚਾਰਾ ਸਰਵਣ ਕਰਨਗੇ, ਕੋਈ ਪਤਾ ਨਹੀਂ ਕਿਹਦਾ ਮਨ ਉੱਥੇ ਬਦਲ ਜਾਣਾ, ਕਿਹਦੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਬਦ ਦਾ ਤੀਰ ਲੱਗ ਜਾਣਾ। ਜਿਹਦੇ ਹਿਰਦੇ ਵਿੱਚ ਵੀ ਲੱਗੇਗਾ ਉਹ ਸ਼ਬਦ ਦਾ ਤੀਰ, ਉਹ ਵਾਕਈ ਸਤਿਗੁਰੂ ਜੀ ਦੇ ਭਾਗਾਂ ਦੀਆਂ ਨਿਸ਼ਾਨੀਆਂ ਹੋਣਗੀਆਂ। ਸੋ ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਉਹ ਪ੍ਰੇਮ ਦਾ ਤੀਰ ਲੱਗਣਾ ਚਾਹੀਦਾ ਹੈ, ਕਿਉਂਕਿ ਬਿਲਡਿੰਗਾਂ, ਇਮਾਰਤਾਂ ਤਾਂ ਤਿਆਰ ਹੋ ਜਾਂਦੀਆਂ ਨੇ, ਲੇਕਿਨ ਉਹਨਾਂ ਵਿੱਚੋਂ ਜਿਹੜਾ ਉਪਦੇਸ਼, ਜਿਹੜਾ ਗਿਆਨ, ਜਾਂ ਜਿਹੜੀ ਗੁਰੂ ਸਾਹਿਬ ਜੀ ਦੀ ਜੋ ਬਾਣੀ ਸਾਨੂੰ ਉਪਦੇਸ਼ ਬਖਸ਼ਦੀ ਹੈ, ਜੇ ਉਹੀ ਨਾ ਅਸੀਂ ਪੱਲੇ ਬੰਨਿਆ, ਫਿਰ ਜਿਹੜੇ ਅਸੀਂ ਧਾਰਮਿਕ ਯਾਤਰਾ ਵਾਸਤੇ ਕਈ ਵਾਰੀ ਚਲੇ ਜਾਂਦੇ ਹਾਂ, ਉਹਨਾਂ ਦਾ ਕੁਝ ਸ਼ਾਇਦ ਕੋਈ ਖਾਸ ਫਾਇਦਾ ਨਾ ਹੋਵੇ, ਲੇਕਿਨ ਆਪਾਂ ਉੱਥੇ ਜਿਹੜੇ ਅਵਗੁਣ ਨੇ ਉੱਥੇ ਛੱਡਣੇ ਨੇ ਤੇ ਗੁਣ ਗ੍ਰਹਿਣ ਕਰਕੇ ਆਪਣੇ ਘਰਾਂ ਵਿੱਚ ਵਾਪਸ ਆਉਣਾ ਹੈ। ਤੇ ਉਸ ਜਿਹੜਾ ਗ੍ਰਹਿਣ ਕਰਨੇ ਨੇ ਗੁਣ, ਉਹਨਾਂ ਨੂੰ ਘਰਾਂ ਵਿੱਚ ਆਪਾਂ ਵੰਡਣਾ ਹੈ, ਪਰਿਵਾਰਾਂ ਵਿੱਚ ਵੰਡਣਾ ਹੈ। ਸੋ ਇਹੀ ਖੁਸ਼ਬੂ ਆਪਾਂ ਤਖਤ ਸਾਹਿਬ ਤੋਂ ਲੈ ਕੇ ਆਉਣੀ ਹੈ। ਸੋ ਸਾਧ ਸੰਗਤ ਜੀ, ਬਹੁਤ ਬਹੁਤ ਧੰਨਵਾਦੀ ਹਾਂ ਬਲਦੇਵ ਸਿੰਘ ਜੀ, ਬਲਦੇਵ ਮਹਿੰਗਾ ਜੀ ਹੋਣਾ ਦੇ, ਜਿਨ੍ਹਾਂ ਨੇ 51 ਪਾਉਂਡ ਡਰਬੀ ਤੋਂ ਭੇਜੇ ਨੇ, ਨਰਿੰਦਰ ਧੰਜਲ ਜੀ ਬਰੈਂਪਟਨ ਕੈਨੇਡਾ ਤੋਂ, ਜਿਨ੍ਹਾਂ ਨੇ $51 ਭੇਜੇ ਨੇ। ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਸਾਰੀਆਂ ਜਿਹੜੀਆਂ ਵੀ ਕਾਰ ਸੇਵਾਵਾਂ, ਖਾਸ ਕਰਕੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਅਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਹਿੱਸੇ 5 ਹੀ ਤਖਤਾਂ ਦੀਆਂ ਕਾਰ ਸੇਵਾਵਾਂ ਆਈਆਂ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇੱਕ ਖਾਸ ਬਖਸ਼ਿਸ਼ ਹੈ, ਆਪ ਸਮੂਹ ਸਿੱਖ ਸੰਗਤਾਂ ਦੇ ਬਖਸ਼ਿਸ਼ ਹੈ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਤੇ ਬਖਸ਼ਿਸ਼ ਹੈ। ਕਿਉਂਕਿ ਜੇ ਮੈਂ ਨਾ ਗਲਤ ਹੋਵਾਂ ਤੇ ਸ਼ਾਇਦ ਪਿਛਲੇ ਪ੍ਰੋਗਰਾਮਾਂ ਵਿੱਚ ਭਾਈ ਖੁਸ਼ਦੇਵ ਸਿੰਘ ਜੀ, ਜੇ ਮੈਂ ਕਿਤੇ ਗਲਤ ਨਾ ਹੋਵਾਂ ਤੇ ਸ਼ਾਇਦ ਭਾਈ ਇੰਦਰਜੀਤ ਸਿੰਘ ਜੀ ਕਹਿ ਰਹੇ ਸਨ ਕਿ ਜੋ ਇੰਗਲੈਂਡ ਦੀਆਂ ਸੰਗਤਾਂ ਨੇ ਖਾਸ ਕਰਕੇ ਇਹਨਾਂ ਕਾਰ ਸੇਵਾਵਾਂ ਵਿੱਚ ਯੋਗਦਾਨ ਪਾਇਆ, ਆਪਣੀ ਕਿਰਤ ਕਮਾਈ ਸਫਲ ਕਰਦੇ ਹੋਏ ਆਪਣਾ ਦਸਵੰਧ ਪਾਇਆ, ਅੱਜ ਵੀ ਪਾ ਰਹੀਆਂ ਨੇ, ਅੱਗੇ ਵੀ ਪਾ ਰਹੀਆਂ ਸਨ। ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਕਿ 7 ਸਮੁੰਦਰੋਂ ਪਾਰ, ਭਾਵਾਂ ਆਪਣੇ ਕਾਰੋਬਾਰ ਹਰ ਇੱਕ ਆਪੋ ਆਪਣੀ ਜਿਵੇਂ ਵੀ ਆਪਣੀ ਰੁਜ਼ਗਾਰ ਕਰਦੇ ਨੇ, ਲੇਕਿਨ ਫਿਰ ਵੀ ਸਤਿਗੁਰੂ ਜੀ ਨੇ ਸਮਰੱਥਾ ਬਖਸ਼ਿਸ਼ ਕੀਤੀ ਹੈ ਕਿ ਜੇ ਸੇਵਾਵਾਂ ਚੱਲਦੀਆਂ ਨੇ ਉਸ ਵਿੱਚ ਵੀ ਵੱਧ ਚੜ ਕੇ ਆਪਣੀ ਜੋ ਸੇਵਾ ਹੈ ਪਾਓ। ਇਸ ਵਾਰੀ ਆਪ ਜੀ ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਫਦੀਪ ਜੀ, ਦੇਖੋ ਕਿ ਮੀਡੀਆ ਰਾਹੀਂ 7 ਸਮੁੰਦਰੋਂ ਪਾਰ ਬੈਠੇ ਜੀ, ਕਿਉਂਕਿ ਜਿਹੜੀ ਸਾਡੀ ਇੰਡੀਆ ਦੇ ਵਿੱਚ, ਕਿਉਂਕਿ ਆਪਣੀ ਜਿਹੜੀ ਇੱਕ ਲਿੰਕ ਹੈ, ਜਿਹੜਾ ਆਪਣਾ ਪਿਛੋਕੜ ਹੈ ਜੀ,
ਉਹ ਆਪਣੀ ਪੰਜਾਂ ਦਰਿਆਵਾਂ ਦੀ ਧਰਤੀ ਇੰਡੀਆ, ਜਿੱਥੇ ਸਾਡੇ ਗੁਰੂ ਸਾਹਿਬਾਨ ਦੇ ਚਰਨ ਛੂਹ ਪ੍ਰਾਪਤ ਹੈ, ਸਾਡਾ ਸਭ ਕੁਝ ਉੱਥੇ ਹੈ। ਜੀ ਜੀ। ਤੇ ਉਸ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਅਸੀਂ ਪ੍ਰਦੇਸ਼ਾਂ 'ਚ ਬੈਠੇ ਹਾਂ, ਜੀ ਜੀ। ਬਹੁਤ ਘੱਟ ਸਮਾਂ ਬਣਦਾ ਕਿ ਆਪਾਂ ਜਾ ਸਕੀਏ, ਨਕਮਸਤਕ ਹੋ ਪਾਈਏ, ਪਰ ਜਦੋਂ ਵੀ ਕਦੀ ਬਣਦਾ ਹੈ ਜੀ ਮਾਲਕ ਦਾ ਸ਼ੁਕਰਾਨਾ ਹੀ ਨਿਕਲਦਾ ਕਿ ਸੱਚੇ ਪਾਤਸ਼ਾਹ ਰਹਿਮਤ ਕੀਤੀ ਜੀ ਕਿ ਆਪ ਦੇ ਦਰ ਤੇ ਆ ਕੇ ਸਾਨੂੰ ਨਕਮਸਤਕ ਹੋਣ ਦਾ ਸੁਭਾਗ ਸਮਾਂ ਬਖਸ਼ਿਆ। ਜੀ ਜੀ। ਤੇ ਫਦੀਪ ਜੀ ਦੇਖੋ, ਆਪਾਂ ਸਾਰੇ ਗੁਰਸਿੱਖਾਂ ਪਰਿਵਾਰਾਂ 'ਚੋਂ ਆ, ਗੁਰਸਿੱਖੀ ਜੀਵਨ ਵਿੱਚ ਆ ਕਿ ਜਦੋਂ ਆਪਾਂ ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਆ ਤੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪਣੇ ਸਵਾਸਾਂ 'ਚੋਂ ਆਪਣੇ ਆਪ ਨਿਕਲਦੇ ਨੇ। ਗੁਰੂ ਰਾਮਦਾਸ ਦੇ ਦਰ ਤੇ ਆਪਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਤਰਸ ਕੀਤਾ ਕਿ ਸਾਨੂੰ ਦਰਸ਼ਨ ਦਿਦਾਰੇ ਬਖਸ਼ੇ। ਇਸ ਤਰ੍ਹਾਂ ਆਪ ਜੀ ਪਟਨਾ ਸਾਹਿਬ ਜਾਂਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਮੇਸ਼ਾ ਆਪ ਜੀ ਦੇ ਸਵਾਸਾਂ 'ਚੋਂ ਮਹਾਰਾਜ ਦਾ ਨਾਮ ਨਿਕਲਦਾ ਹੈ। ਜੀ ਜੀ। ਉੱਚੇ ਪਾ ਕੇ ਸੱਚੇ ਪਾਤਸ਼ਾਹ ਦਸਵੇਂ ਪਿਤਾ ਮਹਾਰਾਜ ਨੇ ਰਹਿਮਤ ਕੀਤੀ ਕਿ ਸਾਨੂੰ ਸਮਾਂ ਬਖਸ਼ਿਆ। ਵਡਭਾਗੇ ਜਿੱਦਾਂ ਆਪਾਂ ਦੇਖੋ, ਆਪਾਂ ਬੋਲਦੇ ਘੱਟ ਆ, ਸਾਨੂੰ ਕਾਲਾਂ ਆਈ ਜਾ ਰਹੀਆਂ ਤੇ ਆਪਾਂ ਨੂੰ ਨਾਮ ਅਨਾਉਂਸ ਕਰਨੇ ਪੈ ਰਹੇ। ਹੁਣ ਵੀ ਆ ਲਿਸਟ ਆਈ ਹੈ, ਪਹਿਲਾਂ ਮੈਂ ਨਾਮ ਪੜ੍ਹ ਦੇਵਾਂ। ਜੀ ਜੀ। ਮੋਹਿੰਦਰ ਕੌਰ ਜੀ 25 ਪੌਂਡ, ਨਰਿੰਦਰ ਸਿੰਘ ਜੀ ਚੀਮਾ 100 ਪੌਂਡ, ਪ੍ਰਦੀਪ ਸਿੰਘ ਸਰੋਆ ਜੀ 25 ਪੌਂਡ, ਗੁਪਤ ਸੇਵਾ 221 ਪੌਂਡ, ਅਵਤਾਰ ਸਿੰਘ ਜੀ ਸੀਰਾ 150 ਪੌਂਡ। ਆਪ ਜੀ ਸਭ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਇਸ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਹੋ। ਮਾਲਕ ਰਹਿਮਤ ਕਰਨ, ਬਖਸ਼ਿਸ਼ ਕਰਨ, ਜਿਹੜੇ ਖਜ਼ਾਨੇ 'ਚੋਂ ਮਾਇਆ ਆਈ ਹੈ ਖਜ਼ਾਨੇ ਭਰਪੂਰ ਕਰਨ। ਫਲਦੀਪ ਜੀ, ਆਪਾਂ ਮਹਾਂਪੁਰਸ਼ਾਂ ਦੀ ਗੱਲ ਕਰਦੇ ਕਿ ਡਿਊਟੀਆਂ, ਹਰ ਇੱਕ ਮਹਾਂਪੁਰਖ ਦੀ ਡਿਊਟੀ ਲੱਗੀ ਹੋਈ ਹੈ ਜੀ। ਉਸ ਡਿਊਟੀ ਦੇ ਉਹ ਆਪਣੀ ਡਿਊਟੀ ਤੇ ਪਹਿਰਾ ਦੇਈ ਜਾਂਦੇ ਨੇ। ਆਪਾਂ ਦੇਖਦੇ ਹਾਂ ਕਿ ਜਿੱਥੇ ਆਪਾਂ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਗੱਲ ਕਰਦੇ ਹਾਂ ਕਿ ਮਹਾਰਾਜ ਨੇ ਮਿਹਰ ਕੀਤੀ ਕਿ 5 ਤਖਤਾਂ ਦੀ ਕਾਰ ਸੇਵਾ ਇਹਨਾਂ ਦੀ ਝੋਲੀ ਵਿੱਚ ਪਈ। ਜੀ ਜੀ। ਦੂਜੇ ਪਾਸੇ ਆਪਾਂ ਲੈ ਲੈਣੇ ਸੰਤ ਬਾਬਾ ਲਾਭ ਸਿੰਘ ਜੀ ਦੀ ਸੰਸਥਾ ਕਿਲ੍ਹਾ ਆਨੰਦਗੜ੍ਹ ਵਾਲੀ, ਜੀ ਜੀ। 120 ਸਾਲਾਂ ਦੀ ਸੇਵਾ। ਜੀ ਜੀ। ਉਸ ਤੋਂ ਇਲਾਵਾ ਲੰਗਰਾਂ ਦੀ ਸੇਵਾ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਜੀ ਜੀ। ਇਸ ਵਕਤ ਵੀ ਤੁਸੀਂ ਦੇਖ ਲਓ ਆਪਾਂ ਸੰਗਤ ਏਡ ਰਾਹੀਂ ਕਿੰਨੀਆਂ ਲੰਗਰਾਂ ਦੀ ਸੇਵਾ ਉਹਨਾਂ 'ਚ ਹਿੱਸਾ ਪੈ ਰਿਹਾ ਨਾ। ਜੀ ਜੀ ਜੀ। ਆਪਾਂ ਬੜੂ ਸਾਹਿਬ ਦੀ ਸੰਸਥਾ ਲੈ ਲੈਂਦੇ ਹਾਂ। ਜੀ। ਕਿੰਨਾ ਵੱਡਾ ਉਪਰਾਲਾ ਜੀ। ਬੜੂ ਸਾਹਿਬ ਦਾ ਵਿਦਿਆ ਦੇ। ਜੀ ਜੀ ਜੀ। ਸੋ ਹਰ ਇੱਕ ਦੀ ਵੱਖਰੀ ਵੱਖਰੀ ਡਿਊਟੀ ਹੈ। ਜੀ ਜੀ। ਪਰ ਕਿਉਂਕਿ ਮਾਲਕ ਤੇ ਹੁਕਮ ਵਿੱਚ ਚੱਲਣ ਵਾਲੇ ਨੇ, ਜੀ ਜੀ, ਉਹਦੇ ਭਾਣੇ ਵਿੱਚ ਰਹਿਣ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਨੇ ਸਾਰੇ। ਜੀ ਜੀ। ਸੋ ਆਪ ਜੀ ਦੇਖ ਲਓ ਕਿ ਕੋਈ ਕਾਰਜ ਪਿੱਛੇ ਤਾਂ ਨਹੀਂ ਰਹਿੰਦਾ। ਕਈ ਵਾਰੀ ਮਨ ਦੇ ਵਿੱਚ ਆਉਂਦਾ ਹੈ ਕਿ ਜਿਹਨਾਂ ਵੱਡੇ ਵਡੇਰਿਆਂ ਨੇ ਇਹਨਾਂ ਬੂਟਿਆਂ ਨੂੰ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਸਿੱਖੀ ਦੇ ਬੂਟੇ ਦੁਨੀਆ ਭਰ ਦੇ ਵਿੱਚ ਲਾਏ ਨੇ। ਜੇ ਵੱਡੇ ਵਡੇਰਿਆਂ ਮਹਾਂਪੁਰਸ਼ਾਂ ਦੀ ਗੱਲ ਕਰੀਏ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਜਦੋਂ ਆਪ ਜੀ ਬੜੂ ਸਾਹਿਬ ਜੀ ਦੀ ਗੱਲ ਕਰਦੇ ਆ ਤੇ ਉਹ ਹਮੇਸ਼ਾ ਯਾਦ ਆ ਜਾਂਦੇ ਨੇ। ਤੇ ਜਦੋਂ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦੀ ਸੇਵਾ ਦੀ ਗੱਲ ਕਰਦੇ ਹਾਂ ਤੇ ਸੰਤ ਬਾਬਾ ਸੇਵਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਕਿਉਂਕਿ ਬਹੁਤ ਸਾਰੇ ਜਿਹੜੇ ਮੇਰੀ ਜਨਰੇਸ਼ਨ ਦੇ ਸ਼ਾਇਦ ਹੋਣਗੇ ਜਿਨ੍ਹਾਂ ਨੇ ਕਦੇ ਦਰਸ਼ਨ ਹੀ ਨਹੀਂ ਕੀਤੇ ਆਪਣੇ ਜੀਵਨ ਕਾਲ ਦੇ ਵਿੱਚ, ਲੇਕਿਨ ਸ਼ਾਇਦ ਕਿਸੇ ਨੇ ਕਈ ਵਾਰੀ ਉਹਨਾਂ ਦੇ ਨਾਂ ਵੀ ਨਹੀਂ ਸੁਣੇ ਹੁੰਦੇ, ਲੇਕਿਨ ਇਹ ਉਹਨਾਂ ਵੱਡੇ ਵਡੇਰਿਆਂ ਨੇ ਇਹ ਬੂਟੇ ਲਾਏ ਹੋਏ ਨੇ ਸਿੱਖੀ ਦੇ, ਜਿਹੜੇ ਅੱਜ ਮਹਿਕ ਦੇ ਰਹੇ ਨੇ। ਸੋ ਜੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੀ ਵੀ ਗੱਲ ਕਰੀਏ ਤੇ ਸੰਤ ਬਾਬਾ ਪੂਰਨ ਸਿੰਘ ਜੀ ਕਰੀਚੋ ਵਾਲੇ, ਉਹਨਾਂ ਦਾ ਵੀ ਨਾਮ ਇੱਕ ਹੀਰੇ ਵਾਂਗੂ ਚਮਕਦਾ ਹੈ। ਸੋ ਸਾਰੇ ਸਾਡੇ ਇਹ ਪੰਥ ਦੇ ਹੀਰੇ ਨੇ ਜਿਨ੍ਹਾਂ ਨੇ ਆਪੋ ਆਪਣੀ ਜੋ ਗੁਰੂ ਸਾਹਿਬ ਜੀ ਵੱਲੋਂ ਸੇਵਾਵਾਂ ਬਖਸ਼ੀਆਂ ਹੋਈਆਂ ਸਨ। ਕਿਸੇ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਆਰੰਭ ਕੀਤੀ, ਕਿਸੇ ਨੇ ਕਾਰ ਸੇਵਾ ਦੀ ਲਹਿਰ ਆਰੰਭ ਕੀਤੀ। ਸੋ ਕਿੱਡੀਆਂ ਵੱਡੀਆਂ ਉਹਨਾਂ ਦੀਆਂ ਦੇਣਾਂ ਨੇ। ਕਈ ਵਾਰੀ ਇਸ ਗੱਲ ਵਿੱਚ ਕਹਿਣ ਤੋਂ ਮੈਂ ਗੁਰੇਜ਼ ਨਹੀਂ ਕਰਦਾ, ਕਈ ਵਾਰੀ ਅਸੀਂ ਐਵੇਂ ਮਹਾਂਪੁਰਸ਼ਾਂ ਨੂੰ ਨਿੰਦਣ ਲੱਗ ਪੈਂਦੇ ਹਾਂ, ਲੇਕਿਨ ਜਿਨ੍ਹਾਂ ਨੇ ਆਪਣਾ ਧਨ ਮਨ ਧਨ ਸਭ ਕੁਝ ਕੁਰਬਾਨ ਕੀਤਾ ਹੁੰਦਾ ਹੈ, ਜਿਨ੍ਹਾਂ ਨੇ ਆਪਣਾ ਸਾਰਾ ਹੀ ਆਪਾਂ ਕਹਿ ਸਕਦੇ ਹਾਂ ਪਰਿਵਾਰ ਨੂੰ ਇੱਕ ਕਿਸਮ ਦਾ ਸੇਵਾ ਵਿੱਚ ਹਮੇਸ਼ਾ ਤਤਪਰ ਰਹਿੰਦੇ ਨੇ, ਜੁਟੇ ਹੋਏ ਰਹਿੰਦੇ ਨੇ 24 ਘੰਟੇ। ਸੋ ਉਹਨਾਂ ਵਾਸਤੇ ਵੀ ਆਪਾਂ ਨੂੰ, ਜਿੱਥੇ ਆਪਾਂ ਹਮੇਸ਼ਾ ਅਰਦਾਸ ਕਰਦੇ ਹਾਂ, ਲੇਕਿਨ ਉਹਨਾਂ ਦੀ ਜਿਹੜੀ ਪੰਥ ਵਾਸਤੇ ਦੇਣ ਹੈ ਉਸ ਨੂੰ ਆਪਾਂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ, ਵਜਾਏ ਐਵੇਂ ਨਿੰਦੀ ਜਾਣਾ। ਸੋ ਕਿੱਡੀਆਂ ਵੱਡੀਆਂ ਸਾਡੇ ਅੱਖਾਂ ਦੇ ਸਾਹਮਣੇ ਇਹ ਸੇਵਾਵਾਂ ਹੋ ਰਹੀਆਂ ਨੇ, ਉਹਨਾਂ ਦੀ ਦੂਰ ਅੰਦੇਸ਼ੀ ਦਾ ਹੀ ਸਦਕਾ ਇਹ ਸੇਵਾਵਾਂ ਹੋ ਰਹੀਆਂ ਨੇ। ਜੇ ਬੜੂ ਸਾਹਿਬ ਦੀ ਵੀ ਗੱਲ ਕਰ ਰਹੇ ਹਾਂ, ਕਿੱਡੀ ਵੱਡੀ ਐਜੂਕੇਸ਼ਨ ਦਾ ਅਦਾਰਾ, ਕਿੱਡੀ ਵੱਡੀ ਸੰਸਥਾ ਬੜੂ ਸਾਹਿਬ, ਕਿੱਡਾ ਵੱਡਾ ਉਹ ਯੂਨੀਵਰਸਿਟੀ ਦਾ ਪ੍ਰੋਜੈਕਟ ਸੀ ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਹੋਣਾ ਦੀ ਇੱਕ ਵਿਜ਼ਨ ਸੀ, ਸੰਤ ਬਾਬਾ ਤੇਜਾ ਸਿੰਘ ਜੀ ਹੋਣਾ ਦੀ ਵਿਜ਼ਨ ਸੀ। ਇਹ ਵੀ ਜਿਹੜੀ ਵਿਜ਼ਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਲੈ ਕੇ ਤੁਰੇ ਸਨ, ਇਹ ਆਪ ਜੀ ਦੇ ਸਹਿਯੋਗ ਦੇ ਨਾਲ ਫੇਜ਼ 2 ਦੀ ਜੋ ਕਾਰ ਸੇਵਾ ਇਸ ਵੇਲੇ ਹੋ ਰਹੀ ਹੈ। ਆਪਾਂ ਵੀ ਜਿਹੜਾ ਇਹ ਜੱਗ ਚੱਲ ਰਿਹਾ ਹੈ, ਜਿਹੜੀ ਇਹ ਸੇਵਾ ਚੱਲ ਰਹੀ ਹੈ,
ਆਪਾਂ ਵੀ ਇਸ ਵਿੱਚ ਆਪਣਾ ਫਰਜ਼ ਪਛਾਣਦੇ ਹੋਏ, ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿਰਫ ਮੇਰੇ ਪਿਤਾ ਨਹੀਂ, ਸਿਰਫ ਤੁਹਾਡੇ ਪਿਤਾ ਨਹੀਂ, ਜਿਹੜਾ ਵੀ ਗੁਰੂ ਨਾਨਕ ਨਾਮ ਲੇਵਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ, ਹਰ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਆਪਣਾ ਪਿਤਾ ਜੀ ਮੰਨਦੇ ਨੇ, ਕਿਉਂਕਿ ਜਿਹੜੇ ਖਾਸ ਕਰਕੇ ਅੰਮ੍ਰਿਤਧਾਰੀ ਵੀ ਹਨ, ਜਿਹੜੇ ਖੰਡੇ ਵਾਟੇ ਦਾ ਅੰਮ੍ਰਿਤ ਛਕਦੇ ਨੇ, ਉਸ ਵੇਲੇ ਆਪਾਂ ਨੂੰ ਕਿਹਾ ਜਾਂਦਾ ਹੈ, ਆਪਾਂ ਨੂੰ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਸਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਨ। ਸੋ ਜੇ ਆਪਾਂ ਐਡੇ ਵੱਡੇ ਸਰਬੰਸਦਾਨੀ ਪਿਤਾ ਦੇ ਧੀਆਂ ਪੁੱਤਰ ਹਾਂ, ਫਿਰ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਣਾ ਜਿਹੜੇ ਸਾਡੇ ਪਿਤਾ ਜੀ ਦਾ, ਸਾਡੇ ਗੁਰੂ ਸਾਹਿਬ ਜੀ ਦਾ ਇਹ ਪਾਵਨ ਅਸਥਾਨ ਤਿਆਰ ਹੋ ਰਿਹਾ ਹੈ, ਅਸੀਂ ਵੀ ਉਸ ਵਿੱਚ ਆਪਣਾ ਕੁਛ ਤਿਲ ਫੁੱਲ, ਕੁਛ ਦਸਵੰਧ ਪਾ ਸਕੀਏ। ਸੋ ਲਾਈਨਾਂ ਖੁੱਲੀਆਂ ਹੋਈਆਂ ਨੇ 01213691380। ਭਾਈ ਖੁਸ਼ਦੇਵ ਸਿੰਘ ਜੀ, ਕਿਉਂਕਿ ਆਪਣੇ ਕੋਲ ਸਮਾਂ ਵੀ ਆਪਣੀ ਰਫ਼ਤਾਰ ਦੇ ਨਾਲ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਹੈ, ਸੋ ਜੋ ਇਹ ਕਾਰ ਸੇਵਾ ਖਾਸ ਕਰਕੇ ਚੱਲ ਰਹੀ ਹੈ, ਇਸ ਵਾਰੀ ਸਾਡੀਆਂ ਸੰਗਤਾਂ ਦੇ ਨਾਲ ਕੁਝ ਹੋਰ ਸਾਂਝ ਪਾਉਣੀ ਹੋਵੇ ਜ਼ਰੂਰ ਪਾਉਣੀ ਜੀ। ਜਿਸ ਲਈ ਮੈਂ ਆਪ ਜੀ ਦੀ ਗੱਲ ਤੇ ਥੋੜਾ ਜਿਹਾ ਸ਼ੇਅਰ ਕਰਦਾ ਕਿ ਆਪ ਜੀ ਨੇ ਜ਼ਿਕਰ ਕੀਤਾ ਕਿ ਮਹਾਰਾਜ ਸਿੱਖਾਂ ਦੇ ਨੇ ਜੀ, ਪਰ ਬਿਹਾਰ ਦੇ ਮੁੱਖ ਮੰਤਰੀ ਦੀ ਇੱਕ ਸਪੀਚ ਯਾਦ ਆ ਗਈ ਜੀ ਕਿ ਉਹ ਕਹਿੰਦੇ ਕਿ ਭਾਈ ਗੁਰੂ ਮਹਾਰਾਜ ਸਾਡੇ ਵੀ ਨੇ ਜੀ ਜੀ, ਜਨਮ ਬਿਹਾਰ ਵਿੱਚ ਪਟਨੇ ਵਿੱਚ ਹੋਇਆ ਜੀ ਜੀ। ਤੇ ਫਿਰ ਇੱਕ ਬੜੀ ਵੱਡੀ ਜਿਹੜੀ ਗੱਲ ਹਰ ਇੱਕ ਦੇ ਮਨ ਨੂੰ ਬਹੁਤ ਛੂਈ ਕਿ ਉਹ ਕਹਿੰਦੇ ਜੇ ਅਸੀਂ ਗਰੀਬ ਆ, ਕੋਈ ਸਾਡੇ ਕੋਲ ਸੇਵਾ 'ਚ ਕਮੀ ਰਹਿ ਗਈ ਹੋਵੇ ਤਾਂ ਸਾਨੂੰ ਮਾਫ ਕਰ ਦਿਓ। ਅਸੀਂ ਕੋਸ਼ਿਸ਼ ਕੀਤੀ ਹੈ ਜੀ ਜੀ। ਇੱਕ ਮੁੱਖ ਮੰਤਰੀ ਨੂੰ ਉਸ ਲੈਵਲ ਤੇ ਗੱਲਾਂ ਕਰਨੀਆਂ, ਉਹ ਮੁੱਖ ਮੰਤਰੀ ਦਾ ਲੈਵਲ ਨਹੀਂ ਆ, ਇੱਕ ਸੇਵਕ ਦਾ ਲੈਵਲ ਆ ਜਾਂਦਾ ਜੀ ਜੀ। ਕਹਿੰਦੇ ਨਾ ਆਪਾਂ ਕਿ ਮਾਲਕ ਨੇ ਜਿਹਦੇ ਕੋਲ ਸੇਵਾ ਲੈਣੀ ਜੀ, ਜਿਹਦੇ ਤੇ ਮਾਲਕ ਨੇ ਰਹਿਮਤ ਕਰਨੀ, ਉਹਨੇ ਸੇਵਾ ਨਿਭਾ ਦੇਣੀ ਹੈ ਜੀ। ਜੋ ਨਿਤੀਸ਼ ਕੁਮਾਰ ਜੀ ਦੀ ਵਿਜ਼ਨ ਹੈ ਕਿ ਜਿੱਥੇ ਆਪਾਂ ਤਖਤ ਸਾਹਿਬ ਦੀ ਗੱਲ ਕਰਦੇ ਹਾਂ, ਕੰਗਨ ਘਾਟ ਸਥਾਨ ਨਾਲ ਹੈ, ਕੰਗਨ ਘਾਟ ਦਾ ਵੀ ਨਵਾਂ ਗੁਰਦੁਆਰਾ ਬਣ ਗਿਆ ਹੈ ਜਿੱਥੇ ਮਹਾਰਾਜ ਨੇ ਕੰਗਨ ਗੰਗਾ ਵਿੱਚ ਸੁੱਟ ਦਿੱਤੇ ਸਨ। ਜੀ ਜੀ। ਆਪਣਾ ਬਾਲ ਲੀਲਾ ਸਥਾਨ ਹੈ, ਬਾਕੀ ਸਥਾਨ ਗਊ ਘਾਟ ਹੈ, ਹਾਂਡੀ ਸਾਹਿਬ ਹੈ, ਸਾਰੇ ਪਟਨੇ ਦੇ ਵਿੱਚ ਗੁਰੂ ਘਰ ਨੇ। ਫਿਰ ਸੀਤਲ ਕੁੰਡ 100 ਕਿਲੋਮੀਟਰ ਜਿੱਥੇ ਮਹਾਰਾਜ ਨੇ ਉਸ ਕੁੰਡ ਨੂੰ ਸੀਤਲ ਕੀਤਾ ਸੀ, ਜਿੱਥੇ ਗਰਮ ਪਾਣੀ ਨਿਕਲਦਾ ਸੀ। ਜੀ ਜੀ। ਉਸ ਸਿੱਖ ਸਰਕਿਟ ਨੂੰ ਬਹੁਤ ਨਿਤੀਸ਼ ਕੁਮਾਰ ਜੀ ਨੇ ਐਫਰਟ ਪਾ ਕੇ ਕਿ ਸੰਗਤਾਂ ਆ ਕੇ ਆਪਣੇ ਇਹਨਾਂ ਸਥਾਨਾਂ ਤੇ ਨਕਮਸਤਕ ਹੋ ਕੇ ਗੁਰੂ ਮਹਾਰਾਜ ਦੀ ਸੀਸ ਲੈ ਕੇ ਜਾਣ, ਤੇ ਕਿੰਨੀ ਸੰਗਤ ਆਉਂਦੀ, ਕਿੰਨੀ ਸੰਗਤ ਜਾਂਦੀ ਆਉਂਦੀ ਹੈ। ਇਹ ਮਹਾਰਾਜ ਨੇ ਕਿਰਪਾ ਕੀਤੀ। ਜੀ ਜੀ। ਅੱਜ ਆਪਾਂ ਸੀਤਲਕੁੰਡ ਦੀ ਵੀ ਗੱਲ ਥੋੜੀ ਜਿਹੀ ਕਰ ਲੈਂਦੇ ਹਾਂ, ਤੇ ਦੇਖੋ ਕਿ ਉਹ ਅਸਥਾਨ ਨੂੰ ਜਿਸ ਸੰਭਾਲਿਆ ਸੀ ਸਿਰਫ ਭਾਈ ਅਜੀਤ ਸਿੰਘ ਹੁਣੀ ਜੀ ਜੀ, ਪੱਤੇ ਖਾ ਕੇ, ਜੀ ਜੀ, ਕਿਉਂਕਿ ਉੱਥੇ ਕੋਈ ਸਿੱਖ ਨਹੀਂ ਸੀਗਾ। ਜੀ ਜੀ। ਕਿ ਮਹਾਰਾਜ ਦਾ ਉਹ ਸਥਾਨ ਸੀ, ਪਰ ਦੇਖ ਲਓ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ 550 ਸਾਲ ਤੇ ਕਿ ਉਹ ਪ੍ਰਾਪਰਟੀ ਫੋਰੈਸਟ ਲੈਂਡ ਆ ਜਿਹੜੀ ਕਦੀ ਉਹਦੀ ਰਜਿਸਟਰੀ ਕਦੀ ਵਿਕ ਹੀ ਨਹੀਂ ਸਕਦਾ। ਉਹ ਚੀਫ ਮਿਨਿਸਟਰ ਨੇ ਰਜਿਸਟਰੀ ਤਖਤ ਸਾਹਿਬ ਦੇ ਨਾਂ ਕਰਾ ਕੇ ਤਖਤ ਸਾਹਿਬ ਨੂੰ ਦਿੱਤੀ ਗਈ। ਜੀ ਜੀ ਜੀ। ਅੱਜ ਉੱਥੇ ਉਹ ਵੀ ਸੇਵਾ ਕਮੇਟੀ ਵੱਲੋਂ, ਮਹਾਂਪੁਰਖਾਂ ਵੱਲੋਂ ਉਹ ਵੀ ਸੇਵਾ ਜਿਹੜੀ ਆ ਬੜੇ ਵੱਡੇ ਲੈਵਲ ਤੇ ਚੱਲ ਰਹੀ ਆ। ਐਸਾ ਇੱਕ ਸਥਾਨ ਬਣ ਜਾਏਗਾ ਜਿੱਥੇ ਸੰਗਤਾਂ ਦਰਸ਼ਨ ਦੇ ਦਾਰੇ ਕਰਕੇ ਉਸ ਸੀਤਲ ਕੁੰਭ ਦੇ ਵਿੱਚੋਂ ਅੰਮ੍ਰਿਤ ਛਕ ਕੇ ਜੀ ਜੀ ਆਪ ਸੀਤਲ ਹੋ ਜਾਓਗੇ। ਜੀ ਜੀ ਜੀ। ਇਹ ਮਹਾਰਾਜ ਦੀ ਬਖਸ਼ਿਸ਼ ਹੈ ਸਾਡੇ ਤੇ। ਜੀ, ਮਹਾਰਾਜ ਦੀ ਕਿਰਪਾ ਹੈ ਕਿ ਅਸੀਂ ਵਡਭਾਗੇ ਆ ਕਿ ਸਾਨੂੰ ਮੌਕਾ ਮਹਾਰਾਜ ਦਿੰਦੇ ਨੇ। ਜੀ ਜੀ। ਦਰਸ਼ਨ ਦੀਦਾਰ ਕਰਨ ਦਾ, ਸੇਵਾ ਪਾਉਣ ਦਾ। ਜੀਵਨ ਵਿੱਚ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ। ਜੀ ਜੀ। ਕਿਉਂਕਿ ਆਪਾਂ ਦੇਖਦੇ ਜੀਵਨ ਬਹੁਤ ਤੇਜ਼ੀ ਨਾਲ ਭੱਜਿਆ ਜਾਂਦਾ ਹੈ, ਸਮਾਂ ਬਹੁਤ ਤੇਜ਼ ਰਫ਼ਤਾਰ ਨਾਲ ਚਲੇ ਜਾਂਦਾ। ਬੰਦਾ ਸੋਚਦੇ ਰਹਿ ਜਾਂਦਾ ਤੇ ਫਿਰ ਬੰਦਾ ਕਹਿੰਦਾ ਮੈਂ ਰਹਿ ਗਿਆ, ਮੇਰੇ ਕੋਲ ਹਿੱਸਾ ਹੀ ਨਹੀਂ ਪਿਆ। ਜੀ ਜੀ ਜੀ। ਕੰਮ ਨਹੀਂ ਖੜਦਾ। ਜੀ ਜੀ। ਆਪਾਂ ਹੁਣ ਦੇਖਦੇ ਕੰਮ ਖੜ ਗਿਆ ਜੀ, ਨਹੀਂ। ਜੀ ਜੀ ਜੀ। ਜਨਵਰੀ ਤੱਕ ਇਹ ਫੇਜ਼ 2 ਜਿਹੜਾ ਹੈ ਕੰਪਲੀਟ ਹੋ ਜਾਣਾ। ਜੀ ਜੀ ਜੀ। ਕਈ ਵਾਰੀ ਸੋਚਦੇ ਹੁੰਦੇ ਆ, ਖਾਸ ਕਰਕੇ ਲੋਕਡਾਊਨ ਦੇ ਸਮੇਂ ਵਿੱਚ ਆਪਾਂ ਨੂੰ ਮਹਾਰਾਜ ਜੀ ਨੇ ਇੱਕ ਸਮਾਂ ਬਖਸ਼ਿਸ਼ ਕੀਤਾ ਕਿ ਅਸੀਂ ਰਿਫਲੈਕਟ ਕਰ ਸਕੀਏ। ਕਿਉਂਕਿ ਕਿਸੇ ਨੇ ਸ਼ਾਇਦ ਪਲਾਨ ਕੀਤੇ ਹੋਣਗੇ, ਵਿਆਹ ਸ਼ਾਦੀਆਂ ਵੀ ਪਲਾਨ ਕੀਤੀਆਂ ਹੋਣਗੀਆਂ, ਕਿਸੇ ਨੇ ਕਿਸੇ ਦੇ ਮਾਈਲਸਟੋਨ ਬਰਥਡੇਜ਼ ਆ ਰਹੇ ਸਨ, ਉਹਦੀ ਕੁਝ ਪਲਾਨਿੰਗ ਕੀਤੀ ਹੋਵੇਗੀ, ਕਿਸੇ ਨੇ ਨਵੇਂ ਘਰ ਲੈਣ ਦੀ ਪਲਾਨਿੰਗ ਕੀਤੀ ਹੋਵੇਗੀ, ਲੇਕਿਨ ਉਹ ਸਾਰਾ ਕੁਝ ਖੜਾ ਹੋ ਗਿਆ। ਲੇਕਿਨ ਇਹ ਜਿਹੜੀਆਂ ਸੇਵਾਵਾਂ ਹੋ ਰਹੀਆਂ ਨੇ, ਦੇਖੋ ਬਹੁਤ ਸਾਰੇ ਜੀਵ ਕੋਵਿਡ-19 ਕਰਕੇ ਦੁਨੀਆ ਭਰ ਦੇ ਵਿੱਚ, ਸਿਰਫ ਇੰਗਲੈਂਡ ਦੀ ਗੱਲ ਨਹੀਂ, ਅਮਰੀਕਾ, ਕੈਨੇਡਾ, ਇੰਡੀਆ, ਕਿੱਥੇ ਕਿੱਥੇ ਦੀ ਆਪਾਂ ਨੂੰ ਖਬਰਾਂ ਆ ਰਹੀਆਂ ਸਨ ਕਿ ਕਿੰਨੇ ਕਿੰਨੇ ਜੀਵ ਹਰ ਰੋਜ਼ ਉੱਥੇ ਮਰ ਰਹੇ ਨੇ। ਲੇਕਿਨ ਸਤਿਗੁਰੂ ਜੀ ਦੀ ਬਖਸ਼ਿਸ਼ ਹੈ, ਜਿਹੜੇ ਵੀ ਇਸ ਵੇਲੇ ਹਜੇ ਵੀ ਇਹਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ, ਸਹੀ ਸਲਾਮਤ ਨੇ, ਤੰਦਰੁਸਤ ਨੇ, ਠੀਕ ਨੇ। ਆਪਾਂ ਜੇ ਇੱਥੇ ਅੱਜ
ਇਹ ਪ੍ਰੋਗਰਾਮ ਵੇਖ ਰਹੇ ਹਾਂ, ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਠੀਕ ਹੈ, ਆਪਾਂ ਨੂੰ ਗਾਈਡਲਾਈਨਸ ਦੇ ਮੁਤਾਬਕ ਆਪਣੇ ਆਪ ਨੂੰ ਬਚਾਉਣਾ ਜ਼ਰੂਰ ਚਾਹੀਦਾ ਹੈ, ਲੇਕਿਨ ਫਿਰ ਵੀ ਜਿਹੜੀਆਂ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਨੇ ਉਹਦੇ ਆਪਾਂ ਘਰ ਬੈਠ ਕੇ ਵੀ ਪਾਤਰ ਬਣ ਸਕਦੇ ਹਾਂ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਹੈ ਕਿ ਤੁਸੀਂ ਧਨ ਨਾਲ ਸੇਵਾ ਕਰਨੀ, ਮਨ ਨਾਲ ਸੇਵਾ ਕਰਨੀ, ਧਨ ਨਾਲ ਸੇਵਾ ਕਰਨੀ। ਭਾਵੇਂ ਆਪਾਂ ਕੁਝ ਸਮੇਂ ਕੁਝ ਮਹੀਨਿਆਂ ਦੇ ਵਿੱਚ ਗੁਰਦੁਆਰੇ ਅਸਥਾਨਾਂ ਤੇ ਨਹੀਂ ਨਤਮਸਤਕ ਹੋ ਸਕੇ, ਕਿਉਂਕਿ ਸਮਾਂ ਹੀ ਐਸਾ ਸੀ ਕਿ ਗਵਰਨਮੈਂਟਸ ਦੀਆਂ ਗਾਈਡਲਾਈਨਾਂ ਸਨ ਕਿ ਆਪਾਂ ਗੁਰਦੁਆਰਾ ਸਾਹਿਬ ਵਿੱਚ ਨਹੀਂ ਜਾ ਸਕਦੇ ਕਿਉਂਕਿ ਲੋਕਡਾਊਨ ਹੈ। ਲੇਕਿਨ ਫਿਰ ਵੀ ਮੀਡੀਆ ਦਾ ਸਦਕਾ ਆਪਾਂ ਨੂੰ ਘਰ ਬੈਠਿਆਂ ਨੂੰ ਹੀ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਕਰਵਾਏ ਗਏ ਸਨ, ਤਖਤ ਸਾਹਿਬ ਤੋਂ ਕੀਰਤਨ ਕਥਾ ਸਰਵਣ ਕਰਵਾਈ ਗਈ। ਸੋ ਜਿਹੜੀ ਕਥਾ ਭਾਈ ਵਿਸ਼ਾਲ ਸਿੰਘ ਜੀ ਕਰਦੇ ਨੇ ਉਹ ਵੀ ਆਪਾਂ ਨੂੰ ਘਰ ਬੈਠਿਆਂ ਹੀ ਆਪਾਂ ਸਰਵਣ ਕਰਦੇ ਰਹੇ ਹਾਂ। ਸੋ ਕਹਿਣ ਤੋਂ ਭਾਵ ਹੈ ਕਿ ਜੇ ਅਸੀਂ ਆਪਣੇ ਮੀਡੀਆ ਨੂੰ ਸਟਰੋਂਗ ਕਰਾਂਗੇ ਫਿਰ ਹੀ ਅਸੀਂ ਇਸ ਤਰ੍ਹਾਂ ਦੇ ਸਮਾਗਮ ਦੇ ਲਾਹੇ ਖੱਟ ਸਕਾਂਗੇ, ਕਿਉਂਕਿ ਕੋਈ ਪਤਾ ਨਹੀਂ ਇਹੋ ਜਿਹਾ ਸਮਾਂ ਕਦੇ ਮੁੜ ਕੇ ਆਵੇ। ਵੈਸੇ ਤਾਂ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਅਜਿਹਾ ਸਮਾਂ ਕਿਸੇ ਨੂੰ ਵੀ ਨਾ ਮੁੜ ਕੇ ਦੇਖਣਾ ਪਵੇ, ਲੇਕਿਨ ਜੇ ਕਦੇ ਅਜਿਹਾ ਸਮਾਂ ਆ ਗਿਆ, ਮੁੜ ਕੇ ਫਿਰ ਆਇਆ, ਲੋਕਡਾਊਨ ਫਿਰ ਹੋ ਗਿਆ, ਤੇ ਫਿਰ ਆਪਣੇ ਕੋਲ ਇੱਕ ਸਿਰਫ ਤਾਂ ਸਿਰਫ ਮੀਡੀਆ ਹੀ ਰਹਿ ਜਾਂਦਾ ਹੈ, ਜਿਸ ਦੇ ਜ਼ਰੀਏ ਅਸੀਂ ਜਿਹੜੀਆਂ ਸੇਵਾਵਾਂ ਹੋ ਰਹੀਆਂ ਨੇ ਉਹ ਦੇਖ ਸਕਦੇ ਹਾਂ, ਜਾਂ ਜਿਹੜੀ ਕਥਾ ਗੁਰਬਾਣੀ ਕੀਰਤਨ ਹੈ ਉਸ ਦੇ ਨਾਲ ਜੁੜ ਸਕਦੇ ਹਾਂ। ਸੋ ਸਾਧ ਸੰਗਤ ਜੀਓ, ਬਹੁਤ ਬਹੁਤ ਧੰਨਵਾਦੀ ਹਾਂ ਮਨਪ੍ਰੀਤ ਕੌਰ ਫਲੋਰਾ ਜੀ ਉਹਨਾਂ ਦੇ, ਜਿਨ੍ਹਾਂ ਨੇ 100 ਪਾਉਂਡ ਇਸ ਕਾਰ ਸੇਵਾ ਵਾਸਤੇ ਭੇਜਿਆ ਹੈ। ਕਸ਼ਮੀਰ ਕੌਰ ਜੌਲ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 50 ਪਾਉਂਡ ਇਸ ਕਾਰ ਸੇਵਾ ਵਾਸਤੇ ਭੇਜੇ ਹਨ। ਸੋ ਸਾਧ ਸੰਗਤ ਜੀਓ, ਜਿਨ੍ਹਾਂ ਨੇ ਵੀ ਆਪਣਾ ਦਸਵੰਧ ਇਸ ਮਹਾਨ ਕਾਰ ਸੇਵਾ ਵਾਸਤੇ ਭੇਜਿਆ ਹੈ, ਜਿਹੜੀਆਂ ਵੀ ਮਨੋਕਾਮਨਾ ਅਰਦਾਸਾਂ ਜੋ ਆਪ ਜੀ ਕਰ ਰਹੇ ਹੋ ਜਾਂ ਜਿਸ ਰਾਹੀਂ ਆਪ ਜੀ ਇਹ ਆਪਣੀ ਸੇਵਾ ਭੇਜ ਰਹੇ ਹੋ, ਸਤਿਗੁਰੂ ਆਪ ਸਭਨਾਂ ਦੇ ਨਾਮ ਜਾਣਦੇ ਨੇ, ਲੇਕਿਨ ਜਿਹੜੀਆਂ ਮਨੋਕਾਮਨਾ ਲੈ ਕੇ ਅਰਦਾਸਾਂ ਆਪ ਜੀ ਕਰ ਰਹੇ ਹੋ, ਸਤਿਗੁਰੂ ਜੀ ਆਪ ਜੀ ਦੀਆਂ ਮਨੋਕਾਮਨਾ ਪੂਰੀਆਂ ਕਰਨ। ਇਹੀ ਹਰ ਇੱਕ ਦੀ ਅਰਦਾਸ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਕਾਰਜ ਹੈ ਮੇਰਾ ਕਾਰਜ ਨਹੀਂ, ਇਹ ਤੁਹਾਡੇ ਇਕੱਲਿਆਂ ਦਾ ਕਾਰਜ ਨਹੀਂ। ਭਾਵੇਂ ਆਪਾਂ ਕਿਸੇ ਵੀ ਸੰਪਰਦਾ ਦੇ ਨਾਲ ਜੁੜੇ ਹੋਏ ਹਾਂ, ਕਿਸੇ ਵੀ ਮਹਾਂਪੁਰਸ਼ ਦੇ ਨਾਲ ਜੁੜੇ ਹੋਏ ਹਾਂ, ਕਿਸੇ ਵੀ ਸੰਸਥਾ ਦੇ ਨਾਲ ਜੁੜੇ ਹੋਏ ਹਾਂ, ਇਸ ਗੱਲ ਨੂੰ ਤਾਂ ਆਪਾਂ ਨੂੰ ਇਸ ਗੱਲ ਵਿੱਚ ਤਾਂ ਸਹਿਮਤੀ ਪ੍ਰਗਟ ਕਰਨੀ ਚਾਹੀਦੀ ਹੈ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਨ। ਸੋ ਸਾਧ ਸੰਗਤ ਜੀਓ, ਜੇ ਉਹਨਾਂ ਦੇ ਮਹਾਨ ਤਖਤ ਅਸਥਾਨ ਦੀ ਕਾਰ ਸੇਵਾ ਹੋ ਰਹੀ ਹੈ, ਆਪਾਂ ਜ਼ਰੂਰ ਅਰਦਾਸ ਕਰੀਏ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਿਰਪਾ ਕਰਨੀ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਆਪ ਜੀ ਦਾ ਇਹ ਸੁੰਦਰ ਦੀਵਾਨ ਹਾਲ ਤਿਆਰ ਹੋ ਰਿਹਾ ਹੈ, ਕਿਸੇ ਸਮੇਂ ਅਸੀਂ ਵੀ ਇਸ ਦੀਵਾਨ ਹਾਲ ਵਿੱਚ ਬੈਠ ਕੇ ਆਪ ਜੀ ਦੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰ ਸਕੀਏ। ਸੋ ਇੰਨੇ ਸਵਾਸ ਜ਼ਰੂਰ ਬਖਸ਼ਿਸ਼ ਕਰਨੇ ਕਿ ਅਸੀਂ ਉਹਨਾਂ ਸਮਿਆਂ ਦੇ ਲਾਹੇ ਖੱਟ ਸਕੀਏ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਪਤ ਪਰਿਵਾਰ ਦੇ, ਜਿਨ੍ਹਾਂ ਨੇ 101 ਪਾਉਂਡ ਇਸ ਮਹਾਨ ਸੇਵਾ ਵਾਸਤੇ ਭੇਜਿਆ ਹੈ, ਤੇ ਨਾਲ ਭਾਈ ਕੁਲਦੀਪ ਸਿੰਘ ਜੀ ਜੌਲ ਜੀ ਉਹਨਾਂ ਦੇ, ਜਿਨ੍ਹਾਂ ਨੇ 50 ਪਾਉਂਡ ਭੇਜੇ ਹਨ। ਕਿਉਂਕਿ ਸਾਧ ਸੰਗਤ ਜੀਓ, ਇਹ ਜਿਹੜੀ ਕਾਰ ਸੇਵਾ ਹੁੰਦੀ ਹੈ ਜਾਂ ਜਿਹੜੀ ਦੁਨੀਆ ਭਰ ਦੇ ਵਿੱਚ ਜਿਹੜੀਆਂ ਵੀ ਸੰਪਰਦਾਵਾਂ ਸੇਵਾਵਾਂ ਕਰਦੀਆਂ ਨੇ, ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਹੋਇਆ ਕਰਦੀਆਂ। ਇਹ ਪ੍ਰੋਗਰਾਮ ਕਰਨ ਦਾ ਵੀ ਭਾਵ ਇਹੀ ਹੈ ਕਿ ਆਪ ਜੀ ਨੂੰ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਸਭ ਕੁਝ ਹੀ ਦਿਖਾਇਆ ਜਾਵੇ ਪੂਰੀ ਟਰਾਂਸਪੈਰੈਂਸੀ ਦੇ ਨਾਲ ਕਿ ਕਿਸ ਤਰ੍ਹਾਂ ਆਪ ਜੀ ਦਾ ਦਸਵੰਧ ਲਾਇਆ ਜਾ ਰਿਹਾ ਹੈ। ਕਿਉਂਕਿ ਕਈ ਵਾਰੀ ਆਪਾਂ ਖਾਸ ਕਰਕੇ ਜਦੋਂ ਮੀਡੀਆ ਨਹੀਂ ਸੀ ਹੋਇਆ ਕਰਦਾ ਆਪਣੇ ਕੋਲ, ਆਪਾਂ ਸਿਰਫ ਜੋ ਆਰੰਭ ਕੀਤੀ ਜਾਂਦੀ ਸੀ ਸੇਵਾ ਜਾਂ ਜਦੋਂ ਸੰਪੂਰਨ ਹੁੰਦੀ ਸੀ ਉਦੋਂ ਹੀ ਆਪਾਂ ਉਹ ਫੁਟੇਜ ਦੇ ਦਰਸ਼ਨ ਕਰਦੇ ਸਾਂ, ਲੇਕਿਨ ਹਰ ਹਫਤੇ ਪ੍ਰੋਗਰਾਮ ਕਰਨ ਦਾ ਇਹੀ ਭਾਵ ਹੈ। ਸੋ ਬਹੁਤ ਧੰਨਵਾਦੀ ਹਾਂ ਬੀਬੀ ਸੁਰਿੰਦਰ ਕੌਰ ਜੀ ਉਹਨਾਂ ਦੇ, ਜਿਹੜੇ ਕਿ ਲੈਸਟਰ ਤੋਂ 25 ਪਾਉਂਡ ਭੇਜ ਰਹੇ ਨੇ, ਅਤੇ ਨਿਰਮਲ ਸਿੰਘ ਜੀ ਵਿਰਦੀ ਉਹਨਾਂ ਦੇ, ਜਿਹੜੇ ਕਿ 10 ਪਾਉਂਡ ਲੰਡਨ ਤੋਂ ਖਾਸ ਕਰਕੇ ਆਪਣੀ ਸੇਵਾ ਜੋ ਹੈ ਇਸ ਕਾਰ ਸੇਵਾ ਵਾਸਤੇ ਭੇਜ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਜਿਨ੍ਹਾਂ ਨੇ ਵੀ ਇਹਨਾਂ ਸੇਵਾਵਾਂ ਵਿੱਚ ਆਪਣਾ ਦਸਵੰਧ ਪਾਇਆ ਹੈ, ਇਸੇ ਤਰ੍ਹਾਂ ਆਪ ਜੀ ਨੂੰ ਹੋਰ ਵੀ ਉਦਮ ਬਖਸ਼ਿਸ਼ ਕਰਨ, ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੋਰ ਵੀ ਵੱਧ ਚੜ੍ਹ ਕੇ ਸੇਵਾ ਕਰ ਸਕੋ। ਭਾਈ ਖੁਸ਼ਦੇਵ ਸਿੰਘ ਜੀ, ਆਪਣੇ ਕੋਲ ਸਿਰਫ ਕੁਝ 3 ਮਿੰਟ ਬਾਕੀ ਰਹਿੰਦੇ ਨੇ, ਅਖੀਰ ਵਿੱਚ ਆਪ ਜੀ ਕੀ ਕਹਿਣਾ ਚਾਹੋਗੇ? ਅਸਲੀਪ ਜੀ, ਇਹੀ ਜੀ ਸਭ ਤੋਂ ਪਹਿਲਾਂ ਕਿ ਬਹੁਤ ਬਹੁਤ ਧੰਨਵਾਦ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਅੱਜ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਆਪਣੀ ਕਿਰਤ ਕਮਾਈ ਸਫਲ ਕਰਾਈ ਹੈ। ਗੁਰੂ ਮਹਾਰਾਜ ਆਪਣੇ ਸਾਰਿਆਂ 'ਤੇ ਕਿਰਪਾ ਕਰਨ, ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਇਹ ਚੀਜ਼ਾਂ ਸਾਡੀਆਂ ਅੱਖਾਂ ਅੱਗੇ ਬਣ ਰਹੀਆਂ ਹਨ,
ਮਾਲਕ ਸਾਨੂੰ ਮੌਕਾ ਬਖਸ਼ਣ, ਅਸੀਂ ਇਹਨਾਂ ਚੀਜ਼ਾਂ, ਇਹਨਾਂ ਸੁੰਦਰ ਬਿਲਡਿੰਗਾਂ ਵਿੱਚ ਜਾ ਕੇ ਜਿੱਥੇ ਨਤਮਸਤਕ ਹੋਈਏ, ਗੁਰੂ ਮਹਾਰਾਜ ਦੀ ਬਾਣੀ ਦਾ ਕੀਰਤਨ ਦਾ ਜਸ ਮਾਣੀਏ, ਲਾਹੇ ਲਈਏ, ਸਾਡੇ ਜੀਵਨ ਵਿੱਚ ਵੀ ਮਾਲਕ ਦੀ ਸੇਧ ਬਣ ਜਾਵੇ, ਅਸੀਂ ਵੀ ਮਹਾਰਾਜ ਦੇ ਦਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰ ਸਕੀਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸ਼ਬਦ ਨਹੀਂ ਹਨ, ਕਿਉਂਕਿ ਅੱਜ ਜਦ ਦਾ ਪ੍ਰੋਗਰਾਮ ਸ਼ੁਰੂ ਕੀਤਾ ਮੇਰਾ ਖਿਆਲ 5 ਮਿੰਟ ਦੇ ਟੀਮ ਪੇਪਰ ਲੈ ਕੇ ਆਈ ਜਾਂਦੀ ਜੀ, ਇਹਨਾਂ ਦੀ ਸੇਵਾ ਨਹੀਂ, ਸੇਵਾ ਸਕਰੀਨ ਤੇ ਆ ਜਿਹੜਾ ਕਿਸ ਤਰ੍ਹਾਂ ਧੰਨਵਾਦ ਕਰੀਏ। ਸੱਚੇ ਪਾਤਸ਼ਾਹ ਆਪ ਜੀ ਜਾਣੀ ਜਾਨ ਹੋ, ਇਸੇ ਤਰ੍ਹਾਂ ਸੇਵਾ ਲੈਂਦੇ ਰਹੋ। ਸਭ ਕੋ ਜੀਵਨ ਦਾ ਕਾਲ ਦਾ ਕੁਝ ਪਤਾ ਨਹੀਂ, ਮਾਲਕ ਨੇ ਕੱਲ੍ਹ ਨੂੰ ਕੀ ਕਿਸੇ ਵੀ ਜੀਵਨ ਵਿੱਚ ਲਿਖਿਆ ਹੈ। ਇੱਕ ਘੜੀ ਆਦਿ ਘੜੀ ਉਸ ਦੇ ਨਾਲ, ਉਸ ਦੇ ਨਾਮ ਵਿੱਚ ਆਪਾਂ ਬਤੀਤ ਕਰ ਲਈਏ, ਮਾਲਕ ਦੀ ਰਹਿਮਤ ਲੈ ਲਈਏ, ਖੁਸ਼ੀਆਂ ਲੈ ਲਈਏ, ਹੋਰ ਜੀਵਨ ਵਿੱਚ ਕੁਛ ਨਹੀਂ ਹੈ। ਸੋ ਅਖੀਰ ਵਿੱਚ ਭਾਈ ਖੁਸ਼ਦੇਵ ਸਿੰਘ ਜੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸਾਧ ਸੰਗਤ ਜੀਓ, ਦਾਸ ਵੱਲੋਂ ਪ੍ਰੋਗਰਾਮ ਨਿਭਾਉਂਦਿਆਂ ਬੋਲਦਿਆਂ ਕੁਝ ਵੱਧ ਘੱਟ ਕਿਹਾ ਗਿਆ ਹੋਵੇ ਤੇ ਉਸ ਦੀ ਦਾਸ ਆਪ ਸਮੂਚੀਆਂ ਹੀ ਸਿੱਖ ਸੰਗਤਾਂ ਤੋਂ ਖੇਮਾ ਮੰਗਦਾ ਹੈ। ਅਰਦਾਸ ਕਰਨੀ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਆਪ ਸਮੂਹ ਸਿੱਖ ਸੰਗਤਾਂ ਦੀ ਵੱਧ ਚੜ੍ਹ ਕੇ ਵਧੀਆ ਤਰੀਕੇ ਦੇ ਨਾਲ ਦਾਸ ਭਾਈ ਖੁਸ਼ਦੇਵ ਸਿੰਘ ਜੀ ਹੁਣੀ ਸੇਵਾ ਨਿਭਾ ਸਕਣ। ਸੋ ਅਖੀਰ ਵਿੱਚ ਹੋਈਆਂ ਸਮੂਹ ਭੁੱਲਾਂ ਦੀ ਖੇਮਾ ਬਖਸ਼ਿਸ਼ ਕਰਨੀ। ਜਿੱਥੇ ਵੀ ਆਪ ਜੀ ਆਪਣੇ ਘਰਾਂ ਵਿੱਚ ਬੈਠੇ ਹੋ, ਹਰ ਇੱਕ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।